ਮੈਨੂੰ ਬਲੱਡ ਨਾਲ ਰਿਲੇਟਡ ਕੈਂਸਰ ਸੀਗਾ ਜੀ। ਬਲੱਡ ਨਾਲ ਰਿਲੇਟਡ ਕੈਂਸਰ ਸੀ। ਜਦ ਮੈਂ ਇੱਥੇ ਫਸਟ ਟਾਈਮ ਆਇਆ ਸੀਗਾ ਜੀ ਤਾਂ ਮੇਰੀ ਜੋ ਪਰਸੈਂਟ ਰੇਸ਼ੋ ਸੀਗੀ ਜੀ 1,49,773 ਜੀ, 21,977, ਯਾਨੀ ਕਿ 95% ਮੈਂ ਠੀਕ ਹੋ ਚੁੱਕਾ ਜੀ। ਮਾਤਾ ਜੀ 1,49,000 ਤੋਂ ਜਿਹੜੀ ਮੈਂ ਪੜ੍ਹ ਰਿਹਾ ਇਹ 21,977 ਕਿੱਥੋਂ ਠੀਕ ਹੋਏ ਹੋ? ਮੈਂ ਇੱਥੋਂ ਹੀ ਠੀਕ ਹੋਇਆ ਜੀ। ਮੈਨੂੰ ਨਾ ਸੁਰਾਈਸਿਸ ਨਾਲ ਐਥਰਾਈਟਿਸ। ਹੁਣ ਕਿਵੇਂ ਹੋ? ਮੈਂ 95% ਠੀਕ ਹਾਂ। 95% ਠੀਕ। ਹਾਂਜੀ। ਪਰਮਾਤਮਾ ਇਹਨੂੰ ਰੱਬ दिन दुगुनी रात चौगुनी गिनती करवाए। मेरे वास्ते तो 1.25 लाख पर गए हैं। इतनी मोटी चमड़ी उतरी, मैं रोई करूँ दिन रात, बहुत बुरा हाल था। ਕਹਿੰਦੇ ਮੈਂ ਰੋਂਦਾ ਸੀਗਾ ਦਿਨ ਰਾਤ, ਇੰਨੀ ਮੋਟੀ ਚਮੜੀ ਹੋ ਗਈ। ਅੱਖਾਂ ਤੇ ਵੀ ਦਿਖਣਾ ਬੰਦ ਹੋ ਗਿਆ ਤਾਂ ਲੈਂਸ ਵੀ ਪੜ ਗਿਆ। ਤਨ ਕੀ ਅੱਖ ਮਤ ਪਵਾ ਦਿਆ ਮੈਨੇ। ਸਰ 23 ਅਕਤੂਬਰ ਦਾ ਮੇਰੇ ਕੋਲ ਅਲਟਰਾਸਾਊਂਡ ਪਿਆ। ਮੈਂ ਅਲਟਰਾਸਾਊਂਡ ਦੀ ਰਿਪੋਰਟ ਦੇਖੀ, ਮੈਂ ਕਿਹਾ ਜੀ ਲਿਖਿਆ ਜੀ 25 ਤੋਂ 26 mm। ਮੈਂ ਇੱਥੇ ਫੋਨ ਕਰ ਦਿੱਤਾ, ਮੈਂ ਕਿਹਾ ਜੇ ਤਾਂ 25 ਤੋਂ 26 mm ਹੈਗੀ ਹੈ ਮੇਰੀ ਪੱਥਰੀ, ਮੇਰੀ ਤਾਂ ਇੰਨੀ ਸੀ। ਤੇ ਅਜੇ ਮੈਂ ਆਪਣੇ ਆਪ ਹੀ ਦੇਖ ਲਿਆ ਸਰ, ਮੈਂ ਨੰਬਰਿੰਗ ਤੁਹਾਨੂੰ ਵੀ ਦਿਖਾ ਰਹੀ ਹਾਂ। ਜਦੋਂ ਮੈਂ ਕਾਬਿਲ ਡਾਕਟਰ ਨੂੰ ਦਿਖਾਇਆ, ਉਹ ਕਹਿੰਦੇ ਕਿ ਤੁਹਾਡੀ ਨਾ ਇਹ ਪੱਥਰੀ ਹੈ ਨਾ ਜਿਹੜੀ, ਇਹ ਟੁੱਟ ਕੇ ਬਿਖਰ ਚੁੱਕੀ ਹੈ, ਇਹਦੇ ਵਿੱਚ ਹੋਲ ਹੋ ਚੁੱਕੇ ਜੋ ਇਹ ਰਿਪੋਰਟ ਦੇ ਮੁਤਾਬਿਕ ਹੈ। ਮੇਰਾ ਪੀਜੀਆਈ ਦੀ ਰਿਪੋਰਟ ਹੈ ਜੀ, ਇਹਦੇ ਵਿੱਚ ਮੇਰੀ ਦਿਖਾ ਰਹੇ ਹੈ 27 ਤੋਂ ਮੇਰੀ 26 mm ਦੀ ਪੱਥਰੀ, ਇਹਦੇ ਵਿੱਚ ਮੇਰੀ 15 mm ਰਹਿ ਗਈ ਹੈ। ਸਰ ਤੁਸੀਂ ਰਿਪੋਰਟ ਪੜ੍ਹ ਕੇ ਇਹ 15 mm ਲਿਖਿਆ ਇਹਦੇ ਤੇ, ਪੀਜੀਆਈ ਦੀ ਰਿਪੋਰਟ 28 ਫਰਵਰੀ ਦੀ, ਜਿਹਦੇ ਵਿੱਚ ਲਿਖਿਆ ਹੈ ਕਿ ਤੁਹਾਡੇ ਗਾਲ ਬਲੈਡਰ ਵਿੱਚ ਸਟੋਨ ਹੈ ਨਹੀਂ ਆ। ਅੱਛਾ। ਮੈਂ ਸਰਜਰੀ ਵਾਸਤੇ ਡੇਟ ਵੀ ਲੈ ਲਈ, ਡੇਟ ਹੋ ਗਈ ਫਾਈਨਲ। ਤੇ ਫਿਰ ਮੈਂ ਜਦੋਂ ਇੱਕ ਦਿਨ ਪਹਿਲਾਂ ਸਾਰੇ ਟੈਸਟ ਹੁੰਦੇ ਆ, ਮੈਂ ਟੈਸਟ ਵੀ ਕਰਾ ਲਏ ਸਾਰੇ। ਜਦੋਂ ਫਾਈਨਲ ਰਿਪੋਰਟ ਆਈ ਅਲਟਰਾਸਾਊਂਡ ਵਾਲੀ, ਉਹਦੇ 'ਚ ਮੇਰੀ ਸਟੋਨ ਜੋ ਸੀ ਉਹ ਮੈਲਟ ਹੋਏ ਹੋਏ ਸੀ ਅੱਧੇ। ਵੈਦ ਸਾਹਿਬ ਨੇ ਇਹਨਾਂ ਨੇ ਕਿਹਾ ਸੀ ਕਿ ਤੁਸੀਂ 3 ਮੰਥ ਖਾਣੀ ਹੈ, ਪਰ ਮੈਂ ਜ਼ਿਆਦਾ ਫੇਥ ਨਾ ਕਰਕੇ ਮੈਂ ਇੱਕੋ ਹੀ ਮੰਥ ਖਾਈ। ਇੱਕ ਮਹੀਨਾ ਬਾਅਦ ਹੀ ਦੁਬਾਰਾ ਰਿਪੋਰਟ ਕਰਵਾਉਣ ਚਲੇ ਗਏ? ਮੈਂ ਸਰਜਰੀ ਕਰਾਉਣ ਚਲੀ ਗਈ। ਸਰਜਰੀ ਕਰਾਉਣ? ਨਹੀਂ, ਸਰਜਰੀ ਨੈਕਸਟ ਡੇ ਮੇਰੀ ਸਰਜਰੀ ਸੀ। ਤੇ ਅੱਜ ਮੇਰੇ ਜਦੋਂ ਰਿਪੋਰਟ ਆਈ ਤੇ ਉਹ ਅੱਧੇ ਸੀ, ਫਿਰ ਮੇਰੀ ਅੱਖਾਂ ਖੁੱਲ ਗਈ। ਮੈਂ ਤਾਂ ਆਪ ਹੈਰਾਨ ਇਸ ਗੱਲ ਤੋਂ, ਕਦੇ ਸੋਚਿਆ ਹੀ ਨਹੀਂ ਸੀਗਾ ਵੀ ਪਿੱਤੇ ਦੀ ਪੱਥਰੀ ਵੀ ਨਿਕਲ ਜੂਗੀ। ਉਹਨਾਂ ਦੀ ਪੱਥਰੀ ਵੀ ਬਿਲਕੁਲ ਸਾਫ਼ ਹੋ ਗਈ, ਔਰ ਉਸ ਤੋਂ ਬਾਅਦ ਜਿਹੜੀ ਉਹਨਾਂ ਦੇ ਅੰਦਰ ਦੀ ਮਲਟੀ ਸੀਗੀਆਂ ਪ੍ਰੋਬਲਮ, ਸਾਰੀਆਂ ਠੀਕ ਆ। ਹੁਣ ਆਰਾਮ ਨਾਲ ਪੌੜੀਆਂ ਚੜ੍ਹਦੇ ਆ, ਘਰ ਦਾ ਕੰਮ ਵੀ ਕਰ ਰਹੇ ਆ। ਅਸੀਂ ਪਿੱਤੇ ਦੀ ਪੱਥਰੀ ਕਰਦੇ ਹਾਂ ਜੀ, ਬੱਚਿਆਂ ਦੀ ਰਸੌਲੀ ਕਰਦੇ ਹਾਂ ਜੀ। ਇਸ ਕਰਕੇ ਤੁਹਾਡੇ ਸਾਹਮਣੇ ਪ੍ਰੂਫ ਨੇ ਜੀ, ਕਿਉਂ ਗੱਲਾਂ ਤਾਂ ਹਰੇਕ ਕਰੀ ਜਾਂਦਾ ਬੈਠ ਕੇ ਜੀ। ਉਹ 114 ਜਦ ਕਿ ਨਾਰਮਲ ਜਿਹੜਾ ਪਲਸ ਕਾਊਂਟ ਹੈ 72 ਰਹਿਣਾ ਚਾਹੀਦਾ। ਤੋ ਮੈਂ 4-5 ਸਾਲ ਤੋਂ ਲਿਬਰੈਕਸ ਦਾ ਸਿਪਲਾਰ ਖਾ ਰਿਹਾ ਸੀ, ਜਿਹੜੀਆਂ ਇਹਨੂੰ ਰੈਗੂਲੇਟ ਕਰਨ ਵਾਲੀਆਂ ਹੁੰਦੀਆਂ ਨੇ ਮੈਡੀਸਿਨ। ਤੇ ਮੁੜ ਕੇ ਮੈਂ ਇਹਨਾਂ ਕੋਲ ਹੀ ਆਇਆ ਸੀਗਾ, ਇਹਨਾਂ ਨੇ ਮੈਨੂੰ ਦਵਾਈ ਦਿੱਤੀ। ਤੇ ਪਹਿਲਾਂ ਤਾਂ ਮੈਂ 2 ਦਿਨ ਸਿਪਲਾਰ ਵੀ ਨਾਲ ਹੀ ਖਾਂਦਾ ਰਿਹਾ। ਫਿਰ ਮੈਂ ਇਹਨਾਂ ਨਾਲ ਫੋਨ ਤੇ ਗੱਲ ਕੀਤੀ, ਕਹਿੰਦੇ ਉਹ ਬੰਦ ਕਰ ਦਿਓ, ਐਲੋਪੈਥੀ ਵਾਲੀ ਬਿਲਕੁਲ ਬੰਦ ਕਰ ਦਿਓ, ਸਿਰਫ ਇਹੀ ਖਾਓ। ਔਰ ਮੈਂ ਹੁਣ ਪਿਛਲੇ 15-20 ਦਿਨਾਂ ਤੋਂ ਖਾ ਰਿਹਾ ਜੀ, ਔਰ ਮੇਰੇ ਬਹੁਤ ਪਲਸ ਰੇਟ ਘਟਿਆ, ਹੁਣ ਨਾਰਮਲ ਹੋਇਆ? ਹੁਣ ਨਾਰਮਲ ਹੈ ਜੀ। ਐਸੇ ਸਾਲ ਜਨਵਰੀ 'ਚ 6th of Jan ਨੂੰ ਮੈਨੂੰ ਬੋਲ ਪੈਲਸੀ, ਹਾਫ ਫੇਸ ਪੈਰਾਲਿਸਿਸ ਹੋ ਗਿਆ ਮੇਰਾ। ਹਾਂਜੀ, ਰਾਈਟ ਪਾਸੇ ਪੂਰਾ ਕੰਮ ਕਰ। ਠੀਕ ਹੋ ਬਿਲਕੁਲ ਹੁਣ? ਬਿਲਕੁਲ ਅਸੀਂ ਦੇਖ ਰਹੇ ਹਾਂ ਤੁਹਾਨੂੰ। ਹਾਂ। ਉਹਨੂੰ ਮਤਲਬ ਆਪਾਂ ਪੰਜਾਬੀ 'ਚ ਕਹਿ ਦਈਏ ਹਨਾ, ਕੁੱਤੇ ਖੰਘ ਸੀਗੀ ਉਹਨੂੰ, ਔਰ ਉਹਨੂੰ ਕਿਤੋਂ ਵੀ ਠੀਕ ਨਹੀਂ ਹੋਈ ਸੀਗੀ। ਉਹਨੇ ਮਤਲਬ ਬਹੁਤ ਧੱਕੇ ਖਾਦੇ ਹਨਾ, ਡਾਕਟਰ ਬਹੁਤ ਚੇਂਜ ਕੀਤੇ, ਪਰ ਜਦੋਂ ਉਹਨੇ ਇੱਥੇ ਮਤਲਬ ਮੇਰੇ ਨਾਲ ਗੱਲ ਕੀਤੀ, ਯਾਰ ਆਪਾਂ ਵੀ ਦਵਾਈ ਲੈ ਲਈਏ ਇੱਥੋਂ, ਮੈਂ ਕਿਹਾ ਹਾਂ ਜ਼ਰੂਰ ਲੈਣੀ ਚਾਹੀਦੀ ਆ। ਉਹਨੇ ਦਵਾਈ ਲਈ ਜੀ, 15 ਦਿਨ ਦਵਾਈ ਲਈ। 15 ਦਿਨ ਦੇ ਵਿੱਚ ਬਿਲਕੁਲ ਉਹਦੀ ਖਾਂਸੀ ਸਹੀ ਸੀਗੀ। बस हल्के हल्के बिल्कुल लाइट जे ब्लैक जे होए, बाकी सारी क्लीयर बॉडी। ਪਹਿਲਾਂ ਕਿਸ ਤਰ੍ਹਾਂ ਦੀ ਸੀ? ਪਹਿਲਾਂ ਹਾਂ ਜ਼ਖਮ ਹੋਏ ਸੀ ਤੇ ਮਤਲਬ ਕਿ ਸਕਿਨ ਦੇ ਉੱਪਰ ਸਕਿਨ ਆਉਂਦੀ ਰਹਿੰਦੀ ਸੀ ਤੇ ਝੜਦੀ ਰਹਿੰਦੀ ਸੀ ਤੇ ਇਚਿੰਗ ਹੋਈ ਜਾਂਦੀ ਸੀ। ਤੇ ਬਲਕਿ ਇਹ ਤੋਂ ਪਹਿਲਾਂ ਵੀ ਸਾਰੀ ਐਲੋਪੈਥੀ, ਮਤਲਬ ਕਿ ਆਯੁਰਵੈਦਿਕ, ਹੋਮਿਓਪੈਥਿਕ ਤੇ ਈਵਨ ਕਿ ਨੈਚੁਰਲਪੈਥੀ ਮੈਂ ਸਾਰੇ ਕਰਕੇ ਯੂਜ਼ ਕਰ ਦੇਖ ਲਏ। ਤੁਹਾਨੂੰ ਕੋਈ ਸਿਖਾ ਕੇ ਤਾਂ ਨਹੀਂ ਭੇਜ ਰਿਹਾ ਇੱਥੇ? ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਤੇ ਮੈਂ ਕਹਿੰਦਾ ਜਿਹਨੂੰ ਕੋਈ ਬਿਲਕੁਲ ਪ੍ਰੋਬਲਮ ਜੈਨੂਨ ਹੈਗੀ ਹੈ, ਉਹ ਇੱਕ ਵਾਰ ਇੱਥੇ ਵੈਦ ਸਾਹਿਬ ਕੋਲ ਜ਼ਰੂਰ ਆਉਣ।
ਦਵਾਈਆਂ ਦਾ ਅਸਰਦਾਰ ਹੋਣ ਦਾ ਕਾਰਨ ਕੀ ਹੈ, ਇਹ ਵੀ ਜਾਣਨਾ ਚਾਹੁੰਦੇ ਹਾਂ ਅਸੀਂ। ਨਹੀਂ ਚਲੋ ਅਸੀਂ ਵੀ ਇਹ ਮੰਨ ਕੇ ਚੱਲ ਰਹੇ ਹਾਂ ਵੀ ਇਹ ਕੰਮ ਅਸੀਂ ਵੀ ਨਹੀਂ ਕਰ ਰਹੇ, ਸਾਤੋਂ ਵੀ ਸੱਚੇ ਪਾਤਸ਼ਾਹ ਕਰਵਾ ਰਿਹਾ ਹੈ। ਪਰਮਾਤਮਾ ਹੈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਬੈਠਾ ਹੈ। ਹਰ ਆਉਣ ਵਾਲੇ ਆਦਮੀ ਨੂੰ ਪਹਿਲਾਂ ਲੰਗਰ ਛਕਾਇਆ ਜਾਂਦਾ ਹੈ, ਔਰ ਉਸ ਤੋਂ ਵੱਡੀ ਗੱਲ ਜੇ ਕਿਸੇ ਕੋਲੇ ਨਹੀਂ ਵੀ ਇੰਤਜ਼ਾਮ ਹੈਗਾ, ਲੱਖਾਂ ਰੁਪਏ ਦੀ ਦਵਾਈ ਹੈ ਕੈਂਸਰ ਦੀ, ਮੈਂ ਤੁਹਾਨੂੰ ਦੱਸਾਂ, ਮੈਂ ਆਪਣੇ ਸਾਹਮਣੇ ਦੇਖਿਆ ਕਿ ਫ੍ਰੀ ਵੀ ਦਿੰਦੇ ਆ। ਔਰ ਮੈਂ ਇਹ ਵੀ ਦੇਖਿਆ ਕਿ ਇਹ ਦਵਾਈ ਦੇ ਵਿੱਚ ਕੋਈ ਵੀ ਸਟੀਰੋਇਡ ਯੂਜ਼ ਨਹੀਂ ਕਰਦੇ। ਜਿਹੜੀ ਇਹਨਾਂ ਦੀ ਖਾਸੀਅਤ ਹੈ ਦਵਾਈ ਦੀ, ਇਹ ਦਵਾਈ ਬਿਲਕੁਲ ਪਿਓਰ ਯੂਜ਼ ਕਰਦੇ ਨੇ, ਇਹ ਉਹਦੇ ਵਿੱਚ ਕੋਈ ਵੀ ਚੀਜ਼ ਘਟੀਆ ਨਹੀਂ ਪਾਉਂਦੇ। ਨਾ ਤਾਂ ਅਸੀਂ ਕੋਈ ਨਸ਼ਾ ਪਾਉਂਦੇ ਜੀ ਤੇ ਨਾ ਕੋਈ ਸਟੀਰੋਇਡ ਪਾਉਂਦੇ ਜੀ। ਤੁਸੀਂ ਦੱਸਿਆ ਸੀ ਕਿ ਫੋਰਨ ਜਾਂਦੀਆਂ ਨੇ ਮੈਡੀਸਨ। ਸਾਡੀ ਹਰੇਕ ਫੌਰਨ 'ਚ ਦਵਾਈ ਇਸ ਕਰਕੇ ਜਾਂਦੀ ਹੈ ਭਰਾ ਵੀ ਨਾ ਕਿਸੇ ਦਵਾਈ 'ਚ ਸਟੀਰੋਇਡ ਆ, ਨਾ ਕਿਸੇ ਕੋਲ ਨਸ਼ਾ ਹੈ। ਉਹ ਜਦੋਂ ਇੱਥੇ ਆਏ ਮੇਰੇ ਨਾਲ ਤੇ ਉਹ ਦਵਾਈ ਲੈਣ ਤੋਂ ਬਾਅਦ 4 ਦਿਨ ਬਾਅਦ ਹੀ ਉਹਨਾਂ ਦਾ ਪੰਪ ਬੰਦ ਹੋ ਗਿਆ, ਔਰ ਅੱਜ ਤੱਕ ਉਹਨਾਂ ਨੇ ਪੰਪ ਨਹੀਂ ਲਿਆ। ਇਨਹੇਲਰ ਅਸਥਮਾ ਲਈ ਲੈਣਾ ਪੈਂਦਾ, ਉਹ ਨਹੀਂ ਲੈਣਾ, ਨਹੀਂ ਲੈ ਰਹੇ। ਜਿਵੇਂ ਤੁਸੀਂ ਕਹਿੰਦੇ ਸੀਗੇ ਕਿ ਵਾਲ ਆ ਜਾਂਦੇ ਨੇ ਜੇ ਕਿਸੇ ਦੇ ਗੰਜਾਪਣ ਹੁੰਦਾ ਹੈ, ਵਾਲ ਝੜਦੇ ਨੇ। ਇਹ ਤਾਂ ਬੱਚੀ ਛੋਟੀਆਂ ਗੱਲਾਂ ਨੇ ਬਹੁਤ ਜ਼ਿਆਦਾ ਜੀ, ਨਿਗਾਹ ਦੀ ਹੋ ਗਈ, ਬਾਲਾਂ ਦੀ, ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਜੀ। ਜਿਵੇਂ ਇੱਕ ਬਿਮਾਰੀ ਜਿਹੜੀ ਕੈਂਸਰ, ਜਿਹਦਾ ਲੋਕ ਨਾਮ ਲੈਣ ਤੋਂ ਵੀ ਡਰਦੇ ਨੇ, ਉਹਦਾ ਵੀ ਇੱਥੇ ਦੇਖਿਆ ਕਿ ਉਹਦਾ ਵੀ ਇਲਾਜ ਕੀਤਾ ਤੁਸੀਂ। ਕੈਂਸਰ ਦੀ ਅਸੀਂ ਦਵਾਈ 2-3 ਮਹੀਨੇ ਦਿੰਦੇ ਹਾਂ ਜੀ, 2-3 ਮਹੀਨੇ 'ਚ ਬੰਦਾ ਠੀਕ ਹੋ ਜਾਂਦਾ। ਕਿਸੇ ਨੂੰ ਵੱਧ ਵੀ ਖਾਣੇ ਪੈ ਸਕਦੇ ਜੀ, ਪਰ ਉਹ ਘੱਟ ਗਿਣਤੀ ਦੇ ਬੰਦੇ ਨੇ ਜੀ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਰਣਬੀਰ ਸਿੰਘ ਰਾਣਾ। ਦੁੱਖ ਦੂਰ ਦਵਾਖਾਨਾ ਪਹੁੰਚੇ ਹੋਏ ਹਾਂ। ਪਹਿਲਾਂ ਵੀ ਅਸੀਂ ਇੰਟਰਵਿਊਜ਼ ਦੁੱਖ ਦੂਰ ਦਵਾਖਾਨਾ ਦੇ ਵੈਦ ਪੰਨੂ ਸਾਹਿਬ ਦੀਆਂ ਲਈਆਂ ਨੇ, ਪਰ ਅੱਜ ਗਰਾਊਂਡ ਰਿਐਲਿਟੀ ਚੈੱਕ ਕਰਾਂਗੇ ਕਿ ਵਾਕਈ ਹੀ ਇੱਥੇ ਜਿਹੜੇ ਮਰੀਜ਼ ਆਉਂਦੇ ਨੇ ਉਹ ਠੀਕ ਵੀ ਹੁੰਦੇ ਨੇ, ਕਿ ਆਯੁਰਵੈਦ ਦੇ ਵਿੱਚ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਹੈ, ਜਾਂ ਕਿੰਨਾ ਇਲਾਜ ਹੁਣ ਤੱਕ ਜਿਹੜੇ ਮਰੀਜ਼ ਆਉਂਦੇ ਨੇ ਉਹਨਾਂ ਦਾ ਹੋ ਚੁੱਕਿਆ। ਤੇ ਅੱਜ ਅਸੀਂ ਪਹੁੰਚੇ ਹਾਂ ਦੁੱਖ ਦੂਰ ਦਵਾਖਾਨਾ ਦੇ ਵਿੱਚ, ਤੁਹਾਨੂੰ ਵੀ ਲੈ ਚੱਲਦੇ ਹਾਂ ਕਿਹੜੇ ਮਰੀਜ਼ ਨੇ ਆਏ ਤੇ ਕੀ ਕੁਝ ਕਹਿ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਡੇਲੀ ਪੋਸਟ ਤੋਂ ਆਇਆ ਜੀ। ਅਸੀਂ ਪਹਿਲਾਂ ਵੈਦ ਸਾਹਿਬ ਦੀ ਇੰਟਰਵਿਊ ਕੀਤੀ ਸੀਗੀ, ਤੇ ਇੰਟਰਵਿਊ ਕਰਨ ਤੋਂ ਬਾਅਦ ਉਹਨਾਂ ਨੇ ਕਾਫੀ ਕਿਹਾ ਕਿ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਠੀਕ ਕਰ ਦਿੰਦੇ ਹਾਂ, ਪਰ ਅਸੀਂ ਅੱਜ ਤੁਹਾਡੇ ਕੋਲ ਤਾਂ ਆਏ ਹਾਂ ਕਿ ਅਸੀਂ ਜਾਣ ਸਕੀਏ ਕਿ ਵਾਕਈ ਬਿਮਾਰੀਆਂ ਜਿਹੜੀਆਂ ਨੇ ਉਹ ਠੀਕ ਹੁੰਦੀਆਂ ਵੀ ਨੇ, ਜਾਂ ਜਿਹੜਾ ਆਯੁਰਵੈਦ ਦੇ ਵਿੱਚ ਜਿਹੜਾ ਇਲਾਜ ਦੱਸਿਆ ਜਾਂਦਾ, ਜਿਹੜਾ ਦੱਸਿਆ ਜਾ ਰਿਹਾ ਹੈ ਕਿ ਉਹ ਇਲਾਜ ਵਾਕਈ ਹੀ ਲੋਕਾਂ ਦੇ ਬਿਮਾਰੀਆਂ ਨੂੰ ਠੀਕ ਵੀ ਕਰ ਰਿਹਾ, ਕੰਮ ਵੀ ਆ ਰਿਹਾ। ਤਾਂ ਅਸੀਂ ਬਹੁਤ ਸਾਰੇ ਜਿਹੜੇ ਮਰੀਜ਼ ਬੈਠੇ ਨੇ ਇੱਥੇ ਦੁੱਖ ਦੂਰ ਦਵਾਖਾਨਾ ਦੇ ਵਿੱਚ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੇ ਇੱਥੇ ਆਏ ਨੇ। ਸਰ ਕੀ ਨਾਮ ਹੈ ਜੀ ਤੁਹਾਡਾ? BS ਸੰਧੂ। ਤੇ ਤੁਸੀਂ ਇੱਥੇ ਪਹਿਲਾਂ ਵੀ ਆਏ ਹੋ ਜਾਂ ਫਸਟ ਟਾਈਮ ਹੈਗਾ? ਅਸੀਂ ਕਾਫੀ ਵਾਰੀ ਆਨੇ ਆ ਇੱਥੇ, ਔਰ ਕਾਫੀ ਲੋਕਾਂ ਨੂੰ ਲੈ ਕੇ ਵੀ ਆਨੇ ਆ ਇੱਥੇ, ਠੀਕ ਹੈ, ਕਿਉਂਕਿ ਮੇਰੇ ਵਾਈਫ ਇੱਥੋਂ ਠੀਕ ਹੋਏ ਨੇ ਜੀ। ਇਹਨਾਂ ਦੇ ਮਤਲਬ ਇਹ ਐਜੂਕੇਸ਼ਨਿਸਟ ਵੀ ਹੈਗੇ ਗਵਰਨਮੈਂਟ ਦੇ, ਤੇ ਨਾਲ ਇਹ ਸਿੰਗਰ ਵੀ ਹੈਗੇ ਨੇ। ਅੱਛਾ, ਕੀ ਮੈਮ ਕੀ ਦਿੱਕਤ ਆ ਗਈ ਸੀਗੀ, ਕੀ ਗੱਲ ਹੋ ਗਈ ਸੀਗੀ? ਮੈਨੂੰ ਪਹਿਲੇ ਤਾਂ ਸਟੋਨ, ਗੋਲ ਬਲੈਡਰ ਸਟੋਨ ਸੀ ਜੀ, ਤੇ ਫਿਰ ਆਪਰੇਟ ਕਰਨ ਵਾਸਤੇ ਡਾਕਟਰਾਂ ਨੇ ਕਿਹਾ ਕਿ ਆਪਰੇਟ ਕਰਨਾ ਪੈਣਾ, ਤੇ ਫਿਰ ਮੈਂ ਉਦੋਂ ਹੀ ਫਸਟ ਟਾਈਮ ਇੱਥੇ ਆਈ ਸੀ, ਤੇ ਫਿਰ ਮੈਂ ਇੱਥੇ ਦਵਾਈ ਲਈ। ਪਰ ਮੈਂ ਉਹੀ ਗੱਲ ਹੈ, ਜਿਹੜੀ ਗੱਲ ਤੁਸੀਂ ਐਵਰੀ ਪਰਸਨ ਜਿਹੜੇ ਬੋਲਦੇ ਹੈ ਕਿ ਤੁਸੀਂ ਗੋਲ ਬਲੈਡਰ ਰਿਮੂਵ ਕਰਨਾ ਪੈਣਾ। ਲੋਕ ਕਹਿੰਦੇ ਨੇ ਕਿ ਗੋਲ ਬਲੈਡਰ ਤਾਂ ਰਿਮੂਵ ਕਰਨਾ ਪੈਂਦਾ, ਸਟੋਨ ਨਹੀਂ ਨਿਕਲਣਾ ਹੈਗਾ, ਸਾਰਾ ਗੋਲ ਬਲੈਡਰ ਹੀ ਨਿਕਲੂਗਾ, ਪਿੱਤਾ ਨਿਕਲੂਗਾ, ਪੱਥਰੀ ਨਹੀਂ ਨਿਕਲਦੀ। ਤੇ ਸੇਮ ਮੈਂ ਵੀ ਜਦੋਂ ਫਿਰ ਦਵਾਈ ਤੇ ਲੈ ਗਈ ਇੱਥੋਂ, ਬਟ ਜਦੋਂ ਪਬਲਿਕ ਵਿਊਜ਼ ਮੈਂ ਲਏ ਤੇ ਮੈਂ ਕਿਹਾ ਵੀ ਕਢਾਉਣੀ ਹੀ ਪੈਣੀ ਮੈਨੂੰ ਵੀ, ਤੇ ਮੈਂ ਮੈਕਸ 'ਚ ਡਾਕਟਰ ਦੇ ਕੋਲ ਗਈ। ਮੈਂ ਸਰਜਰੀ ਵਾਸਤੇ ਡੇਟ ਵੀ ਲੈ ਲਈ, ਡੇਟ ਹੋ ਗਈ ਫਾਈਨਲ। ਤੇ ਫਿਰ ਮੈਂ ਜਦੋਂ ਇੱਕ ਦਿਨ ਪਹਿਲਾਂ ਸਾਰੇ ਟੈਸਟ ਹੁੰਦੇ ਆ, ਮੈਂ ਟੈਸਟ ਵੀ ਕਰਾ ਲਏ ਸਾਰੇ। ਜਦੋਂ ਫਾਈਨਲ ਰਿਪੋਰਟ ਆਈ ਅਲਟਰਾਸਾਊਂਡ ਵਾਲੀ, ਉਹਦੇ 'ਚ ਮੇਰੀ ਸਟੋਨ ਜੋ ਸੀ ਉਹ ਮੈਲਟ ਹੋਏ ਹੋਏ ਸੀ ਅੱਧੇ, ਮਤਲਬ ਜਿੰਨੇ ਪਹਿਲੇ ਵੱਡੇ ਸੀ, ਪਰ ਮੈਂ ਖਾਦੀ ਵੀ ਇੱਕੋ ਹੀ ਮੰਥ ਸੀ,
ਵੈਦ ਸਾਹਿਬ ਨੇ ਇਹਨਾਂ ਨੇ ਕਿਹਾ ਸੀ ਕਿ ਤੁਸੀਂ 3 ਮੰਥ ਖਾਣੀ ਹੈ, ਪਰ ਮੈਂ ਜ਼ਿਆਦਾ ਫੇਥ ਨਾ ਕਰਕੇ ਮੈਂ ਇੱਕੋ ਹੀ ਮੰਥ ਖਾਈ। ਤੁਸੀਂ 1 ਮਹੀਨਾ ਬਾਅਦ ਹੀ ਦੁਬਾਰਾ ਰਿਪੋਰਟ ਕਰਵਾਉਣ ਚਲੇ ਗਏ? ਮੈਂ ਸਰਜਰੀ ਕਰਾਉਣ ਚਲੀ ਗਈ। ਸਰਜਰੀ ਕਰਾਉਣ? ਨਹੀਂ, ਸਰਜਰੀ ਨੈਕਸਟ ਡੇ ਮੇਰੀ ਸਰਜਰੀ ਸੀ, ਤੇ ਅੱਜ ਮੇਰੇ ਜਦੋਂ ਰਿਪੋਰਟ ਆਈ ਤੇ ਉਹ ਅੱਧੇ ਸੀ, ਤੇ ਫਿਰ ਮੇਰੀ ਅੱਖਾਂ ਖੁੱਲ ਗਈ। ਫਿਰ ਮੈਂ ਤੇ ਉੱਥੇ ਹੀ ਸਰਜਰੀ ਕੈਂਸਲ ਕਰੀ, ਤੇ ਫਿਰ ਦੁਬਾਰਾ ਵੈਦ ਜੀ ਕੋਲ ਆਈ ਕਿ ਮੈਨੂੰ ਅੱਗੇ ਜਿਹੜੇ 2 ਮੰਥ ਹੋਰ ਹੈ ਉਹ ਦਿਓ, ਤੇ ਹੁਣ ਮੇਰਾ 2nd ਮੰਥ ਚੱਲਦਾ ਹੈ, ਫਿਰ ਮੈਂ ਨੈਕਸਟ ਟਾਈਮ ਫੇਰ ਕਰਾਵਾਂਗੀ। ਠੀਕ ਹੈ, ਤੁਹਾਨੂੰ ਵਿਸ਼ਵਾਸ ਹੈ ਕਿ ਜਿਹੜਾ ਆਯੁਰਵੈਦ ਦੇ ਵਿੱਚ ਦਵਾਈ ਦੇ ਨਾਲ ਪਿੱਤੇ ਦੇ ਵਿੱਚੋਂ ਵੀ ਪੱਥਰੀ ਨਿਕਲ ਜਾਂਦੀ ਹੈ, ਉਹ ਤੁਹਾਡੇ ਨਾਲ ਹੋਇਆ ਇਸ ਤਰ੍ਹਾਂ ਕਿ ਤੁਹਾਡੀ ਕਾਫੀ ਹੱਦ ਤੱਕ ਮੈਲਟ ਹੋ ਗਈ ਹੈ? ਮੈਂ ਸਰਜਰੀ ਕੈਂਸਲ ਕਰਤੀ, ਤੇ ਇੱਕ ਤਾਂ ਉਹ ਵਾਲਾ ਕੇਸ ਸੀ, ਤੇ ਸੈਕੰਡ ਮੇਰਾ ਫਿਰ ਇੱਕ ਹੋਰ ਮੇਜਰ ਪ੍ਰੋਬਲਮ ਜਿਹੜੀ ਮੈਨੂੰ ਆਈ ਐਸੇ ਸਾਲ ਜਨਵਰੀ 'ਚ 6th of Jan ਨੂੰ ਮੈਨੂੰ ਬॉल ਪੈਲਸੀ ਹਾਫ ਫੇਸ ਪੈਰਾਲਿਸਿਸ ਹੋ ਗਿਆ ਮੇਰਾ। ਹਾਂਜੀ, ਰਾਈਟ ਪਾਸੇ ਪੂਰਾ ਕੰਮ ਕਰ ਠੀਕ ਹੋ ਬਿਲਕੁਲ? ਹੁਣ ਬਿਲਕੁਲ ਅਸੀਂ ਦੇਖ ਰਹੇ ਹਾਂ ਤੁਹਾਨੂੰ। ਹਾਂ 6th। ਲੋਕ ਵਿਸ਼ਵਾਸ ਕਈ ਵਾਰੀ ਕਰਦੇ ਨਹੀਂ ਹੈਗੇ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਜਿਹੜੇ ਲੋਕ ਨੇ ਇੱਥੇ ਉਹ ਪਲੰਟਡ ਬਿਠਾਏ ਹੋਏ ਲੋਕ ਨੇ, ਕਿ ਆਪ ਲਿਆਂਦੇ ਹੋਏ ਲੋਕ ਨੇ। ਸ਼ਾਇਦ ਬਹੁਤ ਸਾਰੇ ਲੋਕ ਇਹ ਵੀ ਕਹਿ ਦਿੰਦੇ ਨੇ ਪਤਾ ਨਹੀਂ ਪੈਸੇ ਦੇ ਕੇ ਹੀ ਲਿਆਂਦੇ ਹੋਣੇ ਆ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਲੋਕੀ ਸੋਚ ਸਕਦੇ ਹੈ ਕਿ ਵੀ ਉੱਦਾਂ ਹੀ ਲੈ ਕੇ ਆਏ ਹੋਣੇ, ਬਟ ਮੇਰੇ ਨਾਲ ਪ੍ਰੈਕਟੀਕਲ ਹੋਇਆ ਹੈ। ਤੇ ਜੇ ਮੈਨੂੰ ਪੁੱਛੋ ਉੱਦਾਂ ਤੇ ਮੈਂ ਇੰਗਲਿਸ਼ PGT ਹਰਿਆਣਾ ਗਵਰਨਮੈਂਟ 'ਚ ਲੈਕਚਰਰ ਹੈਗੀ, ਬਟ ਐਜ਼ ਅ ਹੌਬੀ ਮੈਂ ਸਿੰਗਿੰਗ ਵੀ ਕਰਦੀ ਹਾਂ। ਆਈ ਐਮ ਮਿਸਿਸ 2020, ਮਿਸਿਸ ਇੰਡੀਆ 2020 ਆਲਸੋ ਬਿਊਟੀ ਪੇਜੈਂਟ 'ਚ, ਤੇ ਐਜ਼ ਅ ਹੌਬੀ ਮੈਂ ਸਿੰਗਿੰਗ ਵੀ ਕਰਦੀ ਹਾਂ। ਮੇਰਾ ਸ਼ੁਭ ਨਾਮ ਰਹਿ ਗਿਆ ਮੇਰੇ ਤੋਂ ਪੁੱਛਣਾ। ਹਾਂਜੀ, ਉਹ ਗੱਲ ਹੀ ਇਦਾਂ ਸ਼ੁਰੂ ਹੋਈ ਨਾ, ਮੈਂ ਕਵੀ ਸੰਧੂ, ਐਜ਼ ਅ ਹੌਬੀ ਮੈਂ ਸਿੰਗਿੰਗ ਕਰਦੀ ਹਾਂ ਹੁਣ। ਠੀਕ ਹੈ, ਤੁਹਾਡਾ ਗਾਣਾ ਵੀ ਸੁਣਾਂਗੇ ਅਸੀਂ ਜ਼ਰੂਰ। ਹੁਣ ਮੈਂ ਹੋਰ ਮਰੀਜ਼ਾਂ ਤੋਂ ਵੀ ਜਾਣਦਾ ਹਾਂ, ਤਾਂ ਤੁਸੀਂ ਦੇਖਿਆ ਕਿ ਕਵੀ ਸੰਧੂ ਜਿਹੜੇ ਨੇ ਉਹ ਇੱਥੇ ਆਏ ਨੇ, ਤੇ ਉਹਨਾਂ ਨੇ ਦੱਸਿਆ ਕਿ ਪੈਰਾਲਿਸਿਸ ਹੋਇਆ। ਉਹਨਾਂ ਦੀ ਤਸਵੀਰ ਵੀ ਤੁਹਾਨੂੰ ਦਿਖਾਉਂਦੇ ਆ, ਪਹਿਲਾਂ ਉਹ ਬਿਲਕੁਲ ਠੀਕ ਨੇ, ਤੇ ਜਿਹੜੀ ਗਾਲ ਬਲੈਡਰ ਦੇ ਵਿੱਚ ਕਹਿ ਰਹੇ ਸੀ ਸਟੋਨ ਹੈ ਉਹ ਵੀ ਮੈਲਟ ਹੋ ਗਿਆ, ਹਾਲੇ ਉਹ ਦਵਾਈ ਖਾ ਰਹੇ ਨੇ। ਇੱਕ ਨੌਜਵਾਨ ਵੀ ਨੇ ਇੱਥੇ, ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਬ੍ਰਦਰ, ਕੀ ਨਾਮ ਤੁਹਾਡਾ? ਰਾਜਵੀਰ ਜੀ। ਕੀ ਤੁਸੀਂ ਇੱਥੇ ਆਏ ਹੋ, ਪਹਿਲੀ ਵਾਰ ਆਏ ਹੋ, ਦੂਜੀ ਵਾਰ ਆਏ ਹੋ? ਨਹੀਂ, ਮੈਂ 3rd ਟਾਈਮ ਆਇਆ ਜੀ। 3rd ਟਾਈਮ ਆਏ ਹੋ। ਕੀ ਦਿੱਕਤ ਆ ਗਈ ਸੀ ਤੁਹਾਨੂੰ? ਮੈਨੂੰ ਬਲੱਡ ਨਾਲ ਰਿਲੇਟਡ ਕੈਂਸਰ ਸੀਗਾ ਜੀ। ਬਲੱਡ ਨਾਲ ਰਿਲੇਟਡ ਕੈਂਸਰ ਸੀ? ਹਾਂਜੀ ਹਾਂਜੀ। ਹੁਣ ਠੀਕ ਹੋ ਤੁਸੀਂ? ਹਾਂਜੀ ਬਿਲਕੁਲ ਠੀਕ ਹੈ ਜੀ, 95% ਤੱਕ ਠੀਕ ਹੈ ਜੀ ਮੇਰਾ। ਅੱਛਾ, ਤੁਸੀਂ ਕਿੱਥੋਂ ਠੀਕ ਹੋਏ ਹੋ? ਮੈਂ ਇੱਥੋਂ ਹੀ ਠੀਕ ਹੋਇਆ ਜੀ। ਅੱਛਾ, ਹਾਂਜੀ। ਤੁਸੀਂ ਦੁੱਖ ਦੂਰ ਦਵਾਖਾਨਾ ਪੰਨੂ ਵੈਦ ਸਾਹਿਬ ਤੋਂ ਦਵਾਈ ਲਈ ਤੁਸੀਂ? ਹਾਂਜੀ ਹਾਂਜੀ। ਅੱਛਾ, ਹਾਂਜੀ। ਤੇ ਕੀ ਰਿਪੋਰਟਸ ਕੀ ਕਹਿ ਰਹੀਆਂ ਸੀਗੀਆਂ? ਰਿਪੋਰਟਸ ਮੇਰੀਆਂ ਮਤਲਬ ਕਰੰਟ ਰਿਪੋਰਟ ਹੈਗੀ ਹੈ ਜੀ ਮੇਰੇ ਕੋਲ WhatsApp ਦੇ ਵਿੱਚ। ਜੀ। ਜਦ ਮੈਂ ਇੱਥੇ ਫਸਟ ਟਾਈਮ ਆਇਆ ਸੀਗਾ ਜੀ, ਤਾਂ ਮੇਰੇ ਜੋ ਪਰਸੈਂਟ ਰੇਸ਼ੋ ਸੀਗੀ ਜੀ 1,49,773 ਜੀ। ਜੀ, ਆ ਲਓ ਜੀ। 1,49,773 ਜਿਹੜਾ ਸੀਗੀ, ਤੇ ਉਸ ਤੋਂ ਬਾਅਦ ਜਿਹੜੀ ਉਸ ਤੋਂ ਬਾਅਦ ਜੀ ਜੋ ਕਰੰਟ ਆ ਜੀ ਹੁਣ ਉਹ ਹੈਗੀ ਆ ਜੀ 21,977, ਯਾਨੀ ਕਿ 95% ਮੈਂ ਠੀਕ ਹੋ ਚੁੱਕਾ ਜੀ। ਕਿਆ ਬਾਤ ਹੈ ਜੀ। 1,49,000 ਤੋਂ ਜਿਹੜੀ ਮੈਂ ਪੜ੍ਹ ਰਿਹਾ ਹਾਂ ਇਹ 21,977। ਹਾਂਜੀ। ਤੇ ਮਤਲਬ 1,49,000 1,20,000 ਤਾਂ ਉੜ ਗਏ ਵਿੱਚੋਂ, ਮਤਲਬ ਦੇਖੇ ਜਾ। ਹਾਂਜੀ ਬਿਲਕੁਲ ਜੀ ਬਿਲਕੁਲ। ਹਾਂ ਬਿਲਕੁਲ ਸਹੀ ਹੈ ਜੀ। ਹੁਣ ਮੈਂ ਕਿੰਨੀ ਦੇਰ ਦਵਾਈ ਤੁਸੀਂ ਖਾਧੀ? ਮੈਂ 3.5 ਮਹੀਨੇ ਹੋ ਗਏ ਜੀ ਤਕਰੀਬਨ ਮੈਨੂੰ। ਔਰ ਕਿਸੇ ਨੇ ਦੱਸਿਆ ਸੀ, ਕਿਵੇਂ ਪਤਾ ਲੱਗਾ? YouTube ਤੋਂ ਦੇਖਿਆ ਸੀ ਮੈਂ ਜੀ। ਔਰ ਇੰਨਾ ਕੁ ਜ਼ਿਆਦਾ ਪੋਜ਼ਿਟਿਵ ਸੀਗਾ ਜੀ ਵੀ ਇੱਥੋਂ ਹੀ ਠੀਕ ਹੋਣਾ ਬਸ ਮੈਨੂੰ ਦਵਾਈ ਲੈ ਕੇ, ਕਿਉਂਕਿ ਵਿਊਜ਼ YouTube ਦੇ ਨਾਲ ਮੈਂ ਕਾਫੀ ਜ਼ਿਆਦਾ ਮਤਲਬ ਹੋ ਗਿਆ ਸੀ ਪੋਜ਼ਿਟਿਵ ਵੀ ਇੱਥੋਂ ਹੀ ਠੀਕ ਹੋਣਾ, ਮੈਂ ਹੋਰ ਕਿਤੋਂ ਮੈਡੀਸਨ ਲੈਣੀ ਹੀ ਨਹੀਂ। ਹੁੰਦਾ ਕੀ ਹੈ? ਤੁਹਾਡਾ ਨਾਮ ਕੀ ਸੀ? ਰਾਜਵੀਰ। ਰਾਜਵੀਰ, ਹੁੰਦਾ ਕੀ ਹੈ ਕਿ ਬਹੁਤ ਸਾਰੇ ਲੋਕ, ਕਿਉਂਕਿ ਬਹੁਤ ਜਿਹੜਾ ਤੁਸੀਂ ਬਿਮਾਰੀ ਦੱਸੀ ਹੈ ਬਲੱਡ ਨਾਲ ਰਿਲੇਟਡ ਕੈਂਸਰ ਦੀ, ਤਾਂ ਲੋਕ ਯਕੀਨ ਨਹੀਂ ਕਰਦੇ। ਬਹੁਤ ਵੱਡੇ ਵੱਡੇ ਹਸਪੀਟਲ ਨੇ, ਉੱਥੇ ਲੱਖਾਂ ਦਾ ਖਰਚਾ ਆਉਂਦਾ, ਕੀਮੋਜ਼ ਹੁੰਦੀਆਂ ਨੇ, ਹੋਰ ਹੁੰਦੀਆਂ ਨੇ। ਆਯੁਰਵੈਦ ਤੇ ਤਾਂ ਕਈ ਵਾਰੀ ਹੁੰਦਾ ਪਰਿਵਾਰ ਵੀ ਯਕੀਨ ਨਹੀਂ ਕਰਦਾ, ਕਿਉਂਕਿ ਤੁਸੀਂ ਯੰਗ ਹੋ ਤੇ ਤੁਹਾਨੂੰ ਇਸ ਢੰਗ ਦੀ ਕੋਈ ਬਿਮਾਰੀ ਹੋ ਜਾਵੇ, ਤੁਸੀਂ ਕਹਿੰਦੇ ਯਾਰ ਤੂੰ ਇਸ ਤਰ੍ਹਾਂ ਦੇ ਚੱਕਰਾਂ 'ਚ ਨਾ ਪੈ, ਤੂੰ ਜਿਹੜੇ ਵੱਡੇ ਹਸਪੀਟਲ ਨੇ ਉੱਥੇ ਜਾ, ਉੱਥੇ ਇਲਾਜ ਕਰਵਾ, ਇੱਥੇ ਨਾ ਫਸ। ਬਿਲਕੁਲ ਜੀ। ਇਹ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੁੰਦੀ ਹੈ ਜੀ, ਬੰਦੇ ਨੂੰ ਖੁਦ ਨੂੰ ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਆ, ਹੈ ਨਾ ਜੀ। ਵੀ ਆਪਾਂ ਜਦੋਂ ਜਾਂਦੇ ਜੀ ਐਲੋਪੈਥੀ ਮੈਡੀਸਨ ਲੈਂਦੇ ਹਾਂ ਜੀ, ਡਾਕਟਰ ਫਸਟ ਆਫ ਆਲ ਕੀ ਕਰਦਾ ਜੀ, ਮਤਲਬ ਆਪਣੇ ਤੋਂ ਜਸਟ ਇੱਕ ਸਾਈਨ ਕਰਵਾ ਲਏ ਜਾਂਦੇ ਉੱਥੇ। ਉਹਦੇ 'ਚ ਲਿਖਿਆ ਜਾਂਦਾ ਵੀ ਕੋਈ ਗਰੰਟੀ ਨਹੀਂ ਪੇਸ਼ੈਂਟ ਡੈੱਡ ਹੋ ਜੇ, ਹੈ ਨਾ। ਡੈਡ ਔਰ ਲਾਈਵ ਦਾ ਕੋਈ ਮਤਲਬ ਆਪਾਂ ਨੂੰ ਗਰੰਟੀ ਨਹੀਂ। ਬਿਲਕੁਲ ਜੀ ਬਿਲਕੁਲ। ਉੱਥੇ ਫਿਰ ਆਪਾਂ ਨੂੰ ਇਹ ਹੁੰਦਾ ਜੀ, ਉੱਥੇ ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਇੱਕ ਆਪਰੇਟ ਦੇ ਲੱਖ ਰੁਪਇਆ ਲੈਣ ਜਾਂ 5 ਲੱਖ ਲੈਣ ਜਾਂ 10 ਲੱਖ ਲੈਣ। ਉੱਥੇ ਆਪਾਂ ਨੂੰ ਵਿਸ਼ਵਾਸ ਹੁੰਦਾ, ਠੀਕ ਹੈ ਜੀ। ਇੱਥੇ ਕੀ ਗੱਲ ਆ ਜੀ, ਮਤਲਬ ਇੱਥੇ ਆਪਾਂ ਨੂੰ ਆਯੁਰਵੈਦਿਕ ਤੇ ਕਿਉਂ ਨਹੀਂ ਵਿਸ਼ਵਾਸ ਆਉਂਦਾ ਵੀ ਉੱਥੇ ਹੁੰਦਾ ਵੀ ਹਾਂ ਯਾਰ ਇਹਨਾਂ ਨੇ 5 ਲੱਖ ਲੈ ਲਏ ਆਪਣੇ ਤੋਂ, ਹੈ ਨਾ, ਸਾਈਨ ਕਰਵਾ ਲਏ, 10 ਲੱਖ ਲੱਗ ਜਾਣਗੇ, ਵੀ ਡਾਕਟਰ ਮਤਲਬ ਬਹੁਤ ਵਧੀਆ ਸਟੱਡੀ ਕੀਤੀ ਹੋਈ ਆ, ਇੱਥੋਂ ਹੀ ਆਪਾਂ ਠੀਕ ਹੋਣਾ।
ਆਯੁਰਵੈਦਿਕ ਤੇ ਹੁੰਦਾ ਵੀ ਯਾਰ ਪਤਾ ਨਹੀਂ ਇਹਦੇ ਨਾਲ ਠੀਕ ਹੋਣਾ ਨਹੀਂ ਹੋਣਾ ਹਨਾ, ਮਿੱਟੀ ਆ ਹਨਾ, ਖਾਵਾਂਗੇ ਪਤਾ ਨਹੀਂ ਠੀਕ ਹੋਣਾ ਨਹੀਂ ਹੋਣਾ, ਸੋ ਆਪਾਂ ਨੂੰ ਵਿਸ਼ਵਾਸ ਨਹੀਂ ਆਉਂਦਾ। ਪਰ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਆ ਜੀ, ਵੀ ਮੈਂ ਸਭ ਤੋਂ ਪਹਿਲਾਂ ਤਾਂ ਪੋਜ਼ਿਟਿਵ ਹੋਣਾ ਬਹੁਤ ਜ਼ਰੂਰ ਹੈ ਜੀ। ਵਿਸ਼ਵਾਸ ਕਰਾਂਗੇ ਹਨਾ, ਫਿਰ ਹੀ ਹੋਇਆ। ਵਿਸ਼ਵਾਸ ਕਰਕੇ ਹੀ ਦਵਾਈ ਖਾਧੀ ਜਾਊਗੀ ਤੇ ਰੈਗੂਲਰ ਦਵਾਈ ਖਾਧੀ ਜਾਊਗੀ। ਬਹੁਤ ਸਾਰੇ ਲੋਕ ਹੁੰਦਾ ਕਿ ਦਵਾਈ ਲੈ ਜਾਂਦੇ ਨੇ ਤੇ ਉਸ ਢੰਗ ਨਾਲ ਖਾਂਦੇ ਨਹੀਂ ਜਿਸ ਢੰਗ ਨਾਲ ਵਿਧੀ ਦਾ ਦੱਸੀ ਹੁੰਦੀ ਹੈ। ਬਿਲਕੁਲ ਜੀ, ਉਹਦੇ ਲਈ ਵੀ ਮੇਰੇ ਕੋਲ ਐਗਜ਼ਾਮਪਲ ਹੈਗੀ ਹੈ ਜੀ। ਮੇਰਾ ਖੁਦ ਦਾ ਕਜ਼ਨ ਮੇਰੇ ਨਾਲ ਆਇਆ ਸੀ ਫਸਟ ਟਾਈਮ। ਉਹਨੂੰ ਮਤਲਬ ਆਪਾਂ ਪੰਜਾਬੀ 'ਚ ਕਹਿ ਦਈਏ ਹਨਾ, ਕੁੱਤੇ ਖੰਘ ਸੀਗੀ ਉਹਨੂੰ, ਔਰ ਉਹਨੂੰ ਕਿਤੋਂ ਵੀ ਠੀਕ ਨਹੀਂ ਹੋਈ ਸੀਗੀ। ਉਹਨੇ ਮਤਲਬ ਬਹੁਤ ਧੱਕੇ ਖਾਦੇ ਹਨਾ, ਡਾਕਟਰ ਬਹੁਤ ਚੇਂਜ ਕੀਤੇ, ਪਰ ਜਦੋਂ ਉਹਨੇ ਇੱਥੇ ਮਤਲਬ ਮੇਰੇ ਨਾਲ ਗੱਲ ਕੀਤੀ, ਯਾਰ ਆਪਾਂ ਵੀ ਦਵਾਈ ਲੈ ਲਈਏ ਇੱਥੋਂ, ਮੈਂ ਕਿਹਾ ਹਾਂ ਜ਼ਰੂਰ ਲੈਣੀ ਚਾਹੀਦੀ ਆ। ਉਹਨੇ ਦਵਾਈ ਲਈ ਜੀ, 15 ਦਿਨ ਦਵਾਈ ਲਈ। 15 ਦਿਨ ਦੇ ਵਿੱਚ ਬਿਲਕੁਲ ਉਹਦੀ ਖਾਂਸੀ ਸਹੀ ਸੀਗੀ ਜੀ। ਔਰ ਦਵਾਈ ਲੈਣੀ ਬਹੁਤ ਔਖੀ ਸੀ ਜੀ, ਤੁਹਾਨੂੰ ਪਤਾ ਆਯੁਰਵੈਦਿਕ ਦਵਾਈ ਲੈਣੀ ਬਹੁਤ ਔਖੀ ਹੁੰਦੀ ਆ। ਔਰ ਉਸ ਤੋਂ ਬਾਅਦ ਉਹਨੇ ਦਵਾਈ ਬੰਦ ਕਰਤੀ, ਔਰ 15 ਦਿਨਾਂ ਬਾਅਦ ਉਹਨੂੰ ਫੇਰ ਦੁਬਾਰੇ ਉਹੀ ਖੰਘ ਹੋ ਗਈ, ਔਰ ਉੱਥੋਂ ਮਤਲਬ ਰਿਜ਼ਲਟ ਮਿਲਦਾ। ਆਪਣੇ ਜਿਹੜੇ ਦੋਸਤ ਨੇ, ਮਿੱਤਰ ਨੇ, ਸਕੇ ਸੰਬੰਧੀ ਨੇ, ਤੁਹਾਡਾ ਸਰਕਲ ਹੈ, ਤੁਸੀਂ ਦੱਸਦੇ ਹੋ ਕਿਉਂਕਿ ਇਹ ਵੀ ਕਈ ਵਾਰੀ ਭਲੇ ਦਾ ਕੰਮ ਹੋ ਜਾਂਦਾ। ਜਿੱਥੋਂ ਤੁਸੀਂ ਠੀਕ ਹੋ ਜਾਂਦੇ ਹੋ ਫਿਰ ਤੁਹਾਨੂੰ ਲੱਗਦਾ ਕਿ ਯਾਰ ਹੋਰ ਲੋਕ ਵੀ ਇੱਥੋਂ ਠੀਕ ਹੋ ਜਾਣ। ਬਿਲਕੁਲ ਜੀ ਬਿਲਕੁਲ, ਮੈਂ ਦੱਸਦਾ ਜੀ, ਜਿਨ੍ਹਾਂ ਨੂੰ ਵੀ ਮੇਰਾ ਪਤਾ ਸੀਗਾ ਵੀ ਬਲੱਡ ਨਾਲ ਰਿਲੇਟਡ ਮੈਨੂੰ ਪ੍ਰੋਬਲਮ ਹੈਗੀ ਆ, ਔਰ ਉਹ ਮੈਨੂੰ ਪੁੱਛਦੇ ਨੇ, ਉਹਨਾਂ ਨੂੰ ਮੈਂ ਐਡਰੈਸ ਦਿੰਦਾ ਇੱਥੋਂ ਦਾ ਜੀ, ਵੀ ਮੈਂ ਉੱਥੋਂ ਠੀਕ ਹੋਇਆ। ਜਿਹੜੇ ਲੋਕ ਯਕੀਨ ਨਹੀਂ ਕਰਦੇ ਹੈਗੇ ਹਾਲੇ ਵੀ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਬਹੁਤ ਸਾਰੇ ਲੋਕ ਨੇ ਕਿ ਨਹੀਂ ਯਕੀਨ ਕਰਦੇ ਹੈਗੇ, ਉਹਨਾਂ ਨੂੰ ਤੁਹਾਡੀ ਗੱਲ ਤੇ ਵੀ ਸ਼ਾਇਦ ਵਿਸ਼ਵਾਸ ਨਾ ਹੁੰਦਾ ਹੋਵੇ, ਪਰ ਅਸੀਂ ਤੁਹਾਡੀ ਰਿਪੋਰਟਸ ਵੀ ਨਾਲ ਦਿਖਾ ਰਹੇ ਹਾਂ ਜੀ। ਬਿਲਕੁਲ ਜੀ, ਨਹੀਂ ਹਾਂ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਵਿਸ਼ਵਾਸ ਕਰਨ ਵਾਲੀ ਗੱਲ ਤਾਂ ਠੀਕ ਹੈ। ਇੱਕ ਤਾਂ ਨਾ ਮੈਂ ਮਤਲਬ ਇਹਨਾਂ ਦੇ ਕਹਿਣ, ਮੇਰਾ ਰਿਸ਼ਤਾ ਹੋਵੇ ਪੰਨੂ ਸਾਹਿਬ ਨਾਲ ਹਨਾ, ਤਾਂ ਇਹਨਾਂ ਦੇ ਕਹਿਣ ਤੇ ਫੋਨ ਕਾਲ ਤੇ ਆਇਆ ਹੋਵਾਂ ਮੈਂ ਤਾਂ ਵੈਸੇ ਵੀ ਮੇਰੀ ਮੈਡੀਸਨ ਖਤਮ ਆ ਜੀ, ਮੈਂ ਆਉਣਾ ਹੀ ਸੀਗਾ ਜੀ। ਤੁਸੀਂ ਕਿੱਥੋਂ ਨੂੰ ਬਿਲੋਂਗ ਕਰਦੇ ਹੋ? ਮੈਂ ਬਠਿੰਡੇ ਤੋਂ ਜੀ। ਬਠਿੰਡੇ ਤੋਂ ਤੁਸੀਂ ਆਏ ਹੋ, ਠੀਕ ਹੈ, ਬਹੁਤ ਧੰਨਵਾਦ ਰਾਜਵੀਰ। ਤਾਂ ਹੋਰ ਵੀ ਸਾਡੇ ਨਾਲ ਦੋਸਤ ਮਿੱਤਰ ਇੱਥੇ ਜਿਹੜੇ ਪਹੁੰਚੇ ਹੋਏ ਨੇ, ਮਰੀਜ਼ ਨੇ। ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਮਾਨਵਿੰਦਰ ਗੁਰਮ ਹੈ। ਸਰ ਤੁਸੀਂ ਕਿਵੇਂ ਪਹੁੰਚੇ ਹੋ ਇੱਥੇ? ਮੈਂ ਜੀ ਦਵਾਈ ਲੈ ਰਿਹਾ ਹੈਗਾ। ਐਕਚੁਅਲੀ ਮੇਰੀ ਪ੍ਰੋਬਲਮ ਸੀਗੀ ਆਪਣੇ ਪੈਲਪੀਟੇਸ਼ਨ ਦੀ। ਮੇਰੀ ਨਬਜ਼ ਕਈ ਵਾਰ ਇੰਨੀ ਕੁ ਤੇਜ਼ ਹੋ ਜਾਂਦੀ ਸੀ ਵੀ 112 114, ਜਦ ਕਿ ਨਾਰਮਲ ਜਿਹੜਾ ਪਲਸ ਕਾਊਂਟ ਹੈ 72 ਰਹਿਣਾ ਚਾਹੀਦਾ। ਤੋ ਮੈਂ 4-5 ਸਾਲ ਤੋਂ ਲਿਬਰੈਕਸ ਪਲਸ ਸਿਪਲਾਰ ਖਾ ਰਿਹਾ ਸੀ, ਜਿਹੜੀਆਂ ਇਹਨੂੰ ਰੈਗੂਲੇਟ ਕਰਨ ਵਾਲੀਆਂ ਹੁੰਦੀਆਂ ਨੇ ਮੈਡੀਸਿਨ। ਅਤੇ ਮੁੜ ਕੇ ਮੈਂ ਇਹਨਾਂ ਕੋਲ ਹੀ ਆਇਆ ਸੀਗਾ, ਇਹਨਾਂ ਨੇ ਮੈਨੂੰ ਦਵਾਈ ਦਿੱਤੀ। ਅਤੇ ਪਹਿਲਾਂ ਤਾਂ ਮੈਂ 2 ਦਿਨ ਸਿਪਲਾਰ ਵੀ ਨਾਲ ਹੀ ਖਾਂਦਾ ਰਿਹਾ। ਫਿਰ ਮੈਂ ਇਹਨਾਂ ਨਾਲ ਫੋਨ 'ਤੇ ਗੱਲ ਕੀਤੀ, ਕਹਿੰਦੇ ਉਹ ਬੰਦ ਕਰ ਦਿਓ, ਐਲੋਪੈਥੀ ਵਾਲੀ ਬਿਲਕੁਲ ਬੰਦ ਕਰ ਦਿਓ, ਸਿਰਫ ਇਹੀ ਖਾਓ। ਔਰ ਮੈਂ ਹੁਣ ਪਿਛਲੇ 15-20 ਦਿਨਾਂ ਤੋਂ ਖਾ ਰਿਹਾ ਜੀ, ਔਰ ਮੇਰੇ ਬਹੁਤ ਪਲਸ ਰੇਟ ਘਟਿਆ, ਹੁਣ ਨਾਰਮਲ ਹੋਇਆ? ਹੁਣ ਨਾਰਮਲ ਹੈ ਜੀ, ਹਾਂਜੀ ਹਾਂ। ਜਿਹੜਾ ਅੱਗੇ ਮੈਨੂੰ ਡੇਲੀ ਦਵਾਈ ਖਾਣੀ ਹੀ ਪੈਂਦੀ ਸੀ, ਇਹ ਕਹਿੰਦੇ ਨੇ ਤੁਹਾਡਾ ਮਹੀਨਾ 1.5 ਮਹੀਨਾ ਤੁਹਾਨੂੰ ਦਵਾਈ ਦੇਵਾਂਗੇ, ਉਸ ਤੋਂ ਬਾਅਦ ਤੁਹਾਨੂੰ ਇਹ ਵੀ ਨਹੀਂ ਖਾਣੀ ਪਏਗੀ। ਜਿਹੜੇ ਲੋਕ ਹੁਣ ਵੀ ਯਕੀਨ ਨਹੀਂ ਕਰਦੇ ਆਯੁਰਵੈਦ ਤੇ, ਮੈਂ ਵਾਰ-ਵਾਰ ਕਹਿ ਰਿਹਾ ਇਹ ਕਿਉਂਕਿ ਬਹੁਤ ਸਾਰੀ ਵੱਡੀ ਇੰਡਸਟਰੀ ਹੈ ਦੂਜੇ ਪਾਸੇ, ਤੇ ਬਹੁਤ ਵੱਡੇ ਹਸਪੀਟਲ ਨੇ, ਬਹੁਤ ਵੱਡੇ ਖਰਚੇ ਨੇ। ਕਈ ਵਾਰੀ ਹੁੰਦਾ ਕੀ ਹੈ ਕਿ ਮਰੀਜ਼ ਵੀ ਗਵਾ ਲਿਆ ਜਾਂਦਾ ਹੈ ਤੇ ਪੈਸਾ ਵੀ ਗਵਾ ਲਿਆ ਜਾਂਦਾ ਹੈ। ਦੇਖੋ ਜੀ, ਗੱਲ ਇਹ ਹੈ ਵੀ ਵਿਸ਼ਵਾਸ, ਜਿਵੇਂ ਇਹਨਾਂ ਨੇ ਵੀ ਕਿਹਾ, ਰਾਜਵੀਰ ਨੇ ਵੀ ਵਿਸ਼ਵਾਸ ਕਰਨਾ ਤਾਂ ਬਹੁਤ ਜ਼ਰੂਰੀ ਹੈ ਤੁਹਾਨੂੰ। ਜੇ ਵਿਸ਼ਵਾਸ ਹੀ ਨਹੀਂ ਕਰੋਗੇ ਤੇ ਫਿਰ ਤੇ ਤੁਸੀਂ ਕਿਹੜੀ ਮਰਜ਼ੀ ਦਵਾਈ ਲੈ ਲਓ। ਜੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਤੇ ਫਿਰ ਤੇ ਕੀ ਇਲਾਜ ਹੋਣਾ ਉਹਦਾ? ਕਈ ਵਾਰ ਇਦਾਂ ਹੋ ਜਾਂਦਾ, ਉਹ ਕਹਿੰਦੇ ਦੱਸਦੇ ਨਹੀਂ ਹੈਗੇ ਆਯੁਰਵੈਦ ਵਾਲੇ ਨੇ ਪਾਇਆ ਕੀ ਹੈ ਵਿੱਚ, ਇਹ ਵੀ ਦਿੱਕਤ ਹੁੰਦੀ ਹੈ। ਨਹੀਂ, ਪਰ ਦੇਖੋ ਹੁਣ ਉਹ ਤਾਂ ਆਪਾਂ ਨੂੰ ਦੂਜੀ ਐਲੋਪੈਥੀ 'ਚ ਵੀ ਨਹੀਂ ਪਤਾ ਕੀ ਪਾਇਆ ਹੋਇਆ ਕੀ ਨਹੀਂ ਪਾਇਆ ਹੋਇਆ। ਉਹ ਤਾਂ ਹੁਣ ਤੁਹਾਨੂੰ ਵਿਸ਼ਵਾਸ ਤਾਂ ਡਾਕਟਰ 'ਤੇ ਜਾਂ ਵੈਦ 'ਤੇ ਕਰਨਾ ਪੈਣਾ ਹੈਗਾ ਵੀ ਇਹਨੇ ਜਿਹੜਾ ਕੋਈ ਦਿੱਤਾ ਠੀਕ ਹੀ ਦਿੱਤਾ ਹੈਗਾ। ਤਾਂ ਬਾਈ ਜੀ ਹੋਰੀ ਹੋਰ ਨੇ। ਸਰ ਕੀ ਨਾਮ ਤੁਹਾਡਾ? ਮੇਰਾ ਨਾਮ ਗੁਰਦੀਪ ਸਿੰਘ ਢਿੱਲੋਂ ਹੈ ਜੀ। ਗੁਰਦੀਪ ਸਿੰਘ ਢਿੱਲੋਂ ਜੀ, ਤੁਸੀਂ ਕਿੱਥੋਂ ਆਏ ਹੋ? ਮੈਂ ਫਿਰੋਜ਼ਪੁਰ ਤੋਂ ਜੀ। ਤੁਸੀਂ ਫਿਰੋਜ਼ਪੁਰ ਤੋਂ ਆਏ ਹੋ, ਕੀ ਕਾਰਨ ਤੁਸੀਂ ਇੱਥੇ ਆਏ ਹੋ? ਮੈਂ ਨਾ ਜੀ, ਮੇਰਾ ਆਪਦਾ ਵੀ ਬੀਪੀ ਹਾਈ ਰਹਿੰਦਾ ਸੀ, ਉਹਦਾ ਮੇਰੀ ਦਵਾਈ ਬੰਦ ਹੋ ਗਈ, ਕਰੀਬ 3 ਮਹੀਨੇ ਹੋ ਗਏ। ਮੈਂ ਦੁਬਾਰਾ ਨਾ ਕੋਈ ਟੈਬਲੇਟ ਲੈ ਰਿਹਾ ਤੇ ਨਾ ਕੋਈ ਮੈਡੀਸਨ ਇਹਨਾਂ ਤੋਂ ਨਹੀਂ ਲੈ ਰਿਹਾ। ਇੱਕ ਮੇਰੇ ਸਿਸਟਰ ਸੀਗੇ, ਉਹਨਾਂ ਦੇ ਪਿੱਤੇ 'ਚ ਪੱਥਰੀ ਸੀ, ਇੱਕ ਉਹਨਾਂ ਦੇ ਪਾਣੀ ਭਰ ਜਾਂਦਾ ਸੀ ਪੇਟ 'ਚ, ਅੰਦਰ ਮਲਟੀ ਪ੍ਰੋਬਲਮ ਸੀ। 63 ਸਾਲ ਦੀ ਉਮਰ 'ਚ ਦੀ ਉਹਨਾਂ ਦੀ। ਉਹਨਾਂ ਨੂੰ ਮੈਂ ਜਦੋਂ ਇੱਥੇ ਲੈ ਕੇ ਆਇਆ ਸੀ ਪਹਿਲੀ ਵਾਰੀ, YouTube ਤੋਂ ਹੀ ਮੈਂ ਪੜ੍ਹਿਆ ਸੀ। ਉਹਨਾਂ ਨੂੰ ਲਿਆਉਣ ਤੋਂ ਜੇ ਉਹਨਾਂ ਦੇ ਹਾਲਾਤ ਇਹੋ ਜਿਹੇ ਸੀ ਵੀ ਉਹ ਬੈਠ ਕੇ ਪੌੜੀਆਂ 'ਤੇ ਚੜ੍ਹਦੇ ਸੀ, ਉੱਪਰ ਜਾਂਦੇ ਸੀ ਤਾਂ ਬਹਿ ਕੇ ਹੌਲੀ ਜਿਵੇਂ ਆਪਾਂ ਕਹਿੰਦੇ ਹਾਂ। ਬਠਿੰਡੇ ਤੋਂ ਇਲਾਜ ਚੱਲਦਾ ਸੀ, ਨਾਲ ਪਿੰਡ ਹੈ ਬੱਲੂਆਣਾ ਮੇਰੀ ਸਿਸਟਰ ਦਾ। ਇੱਥੋਂ ਲਿਆਉਣ ਤੋਂ ਬਾਅਦ ਉਹਨਾਂ ਦੀ ਪਿੱਤੇ ਦੀ ਪੱਥਰੀ ਹੈ ਜਿਹੜੀ, ਉਹ ਮੈਂ ਤਾਂ ਆਪ ਹੈਰਾਨ ਇਸ ਗੱਲ ਤੋਂ, ਸੋਚਿਆ ਹੀ ਨਹੀਂ ਸੀਗਾ ਵੀ ਪਿੱਤੇ ਦੀ ਪੱਥਰੀ ਵੀ ਨਿਕਲ ਜੂਗੀ। ਉਹਨਾਂ ਦੀ ਪੱਥਰੀ ਵੀ ਬਿਲਕੁਲ ਸਾਫ਼ ਹੋ ਗਈ, ਔਰ ਉਸ ਤੋਂ ਬਾਅਦ ਜਿਹੜੀ ਉਹਨਾਂ ਦੇ ਅੰਦਰ ਦੀ ਮਲਟੀ ਸੀਗੀਆਂ ਪ੍ਰੋਬਲਮ, ਉਹ ਸਾਰੀਆਂ ਠੀਕ ਆ। ਹੁਣ ਆਰਾਮ ਨਾਲ ਪੌੜੀਆਂ ਚੜ੍ਹਦੇ ਆ, ਘਰ ਦਾ ਕੰਮ ਵੀ ਕਰ ਰਹੇ ਆ। ਇੱਕ ਮੇਰੇ ਦੋਸਤ ਹੈ ਸਰਦਾਰ ਚਰਨਜੀਤ ਸਿੰਘ ਸੱਕਾਂ ਵਾਲੀ ਤੋਂ ਸਰਪੰਚ, ਉਹਨਾਂ ਦੇ ਚਾਚੇ ਦਾ ਬੇਟਾ ਕੈਨੇਡਾ 'ਚ, ਉਹਨਾਂ ਦੇ ਲੰਗਸ 'ਚ ਕੈਂਸਰ ਸੀ। ਉਹ ਉੱਥੋਂ ਦਵਾਈ ਲੈ ਰਹੇ ਸੀ। ਐਂ ਜਿਵੇਂ ਮੇਰੇ ਨਾਲ ਗੱਲ ਹੋਈ, ਮੈਂ ਕਿਹਾ ਸਰਪੰਚ ਸਾਹਿਬ ਉੱਥੇ ਜਾ ਵੜੋ, ਕਈ ਜਣਿਆਂ ਦਾ ਸੁਣਿਆ, ਔਰ ਮੇਰੇ ਨਾਲ ਆਪਦੇ ਨਾਲ ਵੀ, ਇਹ ਤਾਂ ਨਹੀਂ ਪਰਮਾਤਮਾ ਦੀ ਮਿਹਰ ਨਾਲ, ਪਰ ਮੇਰੇ ਨਾਲ ਆਪਦੇ ਨਾਲ 2 ਚੀਜ਼ਾਂ ਹੋਈਆਂ ਵੀ ਇਲਾਜ ਸ਼ਰਤੀ ਹੈ, ਪਰ ਇਹੀ ਗੱਲ ਹੈ ਜਿਵੇਂ ਇੱਧਰ ਭਾਈ ਸਾਹਿਬ ਨੇ ਦੱਸਿਆ ਕਿ ਥੋੜ੍ਹਾ ਦਵਾਈ ਖਾਣੀ ਥੋੜ੍ਹੀ ਜਿਹੀ ਔਖੀ ਹੈ, ਕਿਉਂਕਿ ਜਿਹੜੀ ਐਡਾ ਵੱਡਾ ਨੁਕਸਾ ਉਹਦਾ ਟਾਈਮ ਤਾਂ ਲੱਗਦਾ। ਇਹਨਾਂ ਨੇ ਇੱਥੋਂ ਦਵਾਈ ਪਾਰਸਲ ਕਰਤੀ,
ਔਰ ਈਵਨ ਕਿ ਮੈਂ ਤੁਹਾਨੂੰ ਇਹ ਵੀ ਦੱਸਾਂ, ਫਿਰ ਭਰੋਸਾ ਬਣ ਗਿਆ, ਅਸੀਂ ਪੈਸੇ ਵੀ ਬਾਅਦ ਚ ਭਜਵਾਏ ਇਹਨਾਂ ਨੂੰ। ਔਰ ਅੱਜ ਹੈਰਾਨੀ ਦੀ ਗੱਲ ਆ, ਅੱਜ 6 ਮਹੀਨੇ ਹੋ ਗਏ ਉਹਨਾਂ ਦੇ ਕੈਂਸਰ ਦੇ ਜਿਹੜੇ ਸੀਗੇ ਜਿੰਨੇ ਵੀ ਜਰਾਸੀਮ ਸੀ ਉਹ ਜ਼ੀਰੋ ਹੈ, ਬਿਲਕੁਲ ਠੀਕ ਹੋ ਗਿਆ। ਰਿਪੋਰਟਸ ਦੇਖੀਆਂ ਤੁਸੀਂ? ਹਾਂਜੀ ਹਾਂ, ਬਿਲਕੁਲ ਠੀਕ ਆ ਉਹ। ਔਰ ਸਰਪੰਚ ਸਾਹਿਬ ਰਾਜਸਥਾਨ ਗਏ, ਉਹਨਾਂ ਨੇ ਆਉਣਾ ਸੀਗਾ ਆਪ ਇੱਥੇ, ਉਹਨਾਂ ਦੀਆਂ ਮਸ਼ੀਨਾਂ ਹੈ ਉੱਧਰ ਕਣਕ ਕੱਟਣ ਗਏ ਹੈ, ਉਹਨਾਂ ਨੇ ਆਪ ਆਉਣਾ ਸੀ। ਔਰ ਮੈਂ ਤਾਂ ਆਪ ਇਹ ਗੱਲ ਕਹਿਣਾ ਕਿ ਇਤਬਾਰ ਵਾਲੀ ਗੱਲ ਆ। ਦੂਜੀ ਜੀ ਇੱਕ ਗੱਲ ਹੋਰ ਵੀ ਬਹੁਤ ਵੱਡੀ ਹੈ ਕਿ ਪ੍ਰਮਾਤਮਾ ਦੀ ਮਿਹਰ ਵੀ ਹੁੰਦੀ ਹੈ। ਇਹਨਾਂ ਨੇ ਇੱਕ ਚੀਜ਼ ਹੋਰ ਬਹੁਤ ਵਧੀਆ ਕੀਤੀ, ਜਿਹੜਾ ਵੀ ਕੋਈ ਆਉਂਦਾ ਉਹਨਾਂ ਵਾਸਤੇ ਲੰਗਰ ਦਾ ਅਰੇਂਜ, ਇੱਕ ਰੱਬ ਦੇ ਘਰ 'ਚ ਵੀ ਵਿਸ਼ਵਾਸ ਹੈ। ਤੀਜੀ ਹੋਰ ਵੱਡੀ ਗੱਲ ਹੈ ਕਿ ਜੇ ਕਈ ਵਾਰੀ ਕਿਸੇ ਕੋਲੇ ਕੋਈ ਪੈਸਾ ਨਹੀਂ ਵੀ ਹੈਗਾ ਨਾ, ਔਰ ਮੇਰੇ ਬੈਠਿਆਂ ਕਈ ਵਾਰੀ ਹੋਇਆ ਕਿ ਦਵਾਈ ਦੇ ਦਿੰਦੇ ਆ, ਕੋਈ ਨਹੀਂ ਜੇ ਹੋਏ ਦੇ ਜਾਓ, ਨਾ ਹੋਇਆ ਕੋਈ ਗੱਲ ਨਹੀਂ, ਪ੍ਰਮਾਤਮਾ ਮਿਹਰ ਕਰੂਗਾ। ਬਹੁਤ ਸਾਰੇ ਲੋਕ ਠੀਕ ਹੋਏ ਹੈ। ਔਰ ਮੈਂ ਤਾਂ ਇਹ ਕਹੂੰਗਾ ਕਿ ਜਿਹੜਾ ਪੁਰਾਣਾ ਤਰੀਕਾ ਹੈ ਉਹ ਬਿਲਕੁਲ ਸਹੀ ਹੈ। ਜਦ ਸਾਡੇ ਸਰੀਰ ਕੁਦਰਤੀ ਹੈ, ਅਸੀਂ ਕੁਦਰਤੀ ਤੌਰ 'ਤੇ ਜਨਮ ਲੈਂਦੇ ਹਾਂ, ਕੁਦਰਤ ਦੇ ਤਰੀਕੇ ਨਾਲ ਅਸੀਂ ਤਿਆਰ ਹੁੰਦੇ ਹਾਂ, ਤੇ ਫਿਰ ਇਹ ਕੁਦਰਤੀ ਚੀਜ਼ਾਂ ਨਾਲ ਹੀ ਇਹ ਸਾਨੂੰ ਠੀਕ ਕਰਦੇ ਆ। ਮੇਰਾ ਖਿਆਲ ਭਰੋਸਾ ਕਰਨਾ ਚਾਹੀਦਾ ਹੈ, ਔਰ ਭਰੋਸਾ ਕਰਕੇ ਮੈਡੀਸਨ ਖਾਓ। ਤਾਂ ਇੱਥੋਂ ਦੀ ਜਿੰਨੇ ਜਾਣੇ ਆਏ, ਮੈਨੂੰ ਨਹੀਂ ਕੋਈ ਮਿਲਿਆ ਜਿਹਨੇ ਇਹ ਕਿਹਾ ਹੋਵੇ ਕਿ ਇਹ ਠੀਕ ਨਹੀਂ ਹੋਈ। ਤਾਂ ਫਿਰੋਜ਼ਪੁਰ ਤੋਂ ਆਏ ਸੀਗੇ ਭਾਈ ਸਾਹਿਬ, ਉਹਨਾਂ ਨੇ ਕਿਹਾ ਕਿ ਠੀਕ ਹੋਏ ਨੇ। ਹੋਰ ਵੀ ਇੱਥੇ ਪੇਸ਼ੈਂਟ ਆਏ ਹੋਏ ਨੇ। ਬਾਈ ਜੀ, ਕੀ ਨਾਮ ਤੁਹਾਡਾ? ਬਲਦੇਵ ਸਿੰਘ ਜੀ। ਬਲਦੇਵ ਸਿੰਘ, ਤੁਸੀਂ ਕਿੱਥੋਂ ਆਏ ਹੋ? ਅੰਬਾਲੇ ਤੋਂ ਜੀ। ਅੰਬਾਲੇ ਤੋਂ ਆਏ ਹੋ। ਕੀ ਗੱਲ ਹੋ ਗਈ ਸੀ ਤੁਹਾਨੂੰ? ਮੈਨੂੰ ਨਾ ਸੁਰਾਈਸਿਸ ਨਾਲ ਐਥਰਾਈਟਿਸ, ਅੱਛਾ, ਖੰਘ ਜ਼ੁਕਾਮ। ਅੱਛਾ, ਹੁਣ ਕਿਵੇਂ ਹੋ? ਮੈਂ 95% ਠੀਕ ਹੂੰ। 95% ਠੀਕ ਹੋ? ਹਾਂਜੀ। ਪਹਿਲਾਂ ਬਹੁਤ ਦਿੱਕਤ ਸੀਗੀ? बहुत दिक्कत थी जी, कई जगह दवाई खाती पहला? बहुत खाती जी। पीजीआई चंडीगढ़ का वाले कह रहे थे लीवर बदलवा लो। अच्छा। वो हमारे वहाँ वो नहीं है इतना। हौसला रखो। ਤਾਂ ਬੰਦਾ ਕਈ ਵਾਰੀ ਹਾਲਾਤ ਨਾਲ, ਮਜਬੂਰੀ ਨਾਲ ਹਾਰ ਜਾਂਦਾ। ਪਰ ਭਾਜੀ ਉਹਨੇ ਅੰਬਾਲੇ ਤੋਂ ਆਏ ਨੇ, ਭਾਵੁਕ ਹੋ ਗਏ, ਕਿਉਂਕਿ ਜਦੋਂ ਬੰਦਾ ਬਿਮਾਰ ਹੁੰਦਾ ਉਹਨੂੰ ਉਹਦੀ ਆਪਣੀ ਹਾਲਤ ਦਾ ਪਤਾ ਹੁੰਦਾ। ਬਹੁਤ ਕਰੀਬ ਤੋਂ ਦੇਖ ਲੈਂਦਾ ਮੌਤ ਨੂੰ, ਬਹੁਤ ਨੇੜਿਓਂ ਦੇਖ ਲੈਂਦਾ। ਨਵਾਂ ਜੀਵਨ ਕਈ ਵਾਰੀ ਮਿਲਦਾ। ਬਾਈ ਜੀ, ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤੁਸੀਂ ਇੱਥੇ ਆਏ ਹੋ, ਜਾਂ ਹੋਰ ਜਿਹੜੇ ਲੋਕ ਇੱਥੇ ਦਵਾਈ ਲੈਣ ਆਉਂਦੇ ਨੇ ਉਹਨਾਂ ਨੂੰ? ਮੈਂ ਠੀਕ ਹੋ ਹੁਣ? ਤੁਸੀਂ ਠੀਕ ਹੋ? हाँ जी, 95% ठीक हूँ। 95% ठीक। हाँ जी, बाकी मैं वैद्य जी का धन्यवाद करता है। परमात्मा इनू रब दिन दुगुनी रात चौगुनी उन्नति करवाए। और मेरे वास्ते तो 1.25 लाख वर्गे हैं, और घर वाली मेरी लाख वर्गी है। ये मैनू दुनिया में फिर की ਜੇ ਤੁਹਾਡੇ ਵਾਈਫ ਨੇ? ਮੈਂ ਇਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦਾ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੀ ਨਾਮ ਹੈ ਜੀ? ਪਰਮਜੀਤ ਜੀ। ਅੱਛਾ, ਕੀ ਗੱਲ ਹੋ ਗਈ ਸੀ ਭਾਈ ਸਾਹਿਬ? ਇਹਨਾਂ ਨੂੰ ਸੁਰਾਈਸਿਸ ਤਾਂ ਜੀ। ਅੱਛਾ। ਹਾਂਜੀ। ਬਹੁਤ ਡਾਕਟਰਾਂ ਕੋ ਗਏ? ਹਾਂਜੀ, ਸਾਰੀ ਦੁਨੀਆ 'ਚ ਫਿਰੇ, ਲੇਕਾ ਕहीं ਨਹੀਂ ਛੱਡਿਆ। ਅੱਛਾ। ਹਾਂਜੀ। ਫਿਰ ਇੱਥੇ ਤੱਕ ਕਿਹਨੇ ਦੱਸਿਆ? ਇੱਥੇ YouTube ਤੇ ਦੇਖਿਆ ਸੀ। ਅੱਛਾ, YouTube ਤੋਂ ਦੇਖਿਆ। ਫਿਰ ਤੁਸੀਂ ਇੱਥੇ ਆਏ? ਹਾਂਜੀ। ਫਿਰ ਕਿਵੇਂ ਦਵਾਈ ਤੋਂ ਬਾਅਦ ਕੀ ਅਸਰ ਹੋਇਆ? ਦਵਾਈ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਵੀ ਵਧੂਗਾ, ਫਿਰ ਇਹ ਕਾਫੀ ਵਧ ਗਏ ਮਤਲਬ ਜੀ। ਹਾਂਜੀ। ਫਿਰ ਪਰ ਵਿਸ਼ਵਾਸ ਨਹੀਂ ਮੈंने ਛੱਡਿਆ। ਸੋਰਾਇਸਿਸ ਵੱਧ ਗਿਆ? ਹਾਂਜੀ, ਇਹਨਾਂ ਨੇ ਕਿਹਾ ਤਾਂ ਨਾ यहाँ ਤੇ ਮਤਲਬ ਵੈਦ ਸਾਹਿਬ ਨੇ ਵੀ ਪੂਰੀ ਬਾਹਰ ਨਿਕਲੂਗੀ। ਫਿਰ ਇਹਨਾਂ ਦੀ ਪੂਰੀ ਬਾਹਰ ਨਿਕਲੀ, ਬਹੁਤ ਜ਼ਿਆਦਾ ਵੱਧ ਗਏ। ਜ਼ਖਮ ਹੋ ਗਏ? ਹਾਂਜੀ, ਜ਼ਖਮ ਹੋ ਗਏ ਸਾਰੇ ਸਰੀਰ ਪਾ। ਫਿਰ ਮਤਲਬ ਉਸ ਤੇ ਹੌਲੀ ਹੌਲੀ ਜਦ 3-4 ਮਹੀਨੇ ਬੀਤ ਗਏ, ਫਿਰ ਇਹ ਬਿਲਕੁਲ ਹੀ ਮਤਲਬ ਕਾਫੀ ਹੱਦ ਤੱਕ ਠੀਕ ਆ। ਉਹ ਤੁਹਾਡੀ ਸਿਫਤ ਵੀ ਬਹੁਤ ਕਰ ਰਹੇ ਨੇ, ਕਹਿੰਦੇ ਮੇਰੇ ਲੱਖ ਵਰਗੀ ਆ ਮੇਰੀ ਪਤਨੀ, ਤੁਸੀਂ ਬਹੁਤ ਸਾਥ ਦਿੱਤਾ ਇਹਨਾਂ ਦਾ। ਹਾਂਜੀ। ਤੇ ਹੁਣ इतनी मोटी चमड़ी उतरी, मैं रोई करूँ था दिन रात, बहुत बुरा हाल था। ਇਹ ਕਹਿੰਦੇ ਮੈਂ ਰੋਂਦਾ ਸੀਗਾ ਦਿਨ ਰਾਤ, ਇੰਨੀ ਮੋਟੀ ਚਮੜੀ ਹੋ ਗਈ। ਅੱਖਾਂ ਤੇ ਵੀ ਦਿਖਣਾ ਬੰਦ ਹੋ ਗਿਆ, ਤਾਂ ਲੈਂਸ ਵੀ ਪੜ ਗਿਆ, ਤਨਕੀ ਕਿ ਅੱਖਾਂ ਮਤ ਪਵਾ ਦਿਆ ਮੈंने। ਹਾਂਜੀ। ਹੁਣ ਠੀਕ ਨੇ? ਹਾਂਜੀ, ਹੁਣ ठीक ਆ। ਹੁਣ ਅੱਖਾਂ की भी ਜਿਹੜੀ ਸਰੀਰ ਠੀਕ ਹੋ ਗਿਆ? शरीर बॉडी ठीक है। हाँ जी, जिस टाइम भी जहाँ भी है बैठा थे, जिस तरह ना एक तसला उसका पर जाता, जिस तरह पूरी चमड़ी पे ਪਾਣੀ ਚੋਂਦਾ ਸੀਗਾ ਜਿਹੜਾ? पपड़ी सी न्यू चढ़ाती, सुराइसिस की चमड़ी वो चढ़ाती, चमड़ी उतरी। हाँ जी, इतनी चढ़ाती रोज। हाँ ਹੁਣ ਠੀਕ ਨੇ? हाँ जी, ਹੁਣ ठीक है। ਤਾਂ ਇੱਥੋਂ ਵੀ ਇਹ ਅੰਬਾਲੇ ਤੋਂ ਆਏ ਸੀ ਜਿਹੜੇ ਠੀਕ ਹੋਏ ਨੇ। ਇੱਥੇ ਮੈਡਮ ਬੈਠੇ ਨੇ। ਕੀ ਨਾਮ ਜੀ ਤੁਹਾਡਾ? ਰਜਨੀ ਸਰ। ਰਜਨੀ ਨਾਮ ਹੈ ਤੁਹਾਡਾ। ਤੁਸੀਂ ਕਿੱਥੋਂ ਆਏ ਹੋ ਜੀ? ਸਰ ਮੈਂ ਮੋਹਾਲੀ ਤੋਂ ਆਈ ਹਾਂ। ਤੁਸੀਂ ਮੋਹਾਲੀ ਤੋਂ ਆਏ ਹੋ। ਕੀ ਦਿੱਕਤ ਪਈ ਸੀ, ਪ੍ਰੋਬਲਮ ਸੀ? ਸਰ ਮੈਨੂੰ ਗੋਲ ਬਲੈਡਰ ਵਿੱਚ 25 mm ਦਾ ਸਟੋਨ ਸੀ ਮੇਰਾ, 2.5 ਸੈਂਟੀਮੀਟਰ ਜੀ। ਤੇ ਮੈਂ 19 ਅਗਸਤ ਨੂੰ ਸਰ ਕੋਲ ਇੱਥੇ ਆਈ ਸੀਗੀ। ਤੇ ਮੈਂ 10 ਮਿੰਟ ਪੰਨੂ ਸਰ ਨਾਲ ਗੱਲ ਕੀਤੀ ਆ। ਇਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਲੋੜ ਨਹੀਂ ਪੈਣੀ ਜੀ ਆਪਰੇਸ਼ਨ ਕਰਾਉਣ ਦੀ। ਮੈਂ ਕਿਹਾ ਕਮਾਲ ਹੈ, ਚਲੋ ਪਹਿਲੀ ਵਾਰ ਐਵੇਂ ਕਿਸੇ ਨੇ ਕਿਹਾ ਕਿ ਤੁਹਾਨੂੰ ਜ਼ਰੂਰਤ ਨਹੀਂ ਪੈਣੀ। ਪਹਿਲਾਂ ਦੱਸਦੇ ਸੀਗੇ ਉਹ ਕੀ ਕਹਿੰਦੇ ਸੀਗੇ? ਜੀ ਸਰਜਰੀ। ਮੈਂ ਕਿਹਾ ਜੀ ਅਜੇ ਤਾਂ ਮੈਂ ਵੀ 50,000 ਦਾ ਖਰਚਾ ਸਰਜਰੀ ਦਾ ਮੈਨੂੰ ਲੱਗਦਾ। ਜੀ ਬਿਲਕੁਲ। ਤੇ ਉਸ ਤੋਂ ਬਾਅਦ ਸਰਜਰੀ ਕਰਾਉਣ ਨੂੰ ਮੇਰਾ ਵੀ ਮਨ ਤਿਆਰ ਨਹੀਂ ਸੀਗਾ। ਮੈਨੂੰ ਘਰੋਂ ਗਾਲਾਂ ਵੀ ਪੈਂਦੀਆਂ ਸੀ। ਮੇਰੀ ਸਿਸਟਰ ਬੈਠੀ ਹੈ, ਇਹਨੂੰ ਪੁੱਛ ਲਓ ਕਿ ਇਹਦੇ ਹਸਬੰਡ ਕਿੰਨਾ ਡਾਂਟਦੇ ਸੀ ਕਿ ਹੁਣ ਐਵੇਂ ਇੰਨੀ ਤਕਲੀਫ ਚ ਆਉਂਦੀ, ਇੰਨੀ ਔਖੀ ਹੁੰਦੀ ਹੈ, ਤੇਰੇ ਅੰਦਰ ਪਾਣੀ ਨਹੀਂ ਜਾਂਦਾ, ਰੋਟੀ ਤੇ ਕੋ ਨਹੀਂ ਪਚਦੀ ਹੈਗੀ। ਤੇ ਸਰ ਮੈਂ 19 ਅਗਸਤ ਨੂੰ ਇਹਨਾਂ ਕੋਲ ਆਈ ਤੇ 20 ਅਗਸਤ ਨੂੰ ਮੈਂ ਦਵਾਈ ਸ਼ੁਰੂ ਕੀਤੀ ਆ। 23 ਅਕਤੂਬਰ ਦਾ ਮੇਰੇ ਕੋਲ ਅਲਟਰਾਸਾਊਂਡ ਪਿਆ।
ਮੈਂ ਅਲਟਰਾਸਾਊਂਡ ਦੀ ਰਿਪੋਰਟ ਦੇਖੀ, ਮੈਂ ਕਿਹਾ ਜੀ ਲਿਖਿਆ ਜੀ 25 ਤੋਂ 26 mm। ਮੈਂ ਇੱਥੇ ਫੋਨ ਕਰ ਦਿੱਤਾ, ਮੈਂ ਕਿਹਾ ਜੇ ਤਾਂ 25 ਤੋਂ 26 mm ਹੈਗੀ ਹੈ ਮੇਰੀ ਪੱਥਰੀ, ਮੇਰੀ ਤਾਂ ਇੰਨੀ ਸੀ। ਤੇ ਅਜੇ ਮੈਂ ਆਪਣੇ ਆਪ ਹੀ ਦੇਖ ਲਿਆ ਸਰ, ਮੈਂ ਨੰਬਰਿੰਗ ਤੁਹਾਨੂੰ ਵੀ ਦਿਖਾ ਰਹੀ ਹਾਂ। ਜਦੋਂ ਮੈਂ ਕਾਬਿਲ ਡਾਕਟਰ ਨੂੰ ਦਿਖਾਇਆ, ਉਹ ਕਹਿੰਦੇ ਕਿ ਤੁਹਾਡੀ ਨਾ ਇਹ ਪੱਥਰੀ ਹੈ ਨਾ ਜਿਹੜੀ, ਇਹ ਟੁੱਟ ਕੇ ਬਿਖਰ ਚੁੱਕੀ ਹੈ, ਇਹਦੇ ਵਿੱਚ ਹੋਲ ਹੋ ਚੁੱਕਿਆ ਜੋ ਇਹ ਰਿਪੋਰਟ ਦੇ ਮੁਤਾਬਿਕ ਹੈ। ਤੇ ਕਹਿੰਦੇ ਜਿਹੜੇ ਤੁਹਾਡੀ ਪਿੱਠ ਵਿੱਚ ਦਰਦ ਹੁੰਦਾ ਸੀ ਨਾ, ਉਹ ਤੁਹਾਨੂੰ ਇਸ ਟਾਈਮ ਨਹੀਂ ਹੈ। ਮੈਂ ਕਿਹਾ ਉਹ ਤਾਂ ਮੈਨੂੰ ਜਦੋਂ ਮੈਂ ਮੈਡੀਸਨ ਸ਼ੁਰੂ ਕੀਤੀ, ਉਹ ਤਾਂ ਮੈਨੂੰ 7 ਦਿਨ ਬਾਅਦ ਹੀ ਮੇਰਾ ਇਹ ਦਰਦ ਖਤਮ ਹੋ ਗਿਆ ਸੀਗਾ। ਤੇ ਇੱਥੇ ਮੈਂ ਫਿਰ ਫੋਨ ਕੀਤਾ, ਇਹਨਾਂ ਦਾ ਸਰ ਸਟਾਫ ਦੇ ਵਿੱਚ ਇੰਨਾ ਕਿ ਜ਼ਿਆਦਾ ਮਤਲਬ ਚਾਰਜਿੰਗ ਹੈ ਨਾ, ਤੇ ਇਹ ਕਹਿਣਗੇ ਕਿ ਤੁਸੀਂ ਮੈਡੀਸਨ ਖਾਓ, ਬਹੁਤ ਵਿਸ਼ਵਾਸ ਹੈ ਇਹਨਾਂ ਨੂੰ। ਤੇ ਪਹਿਲਾਂ ਬਹੁਤ ਮਰੀਜ਼ ਠੀਕ ਹੋਏ ਨਾ, ਤਾਂ ਉਹਨਾਂ ਨੂੰ ਐਕਸਪੀਰੀਅੰਸ ਹੋ ਗਿਆ, ਤਜਰਬਾ ਹੋ ਗਿਆ ਇਸ ਗੱਲ ਦਾ ਕਿ ਠੀਕ ਹੋ ਜਾਣਾ ਤੁਸੀਂ, ਫਿਰ ਤੁਸੀਂ ਠੀਕ ਹੋ। ਸਰ ਮੈਂ ਦਵਾਈ ਖਾਂਦੀ ਰਹੀ, ਉਸ ਤੋਂ ਬਾਅਦ ਮੈਂ 27 ਦਸੰਬਰ ਮੇਰਾ ਪੀਜੀਆਈ ਦੀ ਰਿਪੋਰਟ ਹੈ ਜੀ, ਇਹਦੇ ਵਿੱਚ ਮੇਰੀ ਦਿਖਾ ਰਹੇ ਆ 27 ਤੋਂ ਮੇਰੀ 26 mm ਦੀ ਪੱਥਰੀ, ਇਹਦੇ ਵਿੱਚ ਮੇਰੀ 15 mm ਰਹਿ ਗਈ ਹੈ ਸਰ। ਤੁਸੀਂ ਰਿਪੋਰਟ ਪੜ੍ਹ ਕੇ ਇਹ 15 mm ਲਿਖਿਆ ਇਹਦੇ ਤੇ, ਪੀਜੀਆਈ ਦੀ ਰਿਪੋਰਟ ਹੈ ਬਿਲਕੁਲ। ਆ ਡਿਪਾਰਟਮੈਂਟ ਆਫ ਰੇਡੀਓ ਡਾਇਗਨੋਸਿਸ ਐਂਡ ਇਮੇਜਿੰਗ ਪੀਜੀਆਈ ਚੰਡੀਗੜ੍ਹ, ਅਲਟਰਾਸਾਊਂਡ ਦੀ ਰਿਪੋਰਟ ਹੈ। ਤੇ ਇੱਕ ਵਾਰੀ ਮੈਂ ਕੋਸ਼ਿਸ਼ ਕਰਦਾ ਕੈਮਰੇ ਤੇ, ਕਮਲ ਕੈਮਰਾਮੈਨ ਨੇ, ਕਮਲ ਆ 15 mm ਲਿਖਿਆ ਇੱਥੇ, ਫੋਕਸ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਬਿਲਕੁਲ ਇਹ 15 mm ਦੀ ਹੈ। ਤੇ ਇਸ ਤੋਂ ਪਹਿਲਾਂ ਦੀ ਰਿਪੋਰਟ ਜਿਹੜੀ ਆ ਉਹ ਵੀ ਸਾਡੇ ਕੋਲ, ਇਹਨਾਂ ਕੋਲ ਹੈ, ਉਹਦੇ ਤੇ ਲਿਖਿਆ ਇਹ ਜਿਹੜੀ ਹੈ ਆ 25 ਤੋਂ 26 mm ਜਿਹੜੀ ਹੈ, ਇਹ ਲਿਖਿਆ 25 ਤੋਂ 26 mm। ਤੇ ਹੁਣ ਉਸ ਤੋਂ ਬਾਅਦ ਦੀ ਜਿਹੜੀ ਉਹ ਅਕਤੂਬਰ ਦੀ ਰਿਪੋਰਟ ਹੈ ਉਹ 15 mm ਦੀ ਹੈ। ਤੇ ਹੁਣ ਕਿਸ ਤਰ੍ਹਾਂ ਹੈ ਸਰ? ਇਸ ਟਾਈਮ ਮੇਰੇ ਕੋਲ ਆਹ ਲਾਸਟ ਹੈਗੀ ਆ 28 ਫਰਵਰੀ ਦੀ, ਜਿਹਦੇ ਵਿੱਚ ਲਿਖਿਆ ਹੈ ਕਿ ਤੁਹਾਡੇ ਗਾਲ ਬਲੈਡਰ ਵਿੱਚ ਸਟੋਨ ਹੈ ਨਹੀਂ ਆ। ਅੱਛਾ ਸਰ ਤਾੜੀਆਂ ਤਾਂ ਹੋਣੀਆਂ ਚਾਹੀਦੀਆਂ ਇੱਕ ਵਾਰੀ ਮੇਰੇ ਵਾਸਤੇ। ਵਾਹ ਜੀ ਵਾਹ, ਕਲੈਪਿੰਗ ਹੋ ਰਹੀ ਹੈ। ਤੇ ਉਹਦੇ ਵਿੱਚ ਲਿਖਿਆ ਹੈ ਕਿ ਹਾਂ ਗਾਲ ਬਲੈਡਰ ਦੇ ਵਿੱਚ ਕੋਈ ਸਟੋਨ ਨਹੀਂ ਹੈ। ਕੀ ਬਾਤ ਹੈ ਜੀ। ਇਟਸ ਵਾਲ ਅਪੀਅਰਸ ਸਮੂਥ ਐਂਡ ਰੈਗੂਲਰ, ਨੋ ਪੈਰੀਕੋਲੈਕਟਿਕ ਫਲੂਇਡ ਕਲੈਕਸ਼ਨ ਨੋਟਡ। ਇਹ ਮੇਰਾ ਜਿਹੜਾ ਪਿੱਤਾ ਇਸ ਟਾਈਮ ਬਿਲਕੁਲ ਓਕੇ ਆ। ਇਹਨੂੰ ਕੋਈ ਸਰ ਮੈਂ ਪੂਰੇ ਸਟਮਕ ਦਾ ਕਰਵਾਇਆ ਤਾਂ ਕਿ ਮੇਰੀ ਸਟੋਨ ਕਿਤੇ ਹੋਰ ਤਾਂ ਨਹੀਂ ਚਲੀ ਗਈ ਸਰ। ਮੇਰਾ ਲੀਵਰ ਵਗੈਰਾ ਸਭ ਪੈਂਕਰੀਆਜ਼, ਸਪਲੀਨ, ਕਿਡਨੀ ਸਾਰਾ ਓਕੇ ਆਇਆ ਕਿ ਇਹ ਨਹੀਂ ਹੈ ਕਿ ਸਟੋਨ ਟੁੱਟ ਕੇ ਕਿਤੇ ਹੋਰ ਬੋਡੀ ਪਾਰਟ ਵਿੱਚ ਚਲੀ ਗਈ ਕਿਸੇ ਹੋਰ ਪਰ organ 'ਚ। ਮੰਨਿਆ ਨਹੀਂ ਜਾਂਦਾ, ਅੱਜ ਵੀ ਨਹੀਂ ਮੰਨਦੇ। ਉਹ ਕਹਿੰਦੇ ਕਿ ਪਿੱਤਾ ਹੀ ਕੱਢਣਾ, ਪਿੱਤੇ ਦੀ ਪੱਥਰੀ ਨਹੀਂ ਨਿਕਲਦੀ, ਉਹਦੇ ਵਿੱਚ ਕੋਈ ਜਗ੍ਹਾ ਜਾਣ ਦੀ ਹੈ ਨਹੀਂ। ਮੈਂ ਤੁਹਾਨੂੰ ਇੱਕ ਬਹੁਤ ਜ਼ਿਆਦਾ ਖਾਸ ਗੱਲ ਦੱਸੂਗੀ। ਇਹਦੇ ਵਿੱਚ ਇੱਕ ਨਾ ਮਤਲਬ ਬਹੁਤ ਇੰਪੋਰਟੈਂਟ ਹੈ ਜਿਹਨੂੰ ਮੰਨਿਆ ਜਾਵੇ ਕਿ ਜੇ ਆਪਾਂ ਇਹ ਦਵਾਈ ਖਾ ਰਹੇ ਹਾਂ ਨਾ, ਤਾਂ ਸਰ ਮੈਂ ਪੂਰੀ ਵਫਾਦਾਰੀ ਨਿਭਾਈ ਹੈ ਦਵਾਈ ਖਾਣ ਦੇ ਨਾਲ। ਜੇ ਮੈਨੂੰ ਜਿਹੜੀ ਚੀਜ਼ ਇਹਨਾਂ ਨੇ ਮਨਾ ਕੀਤੀ ਸੀ ਨਾ ਕਿ ਆਹ ਚੀਜ਼ ਨਹੀਂ ਖਾਣੀ, ਸਰ ਮੈਂ ਉਹੀ ਦਾਲ ਦਲੀਏ ਤੇ ਰਹਿੰਦੀ ਰਹੀ। ਲੇਕਿਨ ਇਹ ਨਹੀਂ ਹੈ ਕਿ ਜਾ ਕੇ ਜੀ ਸਵੇਰੇ ਦਵਾਈ ਖਾ ਲਈ ਤੇ ਸ਼ਾਮ ਨੂੰ ਗੋਲਗੱਪੇ ਖਾ ਲਏ, ਕੱਲ ਕੋਲਡ ਡਰਿੰਕ ਪੀ ਲਈ, ਪਰਸੋਂ ਪੀਜ਼ਾ ਖਾ ਲਿਆ। ਸਰ ਐਵੇਂ ਦਾ ਮੈਂ ਕੁਝ ਨਹੀਂ ਕੀਤਾ। ਜਿਹੜੀ ਗੱਲ ਜਿਸ ਢੰਗ ਦੇ ਨਾਲ ਕਿਹਾ ਦਵਾਈ ਲੈਣ ਨੂੰ, ਉਸ ਢੰਗ ਨਾਲ ਤੁਸੀਂ ਲਈ। ਮੈਂ ਸਰ ਬਿਲਕੁਲ ਉਵੇਂ ਹੀ ਲਿੱਤੀ ਹੈ। ਜੇ ਉਹਨਾਂ ਨੇ ਕਿਹਾ ਕਿ 100 ml ਲੈਣੀ ਹੈ, ਸਰ ਮੈਂ ਇੱਕ 100 ml ਦੀ ਬੋਟਲ ਲੈ ਕੇ ਆਈ, ਉਹਨੂੰ ਉਸੇ ਤਰ੍ਹਾਂ ਹੀ ਦਵਾਈ ਨੂੰ ਲਿੱਤਾ। ਮੈਂ ਉਵੇਂ ਹੀ ਮੈਂ ਉਸੇ ਤਰੀਕੇ ਖੁਸ਼ ਹੋ ਹੁਣ ਦਵਾਈ ਲੈਣ ਬਿਲਕੁਲ ਠੀਕ ਹੋ ਕੇ? ਸਰ ਉਹ ਕਹਿੰਦੇ ਆ ਨਾ ਮੈਂ ਅੱਜ ਸਰ ਉਹ ਕਹਿੰਦੇ ਆ ਨਾ ਮੈਂ ਅੱਜ ਕੰਬਲੀ ਹੋ ਜਾਣਾ ਨੱਚ ਨੱਚ ਕੇ। ਸਰ ਮੇਰਾ ਤਾਂ ਉਹੀ ਹਾਲ ਹੈ ਉਦੋਂ ਤੋਂ ਹੀ। ਤੇ ਹੋਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਹੁਣ ਤੁਸੀਂ, ਜਿਹੜੇ ਇੱਥੇ ਦਵਾਈ ਲੈਣ ਆਉਣਾ ਚਾਹੁੰਦੇ ਨੇ? ਉਹਨਾਂ ਦੇ ਮਨ 'ਚ ਕਈ ਵਾਰੀ ਇੱਕ ਤੁੱਕਾ ਹੁੰਦਾ ਕਿ ਯਾਰ ਵਾਕਈ ਠੀਕ ਹੋ ਜਾਓਗੇ, ਨਹੀਂ ਹੋਵਾਂਗੇ, ਇਸ ਤਰ੍ਹਾਂ ਦੇ ਵਿਚਾਰ ਨੇ। ਹੋ ਜਾਣਗੇ ਜਾਂ ਨਹੀਂ ਹੋ ਜਾਣਗੇ ਸਰ, ਜੇ 100% ਗਾਰੰਟੀ ਦਿੰਦੇ ਮੈਂ 200% ਦਊਂਗੀ, ਲੇਕਿਨ ਦਵਾਈ ਤੁਸੀਂ ਪੂਰੇ ਪਰਹੇਜ਼ ਨਾਲ ਖਾਣੀ ਹੈ, ਇਹਨਾਂ ਦੇ ਦੱਸੇ ਅਕੋਰਡਿੰਗ ਖਾਣੀ ਆ। ਚਲੋ ਬਹੁਤ ਧੰਨਵਾਦ। ਰਜਨੀ ਜੀ ਜਿਹੜੇ ਨੇ ਕਹਿੰਦੇ ਕਿ ਬਿਲਕੁਲ ਇਹਨਾਂ ਦੀ ਸਿਸਟਰ ਵੀ ਨੇ, ਉਹਨਾਂ ਨੂੰ ਵੀ ਪੁੱਛ ਲੈਂਦੇ ਆ। ਮੈਮ ਤੁਸੀਂ ਆਏ ਹੋ, ਰਜਨੀ ਜੀ ਆਏ ਨੇ, ਉਹ ਕਹਿੰਦੇ ਕਿ ਹੁਣ ਤਾਂ ਰਿਪੋਰਟਾਂ ਵੀ ਬੋਲਦੀਆਂ ਨੇ ਕਿ ਗੋਲ ਬਲੈਡਰ ਨਹੀਂ ਕਢਾਉਣਾ ਪਿਆ, ਸਟੋਨ ਜਿਹੜਾ ਇਹ ਵਿੱਚੋਂ ਨਿਕਲ ਗਿਆ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਅੱਗੇ ਖਾ ਨਹੀਂ ਪਾਉਂਦੇ ਸੀਗੇ, ਹੁਣ ਬਿਲਕੁਲ ਕਾਫੀ ਮਤਲਬ ਖਾ ਲੈਂਦੇ ਤੇ ਇਹਨਾਂ ਨੂੰ ਹਜਮ ਵੀ ਹੋ ਜਾਂਦਾ ਹੈ। ਜਦੋਂ ਵੈਸੇ ਪਿੱਤਾ ਕਢਵਾ ਦੋ ਤਾਂ ਬਹੁਤ ਚੀਜ਼ਾਂ ਸਾਰੀ ਉਮਰ ਨਹੀਂ ਖਾਈਆਂ ਜਾ ਸਕਦੀਆਂ। ਹਾਂਜੀ ਹਾਂਜੀ ਹੁਣ ਇਹ ਸਾਰਾ ਕੁਝ ਖਾ ਲੈਂਦੇ ਆ, ਕੋਈ ਦਿੱਕਤ ਨਹੀਂ ਆਉਂਦੀ ਹੈਗੀ। ਹਾਂਜੀ ਤਾਂ ਜਿਸ ਢੰਗ ਦੇ ਨਾਲ ਇੱਥੇ ਪੇਸ਼ੈਂਟਸ ਜਿਹੜੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਤੁਹਾਡਾ ਨਾਮ ਕੀ ਹੈ ਜੀ? ਸਰ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ। ਕਿੱਥੋਂ ਆਏ ਹੋ ਤੁਸੀਂ? ਸਰ ਮੈਂ ਗੜਸ਼ੰਕਰੋਂ ਆਇਆ ਜੀ। ਅੱਛਾ, ਕੀ ਦਿੱਕਤ ਕੀ ਸੀ ਤੁਹਾਨੂੰ? ਸਰ ਮੈਨੂੰ ਸੋਰਾਇਸਿਸ ਸੀ ਸਰ। ਸੋਰਾਇਸਿਸ ਸੀ? ਕਿੱਥੇ ਬੋਡੀ ਤੇ ਸੀ? ਕਿੱਥੇ ਪੂਰੀ ਬੋਡੀ ਤੇ ਸੀ ਸਰ। ਪੂਰੀ ਬੋਡੀ ਤੇ ਕਿ ਪੈਰ ਤੱਕ ਪੂਰੇ ਭਰਿਆ ਹੋਇਆ ਸੀ। ਮਤਲਬ ਉਹ ਜ਼ਖਮ ਹੋ ਜਾਂਦੇ ਨੇ ਤੇ ਪਾਣੀ ਉਹ ਰਸਦਾ ਰਹਿੰਦਾ, ਉਦਾਂ ਹੋ ਜਾਂਦਾ? ਬਿਲਕੁਲ ਸਰ। ਜੇ ਜ਼ਿਆਦਾ ਵੱਧ ਜਾਵੇ ਜ਼ਖਮ ਫਿਰ ਇਚਿੰਗ ਲਾਈਨ ਦੀ ਹੋਣ ਸੀਗੀ, ਤੇ ਫਿਰ ਉਹ ਆਪਾਂ ਜਦੋਂ ਤੁਸੀਂ ਕਿੰਨੀ ਦੇਰ ਦਵਾਈ ਤੁਸੀਂ ਖਾਧੀ? ਸਰ ਮੈਨੂੰ 3 ਮੰਥ ਪੂਰੇ ਹੋ ਗਏ ਤੇ ਚੌਥਾ ਹਾਂਜੀ। ਹੁਣ ਕਿਸ ਤਰ੍ਹਾਂ ਹੋ ਤੁਸੀਂ? 90 ਤੋਂ 95% ਐਂਡ ਬਿਲਕੁਲ ਕਲੀਅਰ ਹੈ। ਬੋਡੀ ਦੀ ਸਕਿਨ ਜਿਹੜੀ ਸੀਗੀ ਉਹ ਠੀਕ ਹੋ ਗਈ? ਹਾਂਜੀ ਬਸ ਹਲਕੇ ਹਲਕੇ ਬਿਲਕੁਲ ਲਾਈਟ ਜੇ ਬਲੈਕ ਜੇ ਹੋਏ, ਬਾਕੀ ਸਾਰੀ ਕਲੀਅਰ ਬੋਡੀ ਮੇਰੀ। ਪਹਿਲਾਂ ਕਿਸ ਤਰ੍ਹਾਂ ਦੀ ਸੀ? ਪਹਿਲਾਂ ਹਾਂ ਜ਼ਖਮ ਹੋਏ ਸੀ ਤੇ ਮਤਲਬ ਕਿ ਸਕਿਨ ਦੇ ਉੱਪਰ ਸਕਿਨ ਆਉਂਦੀ ਰਹਿੰਦੀ ਸੀ ਤੇ ਝੜਦੀ ਰਹਿੰਦੀ ਹੁੰਦੀ ਸੀ ਤੇ ਇਚਿੰਗ ਹੋਈ ਜਾਂਦੀ ਸੀ। ਤੇ ਬਲਕਿ ਇਹ ਤੋਂ ਪਹਿਲਾਂ ਵੀ ਸਾਰੀ ਐਲੋਪੈਥੀ ਮਤਲਬ ਕਿ ਆਯੁਰਵੈਦਿਕ, ਹੋਮਿਓਪੈਥਿਕ ਤੇ ਈਵਨ ਕਿ ਨੈਚੁਰਲਪੈਥੀ ਮੈਂ ਸਾਰੇ ਕਰਕੇ ਯੂਜ਼ ਕਰ ਦੇਖ ਲਏ। ਤੁਹਾਨੂੰ ਕੋਈ ਸਿਖਾ ਕੇ ਤਾਂ ਨਹੀਂ ਭੇਜ ਰਿਹਾ ਇੱਥੇ? ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ। ਤੇ ਮੈਂ ਕਹਿੰਦਾ ਜਿਹਨੂੰ ਕੋਈ ਬਿਲਕੁਲ ਪ੍ਰੋਬਲਮ ਜੈਨੂਨ ਹੈਗੀ ਹੈ, ਉਹ ਇੱਕ ਵਾਰ ਇੱਥੇ ਵੈਦ ਸਾਹਿਬ ਕੋਲ ਜ਼ਰੂਰ ਆਉਣ ਤੇ
ਕਹਿੰਦੇ ਇਹ ਤਾਂ ਬੰਦੇ ਸਿਖਾ ਕੇ ਲਿਆਂਦੇ ਹੁੰਦੇ ਨੇ, ਪਲਾਂਟਡ ਨੇ, ਗੱਲ ਨਹੀਂ ਐਕਚੁਅਲੀ ਮੈਂ ਦੱਸਦਾ ਕਿਉਂ ਪੈਸੇ ਦੇ ਕੇ ਲਿਆਂਦੇ ਹੁੰਦੇ ਨੇ, ਇਦਾਂ ਹੀ ਕਹਿੰਦੇ ਰਹਿੰਦੇ ਨੇ। ਨਹੀਂ ਸਰ, ਐਕਚੁਅਲੀ ਮੈਂ 5 ਸਾਲ ਹੋ ਗਏ ਸੀ ਮੈਨੂੰ 2017 ਤੋਂ ਇਹ ਪ੍ਰੋਬਲਮ ਹੈ ਤੇ ਮੈਂ ਮਤਲਬ ਕਿ ਜੇ ਬਾਕੀ ਵੀ ਆਪਾਂ ਮੈਡੀਸਿਨ ਲੈਂਦੇ ਸੀ ਉਹ ਤੋਂ ਪਰਹੇਜ਼ ਇੰਨਾ ਸੀਗਾ ਸਰ। ਮੈਂ ਉਬਲੀ ਹੋਈ ਸਿਰਫ ਦਾਲ ਜਾਂ ਸਬਜ਼ੀ ਖਾਂਦਾ ਸੀ, ਇੱਕ ਨਾਲ ਫੁਲਕਾ, ਤੇ ਆ ਮਤਲਬ ਕਿ 5 ਸਾਲ ਤੋਂ ਬਾਅਦ ਮੈਂ ਅੱਜ ਖੁਸ਼ੀ ਆ, ਹੁਣ ਤੁਸੀਂ ਖੁਸ਼ ਹੋ? ਬਿਲਕੁਲ ਸਰ, ਤੰਦਰੁਸਤ ਹੋ ਗਏ, ਕਿਉਂਕਿ ਕਹਿੰਦੇ ਸਿਹਤ ਹੀ ਸਭ ਤੋਂ ਵੱਡਾ ਧਨ ਹੈ, ਹੈਲਥ ਇਜ਼ ਵੈਲਥ ਹੈ। ਬਿਲਕੁਲ ਸਰ, ਬਿਲਕੁਲ। ਸੋ ਮੈਂ ਜਿਹੜਾ ਵੀ ਇਹ ਦੇਖ ਰਿਹਾ ਤੁਹਾਡੀ ਵੀਡੀਓ ਸਰ, ਮੈਂ ਹੀ ਉਹ ਕਹੂੰਗਾ ਕਿ ਇੱਕ ਵਾਰ ਜ਼ਰੂਰ ਜੇ ਕਿਸੇ ਨੂੰ ਜੈਨੂਨ ਨੂੰ ਪ੍ਰੋਬਲਮ ਹੈਗੀ ਤਾਂ ਵੈਦ ਸਾਹਿਬ ਕੋਲ ਜ਼ਰੂਰ ਆਉਣਾ। ਚਲੋ ਬਹੁਤ ਧੰਨਵਾਦ। ਦੇਖੋ ਵਿਸ਼ਵਾਸ ਕਰਨਾ ਜਾਂ ਨਾ ਕਰਨਾ ਇਹ ਤੁਹਾਡੇ ਤੇ ਆ, ਪਰ ਜਿਹੜੇ ਲੋਕ ਇੱਥੇ ਬੈਠੇ ਨੇ, ਜਿਹੜੇ ਆਏ ਹੋਏ ਨੇ, ਉਹ ਆਪਣੀ ਦੱਸ ਰਹੇ ਨੇ ਕਹਾਣੀ ਕਿ ਕਿਵੇਂ ਉਹ ਬਿਲਕੁਲ 100% ਤੱਕ ਤੰਦਰੁਸਤ ਹੋ ਗਏ। ਸਰ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ, ਤੇ ਅਸੀਂ ਫਸਟ ਟਾਈਮ ਆਏ, ਮੇਰੇ ਮਦਰ ਨੇ ਇਹ ਨਾਲ ਆਏ ਨੇ, ਇਹਨਾਂ ਨੂੰ ਗਠੀਆ ਜੀ, ਜੋੜਾਂ ਦਾ ਦਰਦ ਆ। ਹਾਂਜੀ, ਫਸਟ ਟਾਈਮ ਆਏ। ਫਸਟ ਟਾਈਮ ਆਏ ਹੋ, ਹਜੇ ਇਹਦਾ ਐਕਸਪੀਰੀਅੰਸ ਜਿਹੜਾ ਤੁਸੀਂ ਪਹਿਲਾਂ ਦਵਾਈਆਂ ਲੈ ਰਹੇ ਹੋ ਕਿਸੇ ਹੋਰ ਪਾਸਿਓਂ? ਹਾਂਜੀ, ਅਸੀਂ ਤਾਂ ਬਹੁਤ ਥਾਵਾਂ ਖਾ ਲਿਆ ਜੀ, PGI ਵੀ, ਕੋਈ ਡਾਕਟਰ ਨਹੀਂ ਛੱਡਿਆ ਪਤੇ ਲਾਉਣੇ ਦਾ। ਅੱਛਾ, ਤੁਹਾਨੂੰ ਹੁਣ ਕਿੱਥੋਂ ਪਤਾ ਲੱਗਿਆ ਕਿ ਇੱਥੇ ਦਾ? ਫਿਰ ਇੱਥੇ ਜੀ ਮੋਬਾਈਲ ਤੇ ਮੈਂ ਦੇਖੀ ਜਾਂਦੀ ਹੁੰਦੀ ਰਾਤ ਨੂੰ, ਉਹ ਤੋਂ ਪਤਾ ਲੱਗਾ ਤੀ ਪੜ੍ਹ ਕੇ। ਫਸਟ ਟਾਈਮ ਆਏ ਹੋ, ਪਰ ਇੱਥੇ ਕਾਫੀ ਲੋਕ ਜਿਹੜੇ ਆਉਂਦੇ ਨੇ ਉਹ ਕਹਿੰਦੇ ਅਸੀਂ ਠੀਕ ਹੁੰਦੇ ਆ। ਹਾਂਜੀ, ਉਹਦੇ ਮੋਬਾਈਲ ਨੂੰ ਦੇਖ ਕੇ ਹੀ ਤਾਂ ਹੀ ਫਿਰ ਵਿਸ਼ਵਾਸ ਆ ਵੀ ਆਪਾਂ ਉੱਥੇ ਚੱਲੋ। ਚਲੋ ਅਸੀਂ ਤੁਹਾਡੇ ਕੋਲ ਫੇਰ ਕਦੇ ਜਦੋਂ ਤੁਸੀਂ ਆਓਗੇ ਫੇਰ ਤੁਹਾਨੂੰ ਪੁੱਛਾਂਗੇ ਜ਼ਰੂਰ ਕਿ ਕਿਸ ਤਰ੍ਹਾਂ ਠੀਕ ਹੋ ਗਏ। ਹਾਂਜੀ, ਤੁਸੀਂ ਪਹਿਲੀ ਵਾਰ ਆਏ ਹੋ ਜਾਂ? ਨਹੀਂ, ਮੈਂ ਤਾਂ ਪਹਿਲੀ ਵਾਰ ਵੀ ਆਇਆ, ਬਹੁਤ ਦੇਰ ਬਾਅਦ ਆਇਆ। ਤੁਸੀਂ ਆਏ ਹੋ? ਨਾ, ਮੈਂ ਬਿੰਦ ਰੱਖੀ ਦੇ ਰਿਸ਼ਤੇਦਾਰ। ਅੱਛਾ, ਤੁਸੀਂ ਸੁਰਜੀਤ ਬਿੰਦ ਰਖੀਆ ਸਾਹਿਬ ਦੇ ਰਿਲੇਟਿਵ ਹੋ, ਰਿਸ਼ਤੇਦਾਰ ਹੋ? ਹਾਂ, ਉਹਦੀ ਭੈਣ ਨੂੰ ਤਾਂ ਖੰਘ ਸੀਗੀ 2-3 ਸਾਲ ਤੇ। ਅੱਛਾ ਜੀ। ਹੁਣ ਤਾਂ ਖੰਘ ਤਾਂ ਠੀਕ ਹੈ। ਅੱਛਾ, ਖਾਂਸੀ ਠੀਕ ਹੋ ਗਈ? ਠੀਕ ਹੈ ਜੀ, ਹਾਂ। ਫਿਰ ਇੱਕ ਅੱਖਾਂ ਦੀ ਦਵਾਈ ਲਈ ਸੀਗੀ ਇਹਨਾਂ ਨੇ, ਅੱਖਾਂ ਵੀ ਫਰਕ ਹੈ ਹੁਣ, ਦੁਬਾਰਾ ਐਨਕਾਂ ਦੁਬਾਰਾ ਚੇਂਜ ਕਰਾਉਣੀਆਂ ਪਈਆਂ। ਅੱਛਾ, ਨੰਬਰ ਘਟ ਗਿਆ? ਘਟ ਗਿਆ। ਬਾਕੀ ਹੋਰ ਟੈਸਟ ਕਰਾ ਕੇ ਲਿਆਉਂਦੇ ਹੋਰ ਚੈੱਕ ਕਰਾਉਣ ਵਾਸਤੇ ਲਿਆਉਂਦੇ ਹਾਂ। ਹਾਂਜੀ। ਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਨੇ, ਤੁਹਾਡਾ ਕੀ ਨਾਮ ਹੈ ਜੀ? ਸਰ ਹਰਜੀਤ ਸਿੰਘ। ਤੁਸੀਂ ਪਹਿਲੀ ਵਾਰੀ ਆਏ ਹੋ? ਸਰ ਕਾਫੀ ਵਾਰ ਆ ਗਿਆ ਮੈਂ। ਕਾਫੀ ਵਾਰੀ ਆਏ ਹੋ, ਠੀਕ ਹੋ ਰਹੇ ਹੋ? ਹਾਂਜੀ ਸਰ, ਕੀ ਠੀਕ। ਪ੍ਰੋਬਲਮ ਕੀ ਹੈ? ਸਰ ਪੇਟ ਦੀ ਪ੍ਰੋਬਲਮ ਸੀ, ਗੈਸ ਤੇਜ਼ਾਬ ਬਣਦਾ ਸੀ। ਗੈਸ ਤੇਜ਼ਾਬ ਬਣਦਾ? ਅੱਛਾ, ਹੁਣ ਠੀਕ ਹੈ। ਖਾ ਨਹੀਂ ਸੀ ਹੁੰਦਾ ਹੈਗਾ ਕੁਝ ਵੀ? ਜਦੋਂ ਖਾਣਾ ਖਾ ਲਈਦਾ ਸੀ ਨਾ ਉਦੋਂ ਪ੍ਰੋਬਲਮ ਆਉਂਦੀ। ਅੱਛਾ, ਐਸਿਡਿਟੀ ਵਾਂਗ ਹੋ ਜਾਂਦੀ? ਹਾਂਜੀ ਹਾਂਜੀ। ਤੇ ਹੁਣ ਵਧੀਆ, ਬਿਲਕੁਲ ਹੁਣ ਠੀਕ। ਠੀਕ ਹੈ। ਤਾਂ ਇਹ ਜਿਹੜੇ ਸਾਰੇ ਲੋਕ ਨੇ ਇੱਥੇ ਆਏ ਹੋਏ ਨੇ, ਤਾਂ ਜੀ दाढ़ी भी बिल्कुल सफ़ेद हो गई थी। ਅੱਛਾ, ਦਾੜੀ ਚਿੱਟੀ ਹੋ ਗਈ ਸੀ? हाँ जी, 50% से ज़्यादा काली हो गई। 50% ਤੋਂ ਜ਼ਿਆਦਾ ਕਾਲੀ ਹੋ ਗਈ ਜਦੋਂ ਸਰੀਰ ਠੀਕ ਹੋਣ ਲੱਗ ਗਿਆ ਹੈ ਨਾ, ਸਾਰੀਆਂ ਚੀਜ਼ਾਂ ਠੀਕ ਹੋਣ ਲੱਗ हाँ जी हाँ। ਗਈਆਂ। ਤੁਸੀਂ ਫਸਟ ਟਾਈਮ ਆਏ ਹੋ ਜੀ? ਹਾਂਜੀ, ਅੱਜ ਤਾਂ ਬਸ ਇਹ ਮਿਲਣ ਆਏ ਸੀਗੇ ਵੈਦ ਸਾਹਿਬ ਜੀਰੇ ਤੋਂ। ਅੱਛਾ ਜੀ। ਪਤਾ ਲੱਗਾ ਸੀਗਾ ਦੋਸਤ ਸਾਡੇ ਗੁਰਦੀਪ ਸਿੰਘ ਨੂੰ ਦੱਸੇ, ਇਹ ਤਾਂ ਤੁਹਾਨੂੰ ਕਿਵੇਂ ਲੱਗਿਆ ਜੇ ਇੱਥੇ ਆ ਕੇ? ਕੀ ਤੁਸੀਂ ਮਹਿਸੂਸ ਕੀ ਕੀਤਾ ਅੱਜ? ਬਹੁਤ ਵਧੀਆ, ਕਿਉਂਕਿ ਪਰਮਾਤਮਾ ਹੈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਬੈਠਾ ਆ, ਠੀਕ ਹੋ ਰਹੇ ਆ ਲੋਕ, ਔਰ ਅਸੀਂ ਆਪਦੀਆਂ ਸ਼ੁਭ ਕਾਮਨਾਵਾਂ ਦੇਣ ਲਈ ਮੈਨੂੰ ਲੱਗਦਾ ਚਾਹੀਦੀਆਂ ਵੀ ਨੇ। ਜੇ ਕੋਈ ਬੰਦਾ ਕਿਸੇ ਬਿਮਾਰ ਬੰਦੇ ਨੂੰ ਠੀਕ ਕਰ ਦੇਵੇ, ਢਿੱਲੋਂ ਸਾਹਿਬ, ਉਹਦੇ ਵਰਗੀ ਕੋਈ ਗੱਲ ਹੋ ਸਕਦੀ ਹੈ ਦੁਨੀਆ ਦੇ ਵਿੱਚ? ਕਿਤੇ ਨਹੀਂ ਜੀ। ਮੈਂ ਤਾਂ ਅੱਗੇ ਇਹ ਗੱਲ ਕਹੀ ਹੈ ਕਿ ਜਿਹੜੀ ਤੁਹਾਡੀ ਜ਼ਿੰਦਗੀ ਹੈ, ਕਈ ਵਾਰੀ ਅਸੀਂ ਪੈਸੇ ਵੀ ਲਾ ਲੈਂਦੇ ਹਾਂ, ਘਰ ਵੀ ਉੱਜੜ ਜਾਂਦਾ ਹੈ, ਠੀਕ ਵੀ ਨਹੀਂ ਹੁੰਦੇ। ਇੱਥੇ ਮੈਨੂੰ ਜਿਹੜੀ ਸਭ ਤੋਂ ਵੱਡੀ ਚੀਜ਼ ਲੱਗੀ ਨਾ, ਇੱਕ ਤਾਂ ਪ੍ਰਮਾਤਮਾ ਨੂੰ ਯਾਦ ਰੱਖ ਕੇ ਹਰ ਆਉਣ ਵਾਲੇ ਆਦਮੀ ਨੂੰ ਪਹਿਲਾਂ ਲੰਗਰ ਛਕਾਇਆ ਜਾਂਦਾ ਹੈ, ਔਰ ਉਸ ਤੋਂ ਵੱਡੀ ਗੱਲ, ਜੇ ਕਿਸੇ ਕੋਲੇ ਨਹੀਂ ਵੀ ਇੰਤਜ਼ਾਮ ਹੈਗਾ, ਲੱਖਾਂ ਰੁਪਏ ਦੀ ਦਵਾਈ ਹੈ ਕੈਂਸਰ ਦੀ। ਮੈਂ ਤੁਹਾਨੂੰ ਦੱਸਾਂ, ਮੈਂ ਆਪਣੇ ਸਾਹਮਣੇ ਦੇਖਿਆ ਕਿ ਫ੍ਰੀ ਵੀ ਦਿੰਦੇ ਹੈ, ਕਿ ਕੋਈ ਗੱਲ ਨਹੀਂ, ਜੇ ਕਿਸੇ ਕੋਲੇ ਨਹੀਂ ਹੈ, ਕਹਿੰਦੇ ਮੇਰੇ ਕੋਲੇ ਆਇਆ ਬੰਦਾ ਬਚ ਜੇ। ਬਿਲਕੁਲ, ਇਹਨਾਂ ਦੀ ਪਹਿਲੀ ਇੱਛਾ ਇਹ ਹੁੰਦੀ ਹੈ, ਬਾਕੀ ਸਾਰਾ ਕੁਝ ਬਾਅਦ ਚ ਰੱਖਦੇ ਆ। ਸੋ ਮੈਂ ਆਸ ਨਾਲ ਲੋਕ ਆਉਂਦੇ ਨੇ, ਤੇ ਮੈਨੂੰ ਲੱਗਦਾ ਉਹਨਾਂ ਦੀ ਆਸ ਤੁਸੀਂ ਦੇਖ ਹੀ ਲਿਆ ਸ਼ਾਇਦ। ਬਿਲਕੁਲ ਬਿਲਕੁਲ ਜੀ। ਅੱਜ ਜਿਵੇਂ ਹੁਣ ਅੱਜ ਮੈਂ ਜਦੋਂ ਆਇਆ ਸੀਗਾ, ਇਹ ਭਾਈ ਸਾਹਿਬ ਜਿਹੜੇ ਸਿਰੋਸਿਸ ਵਾਲੇ ਆਏ ਸੀਗੇ, ਤੇ ਮੈਂ ਇਹਨਾਂ ਦੀਆਂ ਪਹਿਲੀਆਂ ਫੋਟੋਆਂ ਵੇਖੀਆਂ ਤੇ ਹੁਣ ਵੇਖਿਆ ਜ਼ਮੀਨ ਅਸਮਾਨ ਦਾ ਫਰਕ ਹੈ ਇਹਨਾਂ ਦਾ ਵੀ। ਬਿਲकुल ਜੀ ਜੀ। पास में नहीं बैठा था कोई मेरे। कोई पास नहीं सी बैठता? स्मैल आउंदी सी? नहीं, स्मैल तो नहीं आती, बस जिस तरह मक्खी मच्छर नेड़े आ जाते सी ना। तो बाकी लंगर भी यहाँ बहुत अच्छा है, दिल्ली के 5 स्टार होटल भी इसके मुकाबले में 0 है। ਦਿੱਲੀ ਦੇ 5 ਸਟਾਰ ਹੋਟਲ ਫੇਲ ਨੇ। ਰਜਨੀ ਜੀ ਕੋਲ ਦੁਬਾਰਾ। ਰਜਨੀ ਜੀ, ਅੱਜ ਸੀਗੇ ਕਹਿੰਦੇ ਕਿ ਤੁਸੀਂ ਕੀ ਖਾ ਕੇ ਆਏ ਹੋ ਅੱਜ? ਤੇ ਅੱਜ ਮੈਂ 5-4 ਪੂਰੀਆਂ ਤੇ ਮੈਂ ਖਾਈ ਲਈਆਂ ਸਰ, ਮੇਰਾ ਡਾਈਜੈਸਟ ਵੀ ਹੋ ਗਿਆ, ਤੁਹਾਡੇ ਸਾਹਮਣੇ ਬੈਠੀ ਹਾਂ। ਬਿਲਕੁਲ ਬਿਲਕੁਲ, ਧੰਨਵਾਦ। ਤੁਸੀਂ ਵੀ ਆਏ ਹੋ ਪਹਿਲਾਂ ਜਾਂ ਫਸਟ ਟਾਈਮ ਹੈ ਜੀ? ਨਹੀਂ, ਸਾਨੂੰ 5-6 ਵਾਰੀ ਆ ਚੁੱਕੇ ਹਾਂ। ਅੱਛਾ ਜੀ। ਹਾਂਜੀ। ਕੀ ਪ੍ਰੋਬਲਮ ਹੈ ਜੀ? ਮੈਨੂੰ ਕਲਰ ਤੋਂ ਐਲਰਜੀ ਸੀ, ਮੇਰੀ ਇਹ ਵਾਲੀ ਚੀਜ਼, ਜਿੱਦਾਂ ਮੇਰੇ ਸੂਟ ਤੇ ਪ੍ਰਿੰਟ ਪਿਆ ਨਾ, ਮੇਰੀ ਬਾਡੀ ਤੇ ਇਦਾਂ ਸੀ ਇਸ ਚੀਜ਼ ਤੇ। ਅਜੇ ਥੋੜਾ ਜਿਹਾ ਲਾਈਟ ਹੋ ਗਿਆ, ਥੋੜਾ ਰਹਿ ਗਿਆ। ਅੱਛਾ, ਬਾਡੀ ਤੇ ਨਿਸ਼ਾਨ ਸੀਗੇ? ਹਾਂ, ਤੇ ਸਕਿਨ ਜਿੱਦਾਂ ਸੜੀ ਛਿਲਕਾ ਨਹੀਂ ਲੈ ਜਾਂਦਾ ਉੱਪਰੋਂ, ਅੱਛਾ, ਇਸ ਚੀਜ਼ ਤੋਂ, ਸਾਰੀ ਇਸ ਚੀਜ਼ ਤੋਂ। ਹੁਣ ਤਾਂ ਤੁਹਾਡੀ ਸਕਿਨ ਠੀਕ ਲੱਗ ਰਹੀ ਹੈ ਫਿਰ? ਹਾਂ, ਹੁਣ ਕਲਰ ਵੀ ਕੀਤਾ। ਜੇ ਕਲਰ ਨਹੀਂ ਸੀ ਕਦੇ ਬਹੁਤ ਖਾਰਿਸ਼ ਹੁੰਦੀ ਸੀ। ਐਲਰਜੀ ਸੀ ਤੁਹਾਨੂੰ ਜਦੋਂ ਤੁਸੀਂ ਕਲਰ ਕਰ? ਜ਼ਿਆਦਾ ਐਲਰਜੀ, ਇੰਨੀ ਜ਼ਿਆਦਾ ਐਲਰਜੀ ਸੀ ਕਿ ਤਾਂ ਮੈਂ ਬਰਦਾਸ਼ਤ ਨਹੀਂ ਸੀ ਹੁੰਦੀ ਮੇਰੇ ਕੋਲੋਂ। ਅੱਛਾ। ਹਾਂ,
ਤੇ ਪਰ ਹੁਣ ਜਦੋਂ ਦੀ ਇਹਨਾਂ ਕੋਲ ਮੈਂ ਮੈਡੀਸਨ ਲਈ ਆ ਬਿਲਕੁਲ ਹੀ ਮੈਂ ਮਤਲਬ ਠੀਕ ਆ। ਹਾਂ, ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਪਿਕਟ ਪੌਵਨ ਸਾਹਿਬ ਤੋਂ ਆਏ ਆ। ਤਾਂ ਜਿਹੜੇ ਇੱਥੇ ਮਰੀਜ਼ ਨੇ ਉਹਨਾਂ ਨੇ ਆਪੋ ਆਪਣੇ ਤਜਰਬੇ ਸਾਂਝੇ ਕੀਤੇ ਨੇ ਕਿਵੇਂ ਕਿਵੇਂ ਠੀਕ ਹੋਏ, ਤੇ ਹੁਣ ਅਸੀਂ ਕਵੀ ਸੰਧੂ ਹੋਰਾਂ ਤੋਂ ਇੱਕ ਗਾਣਾ ਵੀ ਸੁਣਾਂਗੇ ਜ਼ਰੂਰ। ਕੀ ਕਹਿਣਾ ਚਾਹੁੰਦੇ ਹੋ? ਪਹਿਲੇ ਤੇ ਮੈਂ ਇੱਕ ਇਹ ਵਾਲੀ ਫੋਟੋ, ਅੱਛਾ, ਪਹਿਲੇ ਮੇਰਾ ਇਹ ਵਾਲਾ ਫੇਸ ਸੀ ਜਦੋਂ ਹਾਫ ਪੈਰਾਲਿਸਿਸ ਹੋਇਆ। ਕਮਲ ਦਿਖਾਉਣਾ ਚਾਹਾਂਗੇ ਇੱਕ ਵਾਰੀ ਇਹ ਫੋਟੋ, ਜਿਹੜਾ ਹਾਫ ਪੈਰਾਲਿਸਿਸ ਫੇਸ ਤੇ ਹੋ ਗਿਆ ਸੀ ਤਾਂ ਫੇਸ ਟੇਢਾ ਹੋ ਗਿਆ ਸੀਗਾ ਬਿਲਕੁਲ, ਹਨਾ, ਇੱਥੋਂ ਪਤਾ ਲੱਗ ਰਿਹਾ ਹੈ। ਹਾਂ, ਤੇ ਹੁਣ ਇਹ ਬਿਲਕੁਲ ਦੇਖੋ ਬਿਲਕੁਲ ਠੀਕ ਹੋ ਗਿਆ। ਹਾਂਜੀ, ਹੁਣ ਮੈਂ ਠੀਕ ਹਾਂ 9 ਦਿਨ ਦੇ ਵਿੱਚ। 9 ਦਿਨ ਦੇ ਵਿੱਚ। ਪਹਿਲੇ ਮੈਕਸ 'ਚ ਮੈਂ ਲਈ ਸੀ 1 ਵੀਕ ਵਾਸਤੇ, ਤੇ डॉक्टर ने खुद ही कह दिया कि आपको कोई आराम नहीं है, रिलीफ नहीं है। फिर मैंने यहाँ से दवाई ली, देन एक कैप्सूल दिया था, 25% में साथ के साथ ठीक हो गई थी, और विद इन 9 डेज 90% ठीक हो गया था मेरा। ਤੇ ਇਹਨਾਂ ਦੇ ਮੈਡਮ ਦੇ ਜਦੋਂ ਪੱਥਰੀ ਸੀ, ਸਾਨੂੰ 2 ਪੱਥਰੀਆਂ ਸੀਗੀਆਂ ਇਹਨਾਂ ਦੇ ਗੋਲ ਬਲੈਡਰ ਦੇ ਵਿੱਚ, 27 mm ਤੇ 22 mm। ਜਦੋਂ ਸਾਨੂੰ ਪਤਾ ਲੱਗਾ ਕਿ ਪੱਥਰੀ ਆ ਤੇ ਇਹਨਾਂ ਨੂੰ ਉਲਟੀਆਂ ਲੱਗਦੀਆਂ ਸੀਗੀਆਂ, ਇਹਨਾਂ ਨੂੰ ਦਰਦ ਬਹੁਤ ਜ਼ਿਆਦਾ ਹੁੰਦਾ ਸੀਗਾ, ਤਾਂ ਫਿਰ ਅਸੀਂ ਇੱਥੇ ਆਏ ਜਦੋਂ ਇਹਨਾਂ ਕੋਲੇ, ਤੇ ਇਹਨਾਂ ਨੇ ਜਦੋਂ ਦਵਾਈ ਦਿੱਤੀ ਤਾਂ ਇਹਨਾਂ ਨੇ ਸਾਨੂੰ ਇਹ ਕਿਹਾ ਕਿ ਤੁਹਾਨੂੰ ਅਗਰ ਕਦੇ ਪੇਨ ਵੀ ਹੋਏ ਨਾ ਤਾਂ ਮੇਰੀ ਦਵਾਈ ਤੁਸੀਂ 1 ਡੋਜ਼ ਹੋਰ ਲੈ ਲੈਣਾ। ਉਦੋਂ ਉਸ ਤੋਂ ਬਾਅਦ ਤਕਰੀਬਨ ਇਹਨਾਂ ਨੂੰ ਕਦੇ ਵੀ ਪੇਨ ਨਹੀਂ ਹੋਇਆ, ਕਦੇ ਉਲਟੀ ਨਹੀਂ ਲੱਗੀ। 1.25 ਮਹੀਨਾ ਦਵਾਈ ਖਾਣ ਤੋਂ ਬਾਅਦ ਇਹਨਾਂ ਨੇ ਦਵਾਈ ਛੱਡ ਦਿੱਤੀ। ਵਿਸ਼ਵਾਸ ਨਹੀਂ ਹੁੰਦਾ, ਲੋਕ ਵੀ ਕਹਿੰਦੇ ਨੇ ਗੋਲ ਬਲੈਡਰ 'ਚੋਂ ਪੱਥਰੀ ਤਾਂ ਨਿਕਲਣੀ ਨਹੀਂ, ਤੁਸੀਂ ਐਵੇਂ ਟੱਕਰਾਂ ਮਾਰਦੇ ਆ, ਠੀਕ ਹੈ। ਚਲੋ ਇਹਨਾਂ ਨੂੰ ਵੀ ਲੱਗਾ ਕਿ ਵੀ ਮੈਂ ਓਪਰੇਟ ਹੀ ਕਰਾ ਲੈਂਦੀ ਹਾਂ, ਫਿਰ ਬਾਅਦ 'ਚ ਤੰਗ ਨਾ ਹੋਵਾਂ ਉਹਦੇ ਤੋਂ। ਪੇਨ ਨਹੀਂ ਸੀ ਹੋ ਰਿਹਾ ਜਦੋਂ ਇਹਨਾਂ ਨੇ ਓਪਰੇਟ ਕਰਾਉਣ ਦੀ ਸੋਚੀ। ਮੈਕਸ ਹਸਪੀਟਲ ਹਰਿਆਣਾ ਗੌਰਮੈਂਟ ਦੇ ਪੈਨਲ 'ਤੇ ਹੈ, ਤੇ ਇਹਨਾਂ ਨੂੰ ਉੱਥੋਂ ਮਿਲ ਜਾਣਾ ਸੀਗਾ, ਤੇ ਉਹਨਾਂ ਨੇ ਕਿਹਾ ਕਿ ਚਲੋ ਇੱਥੋਂ ਕਰਾ ਲੈਂਦੇ ਹਾਂ। ਫਿਰ ਡਾਕਟਰ ਵੀ ਬਹੁਤ ਵਧੀਆ ਨੇ, ਹਸਪੀਟਲ ਵੀ ਅੱਛਾ ਹੈ। ਡਾਕਟਰ ਨੂੰ ਪੁੱਛਿਆ, ਉਹਨਾਂ ਨੇ ਕਿਹਾ ਕਿ ਤੁਸੀਂ ਟੈਸਟ ਕਰਾਓ। ਸਾਰੇ ਟੈਸਟ ਕਰਵਾ ਲਏ। ਲਾਸਟ ਸਕੈਨਿੰਗ ਜਿਹੜੀ ਆ ਉਹ ਰਹਿੰਦੀ ਸੀਗੀ, ਓਪਰੇਸ਼ਨ ਤੋਂ 1 ਦਿਨ ਪਹਿਲਾਂ ਕਰਨੀ ਸੀਗੀ, ਨੈਕਸਟ ਡੇ ਓਪਰੇਟ ਕਰਨਾ ਸੀਗਾ। ਉਸ ਤੋਂ ਪਹਿਲਾਂ ਜਦੋਂ ਇਹਨਾਂ ਨੇ ਸਕੈਨਿੰਗ ਕੀਤੀ ਤਾਂ ਰਿਪੋਰਟ ਅਸੀਂ ਦੇਖੀ ਕਿ ਅਸੀਂ ਕਿਹਾ ਕਿ ਇਹਦੇ 'ਚ ਤਾਂ ਸਾਨੂੰ ਉਹ ਜਿਹੜੀ ਪੱਥਰੀ ਉਹ ਬਹੁਤ ਛੋਟੀ ਲੱਗ ਰਹੀ ਹੈ। ਪਹਿਲਾਂ ਵੱਡੀ ਸੀ, 1 ਮਹੀਨਾ 1.25 ਮਹੀਨਾ ਦਵਾਈ ਖਾਧੀ, ਫਿਰ ਉਹ ਛੋਟੀ ਸੀਗੀ। ਹਾਂ, ਛੋਟੀ ਸੀਗੀ, 2 ਸੀਗੀ ਇਹਨਾਂ ਦੇ। ਸਾਨੂੰ ਤਾਂ ਪਤਾ ਨਹੀਂ ਲੱਗਾ, ਅਸੀਂ ਸੋਚਿਆ ਵੀ ਦਵਾਈ ਇਹ ਤਾਂ ਛੋਟੀ ਜੀ ਦਿਖ ਰਹੀ ਹੈ ਪੱਥਰੀ। ਉਹ ਕਹਿੰਦੇ ਤੁਸੀਂ ਲਿਖੇ ਤੇ ਨਾ ਜਾਓ, ਇਹਦੀ ਸਿਰਫ ਫੋਟੋ ਦੇਖੋ। ਅਸੀਂ ਤਾਂ ਫੋਟੋ ਦੇਖ ਕੇ ਇਹਦੀ ਜਿਹੜੀ ਹੈਗੀ ਆ ਉਹ ਓਪਰੇਟ ਕਰਦੇ ਹਾਂ, ਪਰ ਸਾਡਾ ਦਿਲ ਨਹੀਂ ਮੰਨਿਆ। ਅਸੀਂ ਉੱਥੋਂ ਹੀ ਮੈਕਸ ਤੋਂ ਹੀ ਸਿੱਧੇ ਇੱਥੇ ਆ ਗਏ, ਔਰ 20-25 ਕਿਲੋਮੀਟਰ ਸਾਰੇ। ਤੇ ਹੁਣ ਕੀ ਹੈਗੇ, ਹੁਣ ਪੱਥਰੀ ਹੈ ਜਾਂ ਨਹੀਂ ਹੈਗੀ? ਹੁਣ ਪੱਥਰੀ ਜਿਹੜੀ ਤੇ ਛੋਟੀ ਸੀ 22 ਵਾਲੀ, ਉਹ ਤੇ ਮੈਲਟ ਹੋ ਗਈ, ਤੇ ਜਿਹੜੀ 27 ਵਾਲੀ ਸੀ ਉਹ 13 ਰਹਿ ਗਈ ਸੀ। ਠੀਕ ਹੈ, ਮੈਲਟ ਹੋ ਗਈਆਂ ਮਤਲਬ? ਉਹ ਮੈਲਟ ਹੋ ਗਈ, ਨਿਕਲ ਰਹੀ ਇੱਕ ਖਤਮ ਹੋ ਗਈ। ਹਾਂਜੀ, ਕਿੰਨੀ ਦੇਰ ਹੋ ਗਈ ਦਵਾਈ? ਹਜੇ ਮੈਂ 1 ਮਹੀਨਾ ਹੋਰ ਲੈ ਰਹੀ ਹਾਂ, ਤੇ ਮੈਂ ਦੁਬਾਰਾ ਤੇ ਨਹੀਂ ਕਰਾਇਆ। ਮਤਲਬ ਕਰਾਉਣ ਸਰਜਰੀ ਗਏ ਸੀਗੇ, ਸਰਜਰੀ ਕਰਾਉਣ ਤੋਂ ਪਹਿਲਾਂ ਆ ਗਏ ਤੁਸੀਂ? ਬਿਲਕੁਲ, ਸਰਜਰੀ ਨੈਕਸਟ ਡੇ ਸਰਜਰੀ ਸੀ, ਤੇ ਮੈਂ ਉੱਥੇ ਹੀ ਸਰਜਰੀ ਕੈਂਸਲ ਕਰੀ। ਮੈਂ ਕਿਹਾ ਜੀ ਆਪਰੇਟ ਹੀ ਕਰਾਉਣਾ ਹੈ ਤੇ ਮੈਂ ਬਾਅਦ 'ਚ ਕਰਾਵਾਂਗੀ, ਮੈਂ ਪਹਿਲੇ ਦਵਾਈ ਲੈਣੀ ਆ ਆਯੁਰਵੈਦਿਕ। ਤੇ ਜਿਸ ਢੰਗ ਦੇ ਨਾਲ ਇਹ ਮੰਨਿਆ ਨਹੀਂ ਜਾਂਦਾ ਹੈਗਾ ਕਿ ਪਿੱਤੇ ਦੇ ਵਿੱਚੋਂ ਪੱਥਰੀ ਨਿਕਲ ਸਕਦੀ ਹੈ ਗੋਲ ਬਲੈਡਰ ਤੋਂ ਵਿੱਚੋਂ, ਕਿ ਉਹ ਸਾਰਾ ਰਿਮੂਵ ਕਰਨਾ ਪੈਂਦਾ। ਯੈਸ, ਡਾਕਟਰ ਆਲਸੋ ਸੈਡ ਕਿ ਹੀ ਕੁਡਨਟ ਬਿਲੀਵ ਇਟ, ਔਰ ਮੀ ਟੂ ਸੇਮ ਹੇਅਰ ਕਿ ਵੀ ਹਾਊ ਇਟ ਕੈਨ ਬੀ ਪੋਸੀਬਲ। ਸੋ ਬਟ ਆਯੁਰਵੈਦਿਕ 'ਚ ਜਿਹੜੇ ਕਹਿੰਦੇ ਨਾ ਚੁਟਕੀ ਨਾਲ ਵੀ ਅਸਰ ਹੋ ਜਾਂਦਾ ਹੈ, ਤੇ ਜੇ ਤੁਹਾਡੀ ਦਵਾਈ ਪ੍ਰੋਪਰ ਸਹੀ ਹੈਗੀ ਤੇ ਉਹ ਇੱਕ ਚੁਟਕੀ ਰਾਖ ਵਾਲੀ ਵੀ ਉਹ ਵੀ ਆਰਾਮ ਕਰ ਜਾਂਦੀ ਹੈ। ਕੁਝ ਹੋਰ ਐਕਸਪੀਰੀਅੰਸ ਵੀ ਨੇ ਸਿੰਘ ਸਾਹਿਬ ਜਿਸ ਢੰਗ ਦੇ ਨਾਲ? ਐਕਸਪੀਰੀਅੰਸ ਇਸ ਤਰ੍ਹਾਂ ਜੀ, ਜਿਹੜਾ ਹੈਗਾ ਹੈ ਕਿ ਮੈਂ ਇਹਨਾਂ ਦਾ ਇੰਟਰਵਿਊ ਵੀ ਸੁਣਿਆ ਸੀਗਾ, ਔਰ ਮੈਂ ਇਹ ਵੀ ਦੇਖਿਆ ਕਿ ਇਹ ਦਵਾਈ ਦੇ ਵਿੱਚ ਕੋਈ ਵੀ ਸਟੇਰੋਇਡ ਯੂਜ਼ ਨਹੀਂ ਕਰਦੇ। ਜਿਹੜੀ ਇਹਨਾਂ ਦੀ ਖਾਸੀਅਤ ਹੈ ਦਵਾਈ ਦੀ, ਇਹ ਦਵਾਈ ਬਿਲਕੁਲ ਪਿਓਰ ਯੂਜ਼ ਕਰਦੇ ਨੇ। ਇਹ ਉਹਦੇ ਵਿੱਚ ਕੋਈ ਵੀ ਚੀਜ਼ ਮਤਲਬ ਘਟੀਆ ਨਹੀਂ ਪਾਉਂਦੇ। ਜਿਸ ਢੰਗ ਦੇ ਨਾਲ ਜਦੋਂ ਵਿਸ਼ਵਾਸ ਹੋ ਗਿਆ, ਫਿਰ ਤੁਸੀਂ ਹੋਰਾਂ ਨੂੰ ਵੀ ਕਿਹਾ ਕਿ ਜਾਂ ਕੋਈ ਠੀਕ ਹੋਇਆ ਤੁਹਾਡੇ? ਜਦੋਂ ਮੈਂ ਇਹ ਵਾਲੀ ਸਰਚ ਕੀਤੀ ਕਿ ਵੀ ਇਹ ਦਵਾਈ ਬਿਲਕੁਲ ਸਹੀ ਦੇ ਰਹੇ ਨੇ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੋ ਰਿਹਾ, ਕੋਈ ਸਟੇਰੋਇਡ ਨਹੀਂ ਹੈਗੇ, ਤਾਂ ਫਿਰ ਮੈਂ ਕਾਫੀ ਲੋਕਾਂ ਨੂੰ ਮਤਲਬ ਰਿਕਮੈਂਡ ਕੀਤਾ। ਮੇਰੇ ਇੱਕ ਮਿੱਤਰ ਨੇ, ਬਿਲੀਅਨਰਸ ਹੈਗੇ ਨੇ, ਇੰਡਸਟਰੀਅਲਿਸਟ ਨੇ ਬਹੁਤ ਵੱਡੇ, ਇੱਥੇ ਸ਼ਾਹਬਾਦ ਮਾਰਕੰਡਾ ਹਰਿਆਣੇ ਦੇ ਵਿੱਚ। ਉਹਨਾਂ ਨੂੰ ਜਦੋਂ ਮੈਂ ਮੈਡਮ ਦੇ ਬਾਰੇ ਦੱਸਿਆ ਕਿ ਵੀ ਉਹਨਾਂ ਦੀ ਪਿੱਤੇ 'ਚੋਂ ਪੱਥਰੀ ਨਿਕਲ ਗਈ, ਉਹਨਾਂ ਨੂੰ ਬੜਾ ਵਿਸ਼ਵਾਸ ਹੋਇਆ। ਉਹ ਜਦੋਂ ਮੇਰੇ ਨਾਲ ਇੱਥੇ ਆਏ, ਉਹ ਫਸਟ ਟਾਈਮ ਹੀ ਆ ਗਏ। ਕੀ ਉਹਨਾਂ ਨੂੰ ਕੀ ਦਿੱਕਤ ਸੀਗੀ? ਉਹਨਾਂ ਨੂੰ ਕਈ ਬਿਮਾਰੀਆਂ ਸੀਗੀਆਂ। ਉਹਨਾਂ ਨੂੰ ਇੱਕ ਤਾਂ ਬਹੁਤ ਜ਼ਿਆਦਾ ਖਾਂਸੀ ਆ ਰਹੀ ਸੀ, ਫੇਫੜਿਆਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ, ਔਰ ਉਹਨਾਂ ਨੂੰ ਐਸਥਮਾ ਜ਼ਿਆਦਾ ਸੀਗਾ, ਜਿਹੜਾ ਕਿ ਉਹਨਾਂ ਨੂੰ 2-2 ਘੰਟੇ ਬਾਅਦ ਪੰਪ ਲੈਣਾ ਪੈਂਦਾ ਸੀਗਾ।
ਇਨਹੇਲਰ ਲੈਣਾ ਪੈਂਦਾ ਸੀਗਾ। ਉਹਨਾਂ ਨੂੰ ਵੀ ਲੱਗਾ, ਉਹਨਾਂ ਨੂੰ ਸ਼ੂਗਰ ਵੀ ਸੀਗੀ, ਉਹਨਾਂ ਦੇ ਵਾਲ ਵੀ ਉੱਡ ਚੁੱਕੇ ਸੀਗੇ ਸ਼ੂਗਰ ਦਾ ਕਰਕੇ ਸਿਰ ਦੇ, ਔਰ ਹੋਰ ਕਈ ਪ੍ਰੋਬਲਮ ਸੀਗੀਆਂ ਉਹਨਾਂ ਨੂੰ। ਫਿਰ ਹੋਏ ਠੀਕ? ਉਹ ਜਦੋਂ ਇੱਥੇ ਆਏ ਮੇਰੇ ਨਾਲ, ਤੇ ਉਹ ਦਵਾਈ ਲੈਣ ਤੋਂ ਬਾਅਦ 4 ਦਿਨ ਬਾਅਦ ਹੀ ਉਹਨਾਂ ਦਾ ਪੰਪ ਬੰਦ ਹੋ ਗਿਆ, ਔਰ ਅੱਜ ਤੱਕ ਉਹਨਾਂ ਨੇ ਪੰਪ ਨਹੀਂ ਲਿਆ। ਜਿਹੜਾ ਇਨਹੇਲਰ ਅਸਥਮਾ ਲਈ ਲੈਣਾ ਪੈਂਦਾ ਉਹ ਨਹੀਂ ਲੈਣਾ, ਨਹੀਂ ਲੈ ਰਹੇ। ਕਿੰਨੀ ਦੇਰ ਤੋਂ ਪਹਿਲਾਂ ਲੈਂਦੇ ਸੀ? ਗੱਲ ਹੈਗੀ ਹੈ ਫਰਵਰੀ ਫਸਟ ਵੀਕ ਦੇ ਵਿੱਚ। ਉਹ ਪਿਛਲੇ 2 ਸਾਲ ਤੋਂ ਪੰਪ ਲੈ ਰਹੇ ਸੀ। 2 ਸਾਲ ਤੋਂ ਪੰਪ ਲੈ ਰਹੇ ਸੀ, ਤੁਸੀਂ ਕਹਿ ਰਹੇ ਹੋ 4 ਦਿਨ ਦੇ ਵਿੱਚ ਪੰਪ ਉਹਨਾਂ ਦਾ ਛੁੱਟ ਗਿਆ। ਪੰਪ ਬੰਦ ਕਰ ਦਿੱਤਾ, ਔਰ ਟੋਟਲ 10 ਦਿਨ ਦੀ ਦਵਾਈ ਦਿੱਤੀ ਸੀ ਉਹਨਾਂ ਨੂੰ ਅਸਥਮਾ ਦੀ, ਔਰ ਉਹ 10 ਦਿਨ ਤੋਂ ਬਾਅਦ ਉਹਨਾਂ ਨੂੰ ਕੋਈ ਦਵਾਈ ਨਹੀਂ ਦਿੱਤੀ ਗਈ ਕਿ ਵੀ ਹੁਣ ਤੁਹਾਡਾ ਬਿਲਕੁਲ ਠੀਕ ਹੈਗਾ। ਤੇ ਉਹਨਾਂ ਨੂੰ ਤੁਸੀਂ ਦੱਸਦੇ ਸੀਗੇ ਕਿ ਜਿਹੜਾ ਸਿਰ ਦਾ ਗੰਜਾਪਣ ਸੀਗਾ, ਉਹਨਾਂ ਨੇ ਗੰਜਾਪਣ ਦੇ ਲਈ ਤੇਲ ਦਿੱਤਾ ਸੀ ਇਹਨਾਂ ਨੇ, ਉਹ ਤੇਲ ਲਗਾਉਂਦੇ ਰਹੇ, ਪਰ ਉਹਨਾਂ ਨੇ ਧਿਆਨ ਨਹੀਂ ਕੀਤਾ ਵੀ ਮੇਰੇ ਸਿਰ ਦੇ ਵਾਲ ਉੱਗ ਗਏ ਨੇ। ਉਹ ਨਾਈ ਕੋਲੇ ਨਾ ਵਾਲ ਕਟਾਉਣ ਗਏ, ਤੇ ਉਹ ਨਾਈ ਕਹਿੰਦਾ ਕਿ ਤੁਹਾਡੇ ਤਾਂ ਵਾਲ ਦੁਬਾਰਾ ਆ ਗਏ ਨੇ। ਉਹ ਹੈਰਾਨ ਹੋਏ, ਫਿਰ ਉਹਨਾਂ ਨੂੰ ਹੋਰ ਜ਼ਿਆਦਾ ਵਿਸ਼ਵਾਸ ਹੋ ਗਿਆ। ਹੁਣ ਵੀ ਉਹਨਾਂ ਦੀ ਕੰਟੀਨਿਊਸ ਦਵਾਈ ਚੱਲਦੀ ਪਈ ਹੈ ਸ਼ੂਗਰ ਦੀ। ਉਹ ਇਨਸੂਲਿਨ ਯੂਜ਼ ਕਰਦੇ ਸੀਗੇ ਨਾਲ, ਹੁਣ ਇਨਸੂਲਿਨ ਬੰਦ ਹੈ ਉਹਨਾਂ ਦੀ ਇਸ ਟਾਈਮ ਤੇ, ਔਰ ਸ਼ੂਗਰ ਵੀ ਕਾਫੀ ਉਹਨਾਂ ਦੀ ਕੰਟਰੋਲ ਹੈਗੀ ਹੈ। ਮਤਲਬ ਇਹ ਚੀਜ਼ਾਂ ਵਿਸ਼ਵਾਸ ਨਹੀਂ ਹੁੰਦੀਆਂ ਜਿਹੜੀਆਂ ਤੁਸੀਂ ਦੱਸ ਰਹੇ ਹੋ। ਹਾਂਜੀ। ਇੱਕ ਮੇਰੀ ਫਰੈਂਡ ਹੈਗੀ, ਮੇਰੀ ਕਲੀਗ, ਉਹਨਾਂ ਨੂੰ ਜਦੋਂ ਪਤਾ ਲੱਗਿਆ, ਉਹਨਾਂ ਨੂੰ ਗੈਸ ਪ੍ਰੋਬਲਮ ਬਹੁਤ ਜ਼ਿਆਦਾ ਸੀ, ਮਤਲਬ ਹੱਦ ਗੈਸ ਸੀ। ਤੇ ਫਿਰ ਮੈਂ ਲੈ ਕੇ ਆਈ ਸੀ ਇੱਥੇ, ਤੇ ਉਹਨਾਂ ਨੇ ਵੀ ਦਵਾਈ ਲਈ। ਉਹਨਾਂ ਨੂੰ ਆਫਟਰ 15 ਡੇਜ਼ ਸ਼ੀ ਬਿਕੇਮ ਵੈਰੀ ਨੋਰਮਲ। ਠੀਕ ਹੈ, ਪਰ ਬਹੁਤ ਸਾਰੇ ਲੋਕ ਜਿਹੜੇ ਕੀ ਲੱਗਦਾ ਹੈ ਕਿ ਕਈ ਵਾਰੀ ਅਸਰ ਹੋਣਾ ਜਾਂ ਨਾ ਅਸਰ ਹੋਣਾ, ਕੀ ਪਰਹੇਜ਼ ਨਹੀਂ ਰੱਖਦੇ, ਜਾਂ ਜਿਸ ਢੰਗ ਨਾਲ ਰਿਕਮੈਂਡ ਕੀਤਾ ਜਾਂਦਾ ਕਿ ਇਸ ਵਿਧੀ ਨਾਲ ਦਵਾਈ ਲੈਣੀ ਹੈ ਉੱਦਾਂ ਨਹੀਂ ਲੈਂਦੇ, ਇਹ ਚੀਜ਼ਾਂ ਵੀ ਫਰਕ ਪੈਂਦਾ? ਉਹ ਵੀ ਚੀਜ਼ਾਂ ਜੀ ਆਪਣਾ ਨੇ ਇੱਕ ਧਾਰਨਾ ਬਣ ਚੁੱਕੀ ਹੈ। ਆਪਾਂ ਨੂੰ ਅੱਜ ਬੁਖਾਰ ਹੋ ਜਾਵੇ ਤਾਂ ਆਪਾਂ ਐਲੋਪੈਥਿਕ ਡਾਕਟਰ ਵੱਲ ਭੱਜਦੇ ਹਾਂ ਕਿ ਉਹ ਜਲਦੀ ਬੁਖਾਰ ਉਤਾਰ ਦੇਗਾ। ਪਰ ਮੈਂ ਇੱਕ ਜਿਹੜਾ ਸਾਡੇ ਨਾਲ ਘਟੀ ਹੈ ਘਟਨਾ, ਜਿਹੜਾ ਅਸੀਂ ਚਮਤਕਾਰ ਵੀ ਕਹਿ ਸਕਦੇ ਹਾਂ, ਕਿ ਅਸੀਂ ਜਦੋਂ ਇਹਨਾਂ ਨੂੰ ਪੈਰਾਲਾਈਸਿਸ ਹੋ ਗਿਆ ਤਾਂ ਇਹ ਬਹੁਤ ਜ਼ਿਆਦਾ ਘਬਰਾ ਗਏ ਕਿ ਮੇਰਾ ਤਾਂ ਫੇਸ ਖਰਾਬ ਹੋ ਗਿਆ, ਮੈਂ ਤਾਂ ਗਾਣੇ ਸੀਗੇ। ਤਾਂ ਅਸੀਂ ਜਦੋਂ ਮੈਕਸ ਦੇ ਵਿੱਚ ਗਏ, ਮੈਕਸ ਵਾਲੇ ਨੇ ਸਾਰੇ ਟੈਸਟ ਕਰਨ ਤੋਂ ਬਾਅਦ 10-15 ਹਜ਼ਾਰ ਰੁਪਏ ਖਰਚਣ ਤੋਂ ਬਾਅਦ ਉਹਨੇ ਇੱਕ ਦਵਾਈ ਦਿੱਤੀ ਸਾਨੂੰ 5 ਦਿਨ ਦੀ। 5 ਦਿਨ ਦਵਾਈ ਖਾਣ ਤੋਂ ਬਾਅਦ ਜਦੋਂ ਅਸੀਂ ਉਹਨਾਂ ਕੋਲ ਪਹੁੰਚੇ, ਉਹਨਾਂ ਨੇ ਖੁਦ ਕਿਹਾ ਕਿ ਇਸ ਦਵਾਈ ਨਾਲ ਤੁਹਾਨੂੰ ਕੋਈ ਅਸਰ ਨਹੀਂ ਹੋਇਆ, ਮੈਂ ਦਵਾਈ ਚੇਂਜ ਕਰਾਂਗਾ। ਅਸੀਂ ਕਿਹਾ ਇੱਥੇ ਆਏ, ਫਿਰ ਅਸੀਂ ਕਿਹਾ ਕਿ ਦਵਾਈ ਹੁਣ ਚੇਂਜ ਨਹੀਂ ਕਰਾਣੀ ਅਸੀਂ, ਠੀਕ ਹੈ। ਅਸੀਂ ਉੱਥੋਂ ਛੱਡ ਕੇ ਦਵਾਈ ਸਭ ਕੁਝ ਸਿੱਧੇ ਇੱਥੇ ਆ ਗਏ। ਇੱਥੇ ਆ ਕੇ ਤੁਸੀਂ ਯਕੀਨ ਨਹੀਂ ਕਰਨਾ, ਮਤਲਬ ਤੁਹਾਨੂੰ ਅਸੀਂ ਫੋਟੋਆਂ ਵੀ ਦੇਵਾਂਗੇ ਆਪਦੀਆਂ। 1 ਘੰਟੇ ਦੇ ਵਿੱਚ ਇਹਨਾਂ ਨੇ ਇੱਥੇ ਆਂਦੇ ਦਾਵਾ ਕਰ ਦਿੱਤਾ ਸੀਗਾ 1 ਘੰਟਾ ਤੁਸੀਂ ਵੇਟ ਕਰੋ, ਦਵਾਈ ਦਿੱਤੀ ਇਹਨਾਂ ਨੂੰ 1 ਘੰਟੇ ਦੇ ਵਿੱਚ 25% 25% 1 ਘੰਟੇ ਦੇ ਵਿੱਚ ਇਹ ਇੱਥੋਂ ਠੀਕ ਹੋ ਕੇ ਗਏ ਨੇ, ਠੀਕ ਹੈ ਨਾ। ਅਸੀਂ ਹੋਰ ਕਿਸੇ ਦੀ ਤਾਂ ਕੀ ਗੱਲ ਕਰੀਏ। ਔਰ 9 ਦਿਨ ਦੇ ਵਿੱਚ ਪੈਰਾਲਾਈਸਿਸ ਠੀਕ ਹੋ ਗਿਆ। ਉਹਦੇ ਬਾਅਦ ਅਸੀਂ ਫਿਰ ਮੈਕਸ ਦੇ ਵਿੱਚ ਚੈੱਕ ਕਰਵਾਇਆ, ਮੈਕਸ ਵਾਲੇ ਡਾਕਟਰ ਨੇ ਕਿਹਾ ਕਿ ਯੂ ਆਰ 100% ਓਕੇ। ਜਿਹੜੇ ਡਾਕਟਰ ਕਹਿੰਦੇ ਸੀਗੇ ਕਿ ਠੀਕ ਨਹੀਂ ਹੋਣਾ, ਦਵਾਈ ਨਹੀਂ ਠੀਕ ਕੰਮ ਕਰ ਰਹੀ ਹੈਗੀ, ਉਹ ਇੱਥੇ ਆ ਕੇ ਠੀਕ ਹੋ ਗਏ। ਹਾਂਜੀ ਹਾਂਜੀ, ਜੇ ਤੁਸੀਂ ਪਰਹੇਜ਼ ਵਾਲੀ ਗੱਲ ਕਰਦੇ ਹੋ, ਉੱਥੇ ਵੀ ਮੇਰੇ ਨਾਲ, ਮੈਂ ਜ਼ਿਆਦਾ ਪਰਹੇਜ਼ ਵੀ ਨਹੀਂ ਕੀਤੇ ਤੇ ਫਿਰ ਵੀ ਮੈਡੀਸਨ ਨੇ ਕੰਮ ਕਰਿਆ। ਮੈਂ ਕਿਹਾ ਸਰਜਰੀ ਕਰਾਣੀ ਹੈ, ਮੈਂ ਖੂਬ ਸਮੋਸੇ ਖਾਏ, ਮੈਂ ਕਿਹਾ ਬਾਅਦ 'ਚ ਖਾ ਨਹੀਂ ਸਕਦੀ, ਪਰ ਫਿਰ ਵੀ ਮੈਡੀਸਨ ਨੇ ਕੰਮ ਕਰਿਆ। ਮਤਲਬ ਇੱਕ ਖਾਸੀਅਤ ਹੋਰ ਵੀ ਹੈਗੀ ਹੈ ਮੈਂ ਜਿਹੜੀ ਇੱਥੇ ਦੇਖੀ ਹੈ, ਕਿ ਬਹੁਤ ਜ਼ਿਆਦਾ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਤੂੰ ਆਹ ਨਹੀਂ ਖਾਣਾ ਜਾਂ ਉਹ ਨਹੀਂ ਖਾਣਾ, ਠੀਕ ਹੈ ਨਾ। ਇਹਨਾਂ ਦੀ ਦਵਾਈ ਹੀ ਇੰਨੀ ਸਟਰੋਂਗ ਹੈਗੀ ਹੈ, ਇੰਨੀ ਅੱਛੀ ਹੈਗੀ ਹੈ। ਅਗਰ ਕੋਈ ਉਹਨੂੰ ਵਿਸ਼ਵਾਸ ਰੱਖ ਕੇ ਔਰ ਕੰਟੀਨਿਊਸ ਦਵਾਈ ਖਾ ਲੈਂਦਾ। ਜ਼ਿਆਦਾਤਰ ਲੋਕ ਪਤਾ ਕੀ ਕਰਦੇ ਆ, 1 ਟਾਈਮ ਖਾ ਲਈ, 2 ਟਾਈਮ ਨਹੀਂ ਖਾਧੀ, ਹੈ ਨਾ, ਫਿਰ ਬਾਅਦ ਚ ਕਹਿ ਦਿੰਦੇ ਕਿ ਅਸੀਂ ਠੀਕ ਨਹੀਂ ਹੋਏ, ਠੀਕ ਹੈ ਨਾ। ਲੇਕਿਨ ਜਿੰਨੇ ਵੀ ਲੋਕ ਸਾਡੇ ਨਾਲ ਆਏ, ਸਾਡੇ ਥਰੂ ਆਏ, ਜਾਂ ਅਸੀਂ ਹੋਰ ਜਿੰਨਿਆਂ ਨੂੰ ਵੀ ਇੱਥੇ ਕਿਤੇ ਸੁਣਿਆ ਪੁੱਛਿਆ, ਕੋਈ ਵੀ ਬੰਦਾ ਮੈਨੂੰ ਇਹੋ ਜਿਹਾ ਨਹੀਂ ਮਿਲਿਆ ਹਜੇ ਤੱਕ ਜਿਹਨੇ ਇਹ ਕਿਹਾ ਹੋਵੇ ਕਿ ਇਹਨਾਂ ਦੀ ਦਵਾਈ ਤੋਂ ਮੈਂ ਠੀਕ ਨਹੀਂ ਹੋਇਆ। ਤੁਸੀਂ ਪਹਿਲਾਂ ਪੰਨੂ ਸਾਹਿਬ ਨੂੰ ਕਿਤੇ ਜਾਣਦੇ ਸੀ ਜਾਂ ਸਿਰਫ ਇੰਟਰਵਿਊਜ਼ ਦੇਖ ਕੇ ਆਏ? ਮੈਂ ਇੰਟਰਵਿਊ ਦੇ ਥਰੂ ਹੀ ਆਇਆ ਸੀਗਾ, ਤੇ ਇੰਟਰਵਿਊ ਦੇ ਥਰੂ ਮਤਲਬ ਦੇਖਣ ਤੋਂ ਬਾਅਦ ਹੀ ਮੈਨੂੰ ਵਿਸ਼ਵਾਸ ਹੋ ਗਿਆ ਸੀ ਇਹਨਾਂ ਦੇ ਇੰਟਰਵਿਊ ਸੁਣ ਕੇ, ਕਿਉਂਕਿ ਇਹਨਾਂ ਨੇ ਇੰਟਰਵਿਊ ਦੇ ਵਿੱਚ ਦਾਅਵਾ ਕੀਤਾ ਸੀਗਾ ਕਿ ਅਗਰ ਮੇਰੀ ਦਵਾਈ ਨੂੰ ਕੋਈ ਵੀ ਗਲਤ ਸਾਬਿਤ ਕਰ ਦੇਵੇ, ਕੋਈ ਮਿਕਸਿੰਗ ਸਾਬਿਤ ਕਰ ਦੇਵੇ, ਤਾਂ ਮੈਂ ਉਸ ਬੰਦੇ ਨੂੰ 1 ਲੱਖ ਰੁਪਏ ਇਨਾਮ ਦੇਵਾਂਗਾ। ਐਕਸਪੀਰੀਅੰਸ ਯਕੀਨ ਅਨਬਿਲੀਵੇਬਲ ਕਹਿ ਸਕਦੇ ਹਾਂ। ਰੀਅਲੀ ਅਨਬਿਲੀਵੇਬਲ ਐਂਡ ਮਿਰਾਕੂਲਸ ਵੀ ਕੈਨ ਸੇ। ਸੋ ਮਤਲਬ ਜੇ ਮੈਂ ਗੱਲ ਤੁਹਾਨੂੰ ਕਹਾਂ ਕਿ ਇੰਡੀਆ, ਹਿੰਦੁਸਤਾਨ, ਇਹਦੇ 'ਚ ਆਪਾਂ ਕੀ ਕਹਿੰਦੇ ਆ ਕਿ ਆਯੁਰਵੈਦਿਕ ਪੱਧਤੀ ਪਹਿਲੇ ਹੁੰਦੀ ਸੀ, ਅਸੀਂ ਫੋਲੋ ਕਰਦੇ ਸੀ। ਤੇ ਹੁਣ ਜੇ ਨੌਲੇਜ ਹੋਏ ਤੁਹਾਨੂੰ ਜੜੀ ਬੂਟੀਆਂ ਦੀ, ਗੱਲ ਉਹੀ ਹੈ ਕਿ ਤੁਹਾਨੂੰ ਰੀਅਲ 'ਚ ਨੌਲੇਜ ਹੋਣੀ ਚਾਹੀਦੀ, ਤੇ ਫਿਰ ਜੜੀ ਬੂਟੀਆਂ ਅੱਜ ਵੀ ਕੰਮ ਕਰਦੀਆਂ। ਗਾਣਾ ਸੁਣਾਓਗੇ ਹੁਣ ਸਾਨੂੰ ਸਾਰਿਆਂ ਨੂੰ ਤੁਸੀਂ ਇੱਕ ਵਧੀਆ ਜਿਹਾ? ਜ਼ਰੂਰ ਸੁਣਾਉਂਗੇ। ਮੈਂ 4 ਲੈਂਗੁਏਜਿਸ ਗਾ ਲੈਂਦੀ ਹਾਂ। ਅੱਛਾ, 4 ਲੈਂਗੁਏਜ? ਹਾਂਜੀ, ਹਰਿਆਣਵੀ, ਹਿੰਦੀ,
और पंजाबी एंड राजस्थानी। ਪੰਜਾਬੀ ਸੁਣਾ ਦਿਓ ਅੱਜ ਸਾਨੂੰ। पंजाबी ओके। ਕਿਉਂਕਿ ਇਹ ਬਹੁਤ ਵੱਡਾ ਦਿਨ ਹੈ ਕਿ ਇੰਨੇ ਲੋਕ ਠੀਕ ਹੋ ਰਹੇ ਨੇ, ਖੁਸ਼ੀ ਹੈਗੀ ਹੈ ਇਸ ਗੱਲ ਦੀ, ਮੈਨੂੰ ਲੱਗਦਾ ਸਾਰਿਆਂ ਨੂੰ, ਤੁਸੀਂ ਖੁਦ ਠੀਕ ਹੋਏ ਹੋ। हाँ जी बिल्कुल मैं ठीक। और इवन एज अ सिंगर मैं जहाँ पर जिस इंडस्ट्री में जाना चाह रही थी कि मेरा फेस ही पैरालिसिस, ਜਾ ਹੀ ਨਹੀਂ ਸਕਦੇ ਹੈਗੇ। फेस इज़ इम्पॉर्टेंट। इवन मेरे से ज़्यादा बोला भी नहीं जा रहा था, ਸਿੰਗਿੰਗ ਤੇ ਵੀ ਫਰਕ ਪੈ ਗਿਆ ਸੀ ਤੇ ਮੈਂ ਕਿਹਾ ਮੇਰਾ ਤੇ ਕਰੀਅਰ ਖਰਾਬ ਹੋ ਰਿਹਾ। ਹਾਂ ਖਰਾਬ ਹੁੰਦਾ ਹੈ ਤੇ ਮੈਨੂੰ ਉਹੀ ਜ਼ਿਆਦਾ ਦਿੱਕਤ ਸੀ, ਪਰ ਹੁਣ ਮੈਂ ਬਿਲਕੁਲ ਸਹੀ ਹਾਂ ਤੇ ਸੁਣਾ ਦਿਓ ਗਾਣਾ। ਖੁਸ਼ ਹਾਂ। ਵਾਰਨਿੰਗ ਆਖਰੀ ਏ ਤੈਨੂੰ ਮੁੰਡਿਆ, ਕੱਲ ਨੂੰ ਕਹੀ ਨਾ ਫਿਰ ਮੈਨੂੰ ਮੁੰਡਿਆ। ਵਾਰਨਿੰਗ ਆਖਰੀ ਏ ਤੈਨੂੰ ਮੁੰਡਿਆ, ਕੱਲ ਨੂੰ ਕਹੀ ਨਾ ਫਿਰ ਮੈਨੂੰ ਮੁੰਡਿਆ। ਫੇਕ ਸਮਝੀ ਨਾ ਮੇਰੇ ਪਰਪੋਜ਼ ਨੂੰ, ਤੇਰੇ ਨਾਲ ਕਰਵਾਉਣਾ ਏ ਵਿਆਹ ਜੱਟੀ ਨੇ। ਜੇ ਤੂੰ ਇੰਸਟਾ ਦੇ ਉੱਤੇ ਤੱਕ ਪਾਈ ਐ, ਜੇ ਤੂੰ ਇੰਸਟਾ ਦੇ ਉੱਤੇ ਤੱਕ ਪਾਈ ਐ, ਫੇਸਬੁੱਕ ਉੱਤੇ ਪਾਇਆ ਹੋਇਆ ਗਾ ਜੱਟੀ ਨੇ। ਬਹੁਤ ਧੰਨਵਾਦ। ਤਾਂ ਇਹ ਇੱਕ ਹੋਰ ਰੰਗ ਹੈ, ਚਲੋ ਕਿਉਂਕਿ ਆਪੋ ਆਪਣੇ ਐਕਸਪੀਰੀਅੰਸਿਸ ਸ਼ੇਅਰ ਕੀਤੇ ਨੇ। ਜਿੰਨੇ ਵੀ ਪੰਨੂ ਵੈਦ ਸਾਹਿਬ ਕੋਲ ਲੋਕ ਆਉਂਦੇ ਨੇ, ਇੱਥੇ ਹਰ ਰੋਜ਼ ਇਸੇ ਤਰ੍ਹਾਂ ਲੋਕ ਆਉਂਦੇ ਨੇ। ਅਸੀਂ ਤਾਂ ਇੱਕ ਗਰਾਊਂਡ ਰਿਐਲਿਟੀ ਚੈੱਕ ਕਰਨ ਆਏ ਸੀ, ਕਿਉਂਕਿ ਪਹਿਲਾਂ ਇੰਟਰਵਿਊਜ਼ ਅਸੀਂ ਕੀਤੀਆਂ ਤਾਂ ਪੰਨੂ ਵੈਦ ਸਾਹਿਬ ਹੋਰਾਂ ਨੇ ਕਿਹਾ ਕਿ ਅਸੀਂ ਇਹ ਬਿਮਾਰੀ ਠੀਕ ਕਰ ਦਿੰਦੇ ਹਾਂ, ਆਹ ਬਿਮਾਰੀ ਠੀਕ ਕਰ ਦਿੰਦੇ ਹਾਂ। ਬਹੁਤ ਸਾਰੇ ਲੋਕਾਂ ਨੇ ਕਮੈਂਟਸ ਵੀ ਕੀਤੇ ਕਿ ਪਤਾ ਨਹੀਂ ਅਸੀਂ ਸ਼ਾਇਦ ਇਹ ਜਿਹੜੀ ਉਹਨਾਂ ਦੀ ਇੰਟਰਵਿਊ ਆ, ਕਿਉਂਕਿ ਉਹਨਾਂ ਨੇ ਕਿਹਾ ਇਸ ਤਰ੍ਹਾਂ ਦਾ ਹੈ ਨਾ, ਤੇ ਬਹੁਤ ਸਾਰੇ ਲੋਕਾਂ ਨੇ ਇਸ 'ਤੇ ਯਕੀਨ ਨਹੀਂ ਕੀਤਾ ਹੈਗਾ। ਬਹੁਤ ਸਾਰੇ ਕਮੈਂਟਸ ਆਏ, ਤਾਂ ਜ਼ਰੂਰ ਅਸੀਂ ਇਸ ਨੂੰ ਹੋਰ ਸਾਹਮਣੇ ਲਿਆਉਣ ਦੇ ਲਈ ਕਿ ਕੀ ਸੱਚਾਈ ਕੀ ਹੈ, ਕਿ ਵਾਕਈ ਦਵਾਈਆਂ ਦੇ ਨਾਲ ਠੀਕ ਹੁੰਦੇ ਨੇ, ਕਿ ਵਾਕਈ ਪਿੱਤੇ ਦੇ ਵਿੱਚੋਂ ਕੱਲੀ ਪੱਥਰੀ ਨਿਕਲ ਜਾਂਦੀ ਹੈ। ਕਿਉਂਕਿ ਸਿਰਫ ਪਿੱਤਾ ਹੀ ਅੱਜ ਤੱਕ ਸੁਣੀਦਾ ਸੀਗਾ ਕਿ ਪਿੱਤਾ ਸਾਰਾ ਹੀ ਕੱਢਣਾ ਪੈਂਦਾ, ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਖਾ ਵੀ ਨਹੀਂ ਸਕਦੇ ਹੈਗੇ। ਜਾਂ ਜਿਸ ਤਰ੍ਹਾਂ ਬਲੱਡ ਕੈਂਸਰ ਵਰਗੀ ਬਿਮਾਰੀ ਇੱਥੇ ਨੌਜਵਾਨ ਨੇ ਦੱਸੀ, ਜਾਂ ਸੋਰਾਇਸਿਸ ਕਿੰਨੇ ਲੋਕਾਂ ਨੇ ਦੱਸਿਆ, ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਦਾ ਇਲਾਜ ਇੱਥੇ ਕੀਤਾ ਜਾਂਦਾ ਹੈ, ਤਾਂ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਉਹ ਠੀਕ ਹੋਏ ਨੇ। ਤਾਂ ਇਸ ਵੇਲੇ ਅਸੀਂ ਦੁੱਖ ਦੂਰ ਦਵਾਖਾਨਾ ਦੇ ਵਿੱਚ ਪਹੁੰਚੇ ਹੋਏ ਹਾਂ, ਗੱਲਬਾਤ ਕਰਦੇ ਹਾਂ ਪੰਨੂ ਵੈਦ ਸਾਹਿਬ ਹੋਰਾਂ ਦੇ ਨਾਲ। ਪਹਿਲਾਂ ਅਸੀਂ ਬਹੁਤ ਸਾਰੇ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਉਹਨਾਂ ਨੇ ਆਪਣੇ ਐਕਸਪੀਰੀਅੰਸਿਸ ਜਿਹੜੇ ਨੇ ਸਾਂਝੇ ਕੀਤੇ ਨੇ ਕਿ ਕਿਵੇਂ ਆਯੁਰਵੈਦ ਦੇ ਵਿੱਚ ਜਿਹੜੀ ਦਵਾਈ ਦਿੱਤੀ ਹੈ ਵੈਦ ਪੰਨੂ ਜੀ ਹੋਰਾਂ ਦੇ ਵੱਲੋਂ, ਉਹਨਾਂ ਦੇ ਨਾਲ ਠੀਕ ਹੋਏ ਨੇ। ਪੰਨੂ ਸਾਹਿਬ ਸਾਡੇ ਨਾਲ ਨੇ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜਿਸ ਢੰਗ ਦੇ ਨਾਲ ਬਹੁਤ ਸਾਰੇ ਮਰੀਜ਼ਾਂ ਨਾਲ ਸਾਡੀ ਗੱਲ ਹੋਈ, ਤੁਹਾਡੀ ਤਾਂ ਇੰਟਰਵਿਊ ਅਸੀਂ ਪਹਿਲਾਂ ਵੀ ਲਈ, ਤੁਸੀਂ ਤਾਂ ਕਹਿੰਦੇ ਸੀਗੇ ਕਿ ਹਾਂ ਅਸੀਂ ਤਾਂ ਜਿਹੜਾ ਕੋਈ ਵੀ ਰੋਗ ਆ ਉਹਨੂੰ ਜੜੋਂ ਖਤਮ ਕਰਦੇ ਹਾਂ, ਤਾਂ ਲੋਕਾਂ ਨਾਲ ਤਾਂ ਗੱਲਬਾਤ ਕੀਤੀ ਹੈ। ਤੇ ਜਿਹੜੀਆਂ ਤੁਸੀਂ ਆਯੁਰਵੇਦ ਦੇ ਵਿੱਚ ਹੁਣ ਬਿਮਾਰੀਆਂ ਠੀਕ ਕਰਦੇ ਹੋ, ਕੀ ਐਕਸਪੀਰੀਅੰਸਿਸ ਨੇ ਤੁਹਾਡੇ ਕਿ ਕਿਵੇਂ ਇਹ ਬਿਮਾਰੀਆਂ ਜੜੋਂ ਠੀਕ ਹੋ ਜਾਂਦੀਆਂ ਨੇ? ਦੇਖੋ ਗੱਲ ਇਸ ਤਰ੍ਹਾਂ ਵੀ ਆਯੁਰਵੈਦਿਕ ਦੇ ਵਿੱਚ ਹਰੇਕ ਰੋਗ ਦਾ ਇਲਾਜ ਸੰਭਵ ਆ, ਅਸੰਭਵ ਨਹੀਂ ਹੈਗਾ। ਇਸ ਕਰਕੇ ਆਯੁਰਵੈਦ ਵਿੱਚ ਹਰੇਕ ਇਲਾਜ ਦਾ ਰੋਗ ਸੰਭਵ ਆ, ਹਰੇਕ ਰੋਗ ਨੂੰ ਆਯੁਰਵੈਦਿਕ ਜੜੋਂ ਖਤਮ ਕਰ ਸਕਦਾ ਜੀ। ਪਰ ਹਾਲੇ ਵੀ ਜਿਵੇਂ ਅਸੀਂ ਪਹਿਲਾਂ ਵੀ ਬਹੁਤ ਵਾਰ ਗੱਲ ਕੀਤੀ ਹੈ ਕਿ ਚਾਹੇ ਐਲੋਪੈਥੀ ਹੈ ਜਾਂ ਹੋਮਿਓਪੈਥੀ ਹੈ ਜਾਂ ਹੋਰ ਬਹੁਤ ਸਾਰੇ ਇਲਾਜ ਨੇ, ਲੋਕ ਆਯੁਰਵੈਦ ਦੇ ਵੱਲ ਉਹਨਾਂ ਆਕਰਸ਼ਿਤ ਨਹੀਂ ਹੋਏ ਜਾਂ ਉਹਨਾਂ ਵਿਸ਼ਵਾਸ ਕਿਉਂ ਨਹੀਂ ਕਰਦੇ? ਇਹਦੇ ਵਿੱਚ ਵੀ ਗੱਲ ਇਸ ਤਰ੍ਹਾਂ ਦੀ ਕੁਝ ਗਲਤ ਅੰਸ਼ਨ ਹੈਗੇ ਨੇ ਜਿਨ੍ਹਾਂ ਕਰਕੇ ਇਸ ਨੂੰ ਢਾਹ ਲੱਗ ਰਹੀ ਹੈ। ਇਸ ਕਰਕੇ ਦੇਖੋ ਆਯੁਰਵੈਦਿਕ ਆਪਣੀ ਜਗ੍ਹਾ ਹੈ, ਐਲੋਪੈਥੀ ਆਪਣੀ ਜਗ੍ਹਾ, ਹੋਮੋਪੈਥੀ ਆਪਣੀ ਜਗ੍ਹਾ ਹੈ। ਅਸੀਂ ਤਾਂ ਆਪਣੀ ਗੱਲ ਕਰ ਸਕਦੇ ਹਾਂ, ਆਪਾਂ ਕਿਸੇ ਦੀ ਗੱਲ ਨਹੀਂ ਕਰ ਸਕਦੇ ਹੈਗੇ ਜੀ। ਤੇ ਹੁਣ ਜਿਵੇਂ ਜਿਵੇਂ ਪਹਿਲਾਂ ਤੁਸੀਂ ਕਹਿੰਦੇ ਸੀਗੇ ਕਿ ਕਾਫੀ ਦਵਾਈਆਂ ਤੇ ਅਸੀਂ ਅੱਗੇ ਸਰਚ ਕਰ ਰਹੇ ਹਾਂ ਜਾਂ ਉਹਦਾ ਤਿਆਰੀ ਕਰ ਰਹੇ ਹਾਂ, ਕੁਝ ਹੋਰ ਵੀ ਇਸ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਆਈਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਰਿਜ਼ਲਟ ਆਏ ਨੇ ਤੁਹਾਡੀਆਂ ਦਵਾਈਆਂ ਦੇ? ਲਗਭਗ ਸਾਡੀਆਂ ਸਾਰੀਆਂ ਦਵਾਈਆਂ ਦੇ ਰਿਜ਼ਲਟ ਵਧੀਆ ਆਉਂਦੇ ਨੇ ਜੀ। ਜਿਵੇਂ ਤੁਸੀਂ ਕਹਿੰਦੇ ਸੀਗੇ ਕਿ ਵਾਲ ਆ ਜਾਂਦੇ ਨੇ, ਜੇ ਕਿਸੇ ਦੇ ਗੰਜਾਪਣ ਹੁੰਦਾ ਹੈ, ਵਾਲ ਝੜਦੇ ਨੇ, ਇਹ ਤਾਂ ਵਿੱਚ ਛੋਟੀਆਂ ਗੱਲਾਂ ਨੇ ਬਹੁਤ ਜ਼ਿਆਦਾ ਜੀ। ਨਿਗਾਹ ਦੀ ਹੋ ਗਈ, ਵਾਲਾਂ ਦੀ, ਉਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਜੀ। ਅੱਖਾਂ ਦੇ ਐਨਕ ਉਤਰ ਜਾਂਦੀ ਹੈ ਜੇ ਤੁਸੀਂ ਦਵਾਈ ਪਾਉਂਦੇ ਹੋ। ਬਿਲਕੁਲ ਜੀ। ਜੇ ਗੋਡਿਆਂ ਦਾ ਗਰੀਸ ਮੁੱਕਿਆ ਹੋਇਆ, ਇੱਕ ਨਾਲ ਬਹੁਤ ਵਾਰ ਦੁਹਰਾ ਚੁੱਕੇ ਆਪਾਂ ਜੀ। ਮੈਂ ਕਹਿੰਦਾ ਤੁਸੀਂ ਐਤਕੀ ਮਰੀਜ਼ਾਂ ਨਾਲ ਗੱਲ ਕਰ ਲਓ ਜੀ। ਫਿਰ ਆਪਾਂ ਮਰੀਜ਼ਾਂ ਨਾਲ ਤਾਂ ਅਸੀਂ ਗੱਲ ਕੀਤੀ ਹੈ ਇਸ ਵਾਰੀ ਕਾਫੀ, ਤਾਂ ਹੀ ਅਸੀਂ ਮਰੀਜ਼ਾਂ ਨਾਲ ਗੱਲ ਕੀਤੀ ਹੈ ਕਿਉਂਕਿ ਤੁਸੀਂ ਤਾਂ ਕਿਹਾ ਕਿ ਅਸੀਂ ਰੋਗ ਮੁਕਤ ਕਰਦੇ ਹਾਂ, ਰੋਗ ਨੂੰ ਜੜੋਂ ਚੱਕਦੇ ਹਾਂ, ਤਾਂ ਹੀ ਅਸੀਂ ਲੋਕਾਂ ਨਾਲ ਗੱਲ ਕੀਤੀ ਕਿ ਜਿਹੜੇ ਇੱਥੇ ਆਉਂਦੇ ਨੇ, ਦੂਰੀ ਤੀਰੀ ਵਾਰੀ ਆਉਂਦੇ ਨੇ, ਉਹਨਾਂ ਦਾ ਕਹਿਣਾ ਕੀ ਆ। ਉਹਨਾਂ ਨੇ ਬਹੁਤ ਸਾਰੀਆਂ ਲੋਕਾਂ ਨੇ ਗੱਲਾਂ ਸਾਨੂੰ ਦੱਸੀਆਂ ਕਿ ਅਸੀਂ ਠੀਕ ਹੋਏ ਹਾਂ। ਜਿਵੇਂ ਇੱਕ ਬਿਮਾਰੀ ਜਿਹੜੀ ਕੈਂਸਰ, ਜਿਹਦਾ ਲੋਕ ਨਾਮ ਲੈਣ ਤੋਂ ਵੀ ਡਰਦੇ ਨੇ, ਉਹਦਾ ਵੀ ਇੱਥੇ ਦੇਖਿਆ ਕਿ ਉਹਦਾ ਵੀ ਇਲਾਜ ਕੀਤਾ ਤੁਸੀਂ? ਹਾਂਜੀ ਹਾਂਜੀ ਬਿਲਕੁਲ ਜੀ। ਕੈਂਸਰ ਦੀ ਅਸੀਂ ਦਵਾਈ 2-3 ਮਹੀਨੇ ਦਿੰਦੇ ਹਾਂ ਜੀ। 2-3 ਮਹੀਨੇ 'ਚ ਬੰਦਾ ਠੀਕ ਹੋ ਜਾਂਦਾ। ਕਿਸੇ ਨੂੰ ਵੱਧ ਵੀ ਖਾਣੇ ਪੈ ਸਕਦੇ ਜੀ, ਪਰ ਉਹ ਘੱਟ ਗਿਣਤੀ 'ਚ ਬੰਦੇ ਨੇ ਜੀ। ਉਹ ਅਸੀਂ ਕੈਂਸਰ ਜਿਹੜਾ ਮਰਜ਼ੀ ਕੈਂਸਰ ਹੈ ਜੀ, ਅਸੀਂ ਹਰੇਕ ਕੈਂਸਰ ਨੂੰ ਜੜੋਂ ਖਤਮ ਕਰਦੇ ਹਾਂ ਜੀ। ਇੱਕ ਬਾਹਰ ਸਾਨੂੰ ਮਰੀਜ਼ਾਂ ਨੇ ਦੱਸਿਆ ਕਿ ਪਿੱਤਾ ਨਹੀਂ ਕੱਢਿਆ, ਪਿੱਤੇ ਦੀ ਪੱਥਰੀ ਕੱਢਤੀ। ਹੁਣ ਵੀ ਲੋਕ ਇਸ ਤੇ ਯਕੀਨ ਹੀ ਨਹੀਂ ਕਰਦੇ। ਦੇਖੋ ਹੁਣ ਆਪਾਂ ਕਿੰਨੇ ਕਹਿ ਸਕਦੇ, ਆਪਾਂ ਤਾਂ ਮਰੀਜ਼ ਮੂਹਰੇ ਲਿਆ ਸਕਦੇ ਹਾਂ ਆਪਣੇ ਕਰਕੇ ਜੀ। ਉਹ ਅਸੀਂ ਪਿੱਤੇ ਦੀ ਪੱਥਰੀ ਕੱਢਦੇ ਹਾਂ ਜੀ।
ਬੱਚਿਆਂ ਦੀ ਰਸੌਲੀ ਕਰਦੇ ਹਾਂ ਜੀ। ਇਸ ਕਰਕੇ ਤੁਹਾਡੇ ਸਾਹਮਣੇ ਪ੍ਰੂਫ ਨੇ ਜੀ, ਉਹ ਗੱਲਾਂ ਤਾਂ ਹਰੇਕ ਕਰੀ ਜਾਂਦਾ ਬੈਠ ਕੇ ਜੀ। ਉਹ ਇੱਕ ਲੇਡੀ ਆਈ ਸੀ ਬਾਹਰ, ਉਹ ਕਹਿੰਦੇ ਕਿ ਫੇਸ ਤੇ ਉਹਨਾਂ ਦੇ ਪੈਰਾਲਿਸਿਸ ਹੋ ਗਿਆ, ਤਾਂ ਫੇਸ ਜਿਹੜਾ ਉਹ ਵਿੰਗਾ ਹੋ ਗਿਆ, ਉਹ ਤੋਂ ਬਾਅਦ 9 ਦਿਨ 'ਚ ਠੀਕ ਹੋ ਗਿਆ। ਹਾਂਜੀ ਹਾਂਜੀ ਬਿਲਕੁਲ ਜੀ, ਉਹ ਤਾਂ ਮੂੰਹ ਵਿੰਗਾ ਹੋ ਗਿਆ ਸੀਗਾ ਜੀ, 9-10 ਦਿਨ 'ਚ ਬਿਲਕੁਲ ਠੀਕ ਹੋ ਗਈ ਜੀ ਉਹ। ਤੇ ਕਿਉਂਕਿ ਉਹ ਤਾਂ ਥੋੜੇ ਕਿਉਂਕਿ ਬਹੁਤ ਥੋੜੇ ਲੋਕ ਅੱਜ ਸਾਨੂੰ ਮਤਲਬ ਗੱਲਬਾਤ ਹੋ ਸਕੀ, ਤੁਸੀਂ ਤਾਂ ਹਜ਼ਾਰਾਂ ਦੇ ਵਿੱਚ ਲੋਕ ਇਲਾਜ ਕਰਵਾ ਕੇ ਜਾ ਚੁੱਕੇ ਨੇ। ਬਿਲਕੁਲ ਬਿਲਕੁਲ, ਬਹੁਤ ਹਜ਼ਾਰਾਂ ਦੇ ਵਿੱਚ ਜੀ, ਕੋਈ ਗਿਣਤੀ ਹੀ ਨਹੀਂ ਹੈਗੀ ਜੀ। ਤੇ ਰਿਜ਼ਲਟ ਵੀ ਬਹੁਤ ਹੀ ਵਧੀਆ ਭਾਜੀ, ਕੌਨਫੀਡੈਂਸ ਦੇ ਬੋਲ ਹੁੰਦਾ, ਵੈਸੇ ਤਾਂ ਗੱਲ ਵੀ ਨਹੀਂ ਕਰ ਸਕਦਾ ਬੰਦਾ ਜੀ। ਹੁਣ ਤੁਸੀਂ ਕਿੰਨੇ ਵੀ ਵਾਰ ਸਾਡੇ ਕੋਲ ਆਏ ਹੋ ਜੀ, ਉਹ ਤੇ ਫੇਸ ਕਰਨਾ ਸੌਖਾ ਥੋੜਾ ਹੁੰਦਾ ਗੱਲ ਦੇ ਵਿੱਚ, ਹਰੇਕ ਵਾਰ ਬੰਦਾ ਕਿੰਨੀ ਵਾਰ ਝੂਠ ਬੋਲੂਗਾ ਜੀ। ਪਰ ਕਈ ਵਾਰੀ ਹਾਲੇ ਵੀ ਆਲੋਚਨਾ ਹੁੰਦੀ ਹੈ, ਕਮੈਂਟਸ ਦੇ ਵਿੱਚ ਲੋਕ ਕਹਿੰਦੇ ਨੇ, ਬਹੁਤ ਕੁਝ ਹੁੰਦਾ ਇਸ ਤਰ੍ਹਾਂ ਦਾ। ਕਮੈਂਟ ਤਾਂ ਤੁਸੀਂ ਜਿਹਦੇ ਮਰਜ਼ੀ ਦੇਖ ਲਓ ਜੀ, ਜਿਹੜਾ ਚਾਹੇ ਕੋਈ ਧਾਰਮਿਕ ਆ ਚਾਹੇ ਕੋਈ ਬੁੱਧੀਜੀਵੀ, ਜਿਹਦੇ ਮਰਜ਼ੀ ਆ ਕਮੈਂਟ ਥੱਲੇ ਆਉਣੇ ਨੇ ਜੀ। ਉਹਨੂੰ ਆਪਾਂ ਉਹਨਾਂ ਬਾਰੇ ਤਾਂ ਭੁੱਲੇ ਜਾਓ ਜੀ, ਕੀ ਕਰਦੇ ਨੇ ਜੀ ਉਹ, ਉਹਨਾਂ ਬਾਰੇ ਆਪਾਂ ਨਾ ਉਹਨਾਂ ਨੂੰ ਕੋਈ ਰਾਏ ਦੇ ਸਕਦੇ ਹਾਂ। ਜੇ ਉਹਨੂੰ ਸਾਨੂੰ ਨਹੀਂ ਸੁਣਨਾ ਚਾਹੁੰਦੇ, ਸਾਨੂੰ ਨਹੀਂ ਪਸੰਦ ਕਰਨਾ, ਨਾ ਦੇਖਣ ਜੀ ਉਹ, ਉਹਨਾਂ ਦਾ ਕਮੈਂਟ ਉਹਨਾਂ ਦਾ ਸਮਾਂ ਬਚ ਜੂਗਾ ਜੀ। ਤੁਹਾਡਾ ਮਕਸਦ ਕੀ ਹੈ ਜਿਹੜਾ ਤੁਸੀਂ ਇੱਥੇ ਮੈਡੀਸਨ ਦਿੰਦੇ ਹੋ, ਦਵਾਈ ਦਿੰਦੇ ਹੋ, ਆਯੁਰਵੈਦ ਦੇ ਵਿੱਚ ਇਲਾਜ ਕਰਦੇ ਹੋ, ਚਾਹੁੰਦੇ ਕਿਉਂ ਤੁਸੀਂ? ਨਹੀਂ ਚਾਹੁੰਦੇ ਤਾਂ ਇਹ ਨਹੀਂ ਵੀ ਚਲੋ ਰੱਬ ਸਾਡੇ ਤੋਂ ਇਲਾਜ ਕਰਵਾ ਰਿਹਾ, ਸਾਨੂੰ ਤਾਂ ਖੁਸ਼ੀ ਹੁੰਦੀ ਵੀ ਮਰੀਜ਼ ਠੀਕ ਹੋਵੇ ਜੀ, ਸਾਨੂੰ ਵੀ ਉਹਦੇ ਤੋਂ ਸੰਤੁਸ਼ਟੀ ਹੁੰਦੀ ਆ। ਤੇ ਤੁਹਾਡੀ ਦਵਾਈਆਂ ਦਾ ਅਸਰਦਾਰ ਹੋਣ ਦਾ ਕਾਰਨ ਕੀ ਹੈ, ਇਹ ਵੀ ਜਾਣਨਾ ਚਾਹੁੰਦੇ ਅਸੀਂ ਅੱਜ। ਨਹੀਂ ਚਲੋ ਅਸੀਂ ਵੀ ਇਹ ਮੰਨ ਕੇ ਚੱਲ ਰਹੇ ਹਾਂ ਵੀ ਇਹ ਕੰਮ ਅਸੀਂ ਵੀ ਨਹੀਂ ਕਰ ਰਹੇ, ਸਾਤੋਂ ਵੀ ਸੱਚੇ ਪਾਤਸ਼ਾਹ ਕਰਵਾ ਰਿਹਾ ਹੈ। ਨਹੀਂ ਬੰਦਾ ਕੌਣ ਹੁੰਦਾ ਇਹਦੇ ਕੰਮ ਕਰਨ ਵਾਲਾ ਹੁੰਦਾ ਜੀ, ਇਹਦਾ ਸਿਹਰਾ ਅਸੀਂ ਨਹੀਂ ਲਾਂਗੇ, ਸੱਚੇ ਪਾਤਸ਼ਾਹ ਨੂੰ ਇਹਦਾ ਸਿਹਰਾ ਦੇਵਾਂਗੇ ਅਸੀਂ ਜੀ। ਚਲੋ ਇਹ ਵੀ ਤੁਹਾਡਾ ਵਡੱਪਣ ਹੈ ਕਿ ਤੁਸੀਂ ਕਹੀ ਇਹ ਗੱਲ ਹੈਗਾ ਜੀ, ਇਹ ਸਾਤੋਂ ਵੀ ਸੱਚੇ ਪਾਤਸ਼ਾਹ ਕਰਵਾ ਰਿਹਾ, ਨਹੀਂ ਸਾਡੇ ਵਰਗੇ ਦੇਸੀ ਬੰਦਿਆਂ ਤੋਂ ਇਹੋ ਜਿਹੇ ਕਿਤੇ ਕਰ ਸਕਦੇ ਸੀ ਜੀ ਕੰਮ ਇਹ। ਪਰ ਤੁਹਾਨੂੰ ਤੁਹਾਡੀਆਂ ਦਵਾਈਆਂ ਤੇ ਵਿਸ਼ਵਾਸ ਵੀ ਪੂਰਾ ਹੈ, ਤੁਸੀਂ ਦਾਅਵਾ ਵੀ ਪੂਰਾ, ਜਾਂ ਤੁਸੀਂ ਕਹਿੰਦੇ ਹੋ ਕਿ ਹਾਂ? ਦਾਅਵਾ ਨਹੀਂ ਕਰਦੇ, ਨਾ ਤਾਂ ਅਸੀਂ ਕੋਈ ਨਸ਼ਾ ਪਾਉਂਦੇ ਹਾਂ ਜੀ, ਤੇ ਨਾ ਕੋਈ ਸਟੀਰੋਇਡ ਪਾਉਂਦੇ ਹਾਂ ਜੀ। ਤੁਸੀਂ ਦੱਸਿਆ ਸੀ ਕਿ ਫੌਰਨ ਜਾਂਦੀਆਂ ਨੇ ਮੈਡੀਸਨ, ਸਾਡੀ ਹਰੇਕ ਫੌਰਨ ਤੇ ਦਵਾਈ ਇਸ ਕਰਕੇ ਜਾਂਦੀ ਹੈ ਭਰਾ ਵੀ ਨਾ ਕਿਸੇ ਦਵਾਈ 'ਚ ਸਟੀਰੋਇਡ ਆ, ਨਾ ਕਿਸੇ ਕੋਲ ਨਸ਼ਾ ਹੈ। ਸਾਰੀਆਂ ਕੰਟਰੀ ਸਾਡੀਆਂ ਦਵਾਈਆਂ ਚੈੱਕ ਕਰ ਚੁੱਕੀਆਂ ਨੇ ਜੀ, ਇਸ ਕਰਕੇ ਸਾਡੀ ਦਵਾਈਆਂ ਸਭ ਤੋਂ ਵੱਧ ਬਾਹਰ ਜਾਂਦੀਆਂ ਨੇ। ਸਭ ਤੋਂ ਵੱਧ ਮਰੀਜ਼ ਬਾਹਰ ਠੀਕ ਹੋਈ ਦੂਜੇ ਦੱਸਦੇ ਨੇ ਸਾਨੂੰ। ਸਾਡੇ ਸਭ ਤੋਂ ਵੱਡੀ ਸਾਡੀ ਆਪਣੀ ਸਮਝਦੇ ਪ੍ਰਾਪਤੀ ਇਹ ਆ ਵੀ ਜਿਹੜੇ ਮਰੀਜ਼ ਠੀਕ ਹੋ ਗਾਹਾਂ ਦੱਸਦੇ ਨੇ, ਸਾਡੀ ਸਭ ਤੋਂ ਵੱਡੀ ਪ੍ਰਾਪਤੀ ਉਹ ਹੈ ਜੀ। ਜਿਹੜਾ ਕੋਈ ਠੀਕ ਹੁੰਦਾ ਫਿਰ ਅੱਗੇ ਦੱਸਦਾ, ਉਹ ਮਰੀਜ਼ ਫਿਰ ਤੁਹਾਡੇ ਕੋਲੇ ਆਉਂਦੇ ਨੇ। ਮੈਂ ਲਿਸਟ ਦੇਖ ਰਿਹਾ ਸੀ, ਕਿੰਨੀ ਜਿਹੜੀ ਲਿਸਟ ਹੈ ਉਹਦੇ ਤੇ ਹੁਣ ਜਿਹੜੀ ਇਹ ਮੈਡੀਸਨ ਤੁਸੀਂ ਇਹ ਕਾਫੀ ਲੰਬੀ ਹੋ ਗਈ ਲਿਸਟ। ਇਹ ਤੋਂ ਲੰਬੀਆਂ ਕਰਾਂ ਜੀ, ਸਾਨੂੰ ਬੰਦਾ ਨਾਂ ਦੱਸ ਰਿਹਾ ਬਿਮਾਰੀ ਦਾ ਜੀ, ਤੇ ਵੀ ਆਹ ਨਾਂ ਆ। ਇਹ 91 ਬਿਮਾਰੀਆਂ ਤਾਂ ਇਸ ਲਿਸਟ 'ਚ ਨੇ। ਇਹ ਤਾਂ ਪੁਰਾਣੀਆਂ ਜੀ, ਇਹ ਤਾਂ ਵਧਾ ਚੁੱਕੇ ਇਹ ਲਿਸਟ ਜੀ। ਅੱਛਾ ਵੱਧ ਗਈ ਹੈ। ਹਾਂਜੀ ਹਾਂਜੀ। ਤੁਸੀਂ ਕੀ ਕਹਿੰਦੇ ਹੋ ਕਿ ਬਿਮਾਰੀ ਦੱਸੋ ਤੇ ਇਲਾਜ ਹੈ? ਨਹੀਂ ਦੇਖੋ, ਸਾਤੋਂ ਵੀ ਸੱਚੇ ਪਾਤਸ਼ਾਹ ਕਰਵਾ ਰਹੇ, ਇਹਨਾਂ ਦੇਸੀ ਬੰਦਾ ਕੌਣ ਕਰ ਸਕਦਾ ਨਹੀਂ ਗੱਲਾਂ ਜੀ ਇਹ। ਇਸ ਕਰਕੇ ਸਾਡਾ ਮੰਨਣਾ ਇਹ ਆ ਵੀ ਇਹ ਕੰਮ ਅਸੀਂ ਨਹੀਂ, ਸਾਤੋਂ ਵੀ ਸੱਚੇ ਪਾਤਸ਼ਾਹ ਕਰਵਾ ਰਹੇ। ਕਹਿੰਦੇ ਆ ਕਿ ਹਰ ਜਿੰਦੇ ਦੀ ਇੱਕ ਚਾਬੀ ਹੁੰਦੀ ਹੈ ਤੇ ਹਰ ਬਿਮਾਰੀ ਦਾ ਇਲਾਜ ਵੀ ਹੁੰਦਾ। ਹਾਂਜੀ ਹਾਂਜੀ ਬਿਲਕੁਲ। ਦੇਖੋ ਜਿਹੜੀ ਚੀਜ਼ ਬਣੀ ਆ ਉਹਦੀ ਕੋਈ ਹੋਂਦ ਤਾਂ ਹੁੰਦੀ ਆ ਜੀ, ਐਂ ਤਾਂ ਹੈ ਨਹੀਂ ਵੀ ਕੋਈ ਚੀਜ਼ ਤਾਂ ਹੋਂਦ ਹੈ ਨਹੀਂ, ਤੇ ਵੀ ਜੇ ਹੋਂਦ ਹੁੰਦੀ ਆ ਤਾਂ ਹੀ ਗੱਲ ਹੁੰਦੀ ਹੈ ਜੀ। ਅੱਛਾ ਵਿਸ਼ਵਾਸ ਤੇ ਵੀ ਗੱਲ ਖੜੀ। ਹਾਂ ਸਭ ਤੋਂ ਵੱਡੀ ਤਾਂ ਵਿਸ਼ਵਾਸ ਹੈ ਜੀ ਉਹ। ਦੇਖੋ ਅਸੀਂ ਵੀ ਚਾਹੁੰਦੇ ਹਾਂ, ਹੁਣ ਸਾਨੂੰ ਤੁਸੀਂ ਕਹੋਗੇ ਵੀ ਤੁਸੀਂ ਸਾਰੀ ਦੁਨੀਆ ਠੀਕ ਕਰ ਦੋਗੇ, ਨਹੀਂ। ਸਾਡੇ ਕੋਲ ਕਈ ਬੰਦੇ ਆ ਕੇ ਮੁੜ ਜਾਂਦੇ ਨੇ ਜੀ, ਜਿਹਨੂੰ ਕਹਿੰਦੇ ਕਰਮ ਰੋਗ, ਉਹਨੂੰ ਕੋਈ ਠੀਕ ਹੀ ਨਹੀਂ ਕਰ ਸਕਦਾ ਹੈਗਾ ਜੀ। ਦੇਖੋ ਗੱਲ, ਜਿਹਨੂੰ ਸਾਡੇ 'ਤੇ ਵਿਸ਼ਵਾਸ ਹੋਊਗਾ ਸਾਡੇ ਕੋਲ ਆਊਗਾ ਜੀ ਉਹ, ਜੇ ਨਹੀਂ ਆਊਗਾ ਨਾ ਆਵੇ ਜੀ। ਦੇਖੋ ਸਾਨੂੰ ਤਾਂ ਐਂ ਵੀ ਦਵਾਈ ਟਣਕਾ ਕੇ ਦਿਓ, ਜੇ ਵਿਸ਼ਵਾਸ ਹੈਗੀ ਆ ਦਵਾਈ ਲੈ ਜਾ, ਜੇ ਨਹੀਂ ਹੈ ਰਹਿਣ ਦੇ ਭਾਈ, ਫਿਰ ਆਪਾਂ ਨੂੰ ਕੀ ਲੋੜ ਆ ਜੀ ਉਹ। ਕਿਉਂਕਿ ਤੁਹਾਡੇ ਕੋਲ ਤਾਂ ਹੁਣ ਮਰੀਜ਼ ਆ ਕੇ ਦੁਬਾਰਾ ਦੱਸਦੇ ਨੇ, ਜਿਹੜੇ ਪਹਿਲੀ ਵਾਰ ਆਏ ਫਿਰ ਦੂਜੀ ਵਾਰ ਆਉਂਦੇ ਨੇ ਦਵਾਈ ਵੀ ਹਾਂ ਅਸੀਂ ਇੰਨੇ % ਠੀਕ ਹੋ ਗਏ, ਫਿਰ ਤੀਜੀ ਵਾਰੀ ਆਉਂਦੇ ਨੇ, ਫਿਰ ਤੁਹਾਨੂੰ ਆਪਣੇ ਆਪ ਹੋਰ ਜਿਹੜਾ ਕੌਨਫੀਡੈਂਸ ਹੁੰਦਾ ਜੀ। ਹੁਣ ਤੁਸੀਂ ਵੀ ਆਪਣਾ ਰੋਜ਼ ਕੰਮ ਕਰਦੇ ਹੋ ਜੀ, ਤੁਹਾਨੂੰ ਵੀ ਕੌਨਫੀਡੈਂਸ ਇਸ ਕਰਕੇ ਹੈ ਜੀ, ਤੁਹਾਡੇ ਤਜਰਬੇ ਤੇ, ਸਾਨੂੰ ਵੀ ਆਪਣੀ ਦਵਾਈਆਂ ਤੇ ਮਾਣ ਆ ਤੇ ਸੱਚੇ ਪਾਤਸ਼ਾਹ ਦੇ ਮਾਣ ਆ, ਇਸ ਕਰਕੇ ਸਾਨੂੰ ਆਪਣੇ ਤੇ ਕੋਈ ਮਾਣ ਨਹੀਂ ਹੈਗਾ ਜੀ। ਇੱਕ ਬਹੁਤ ਤੁਹਾਡੀ ਪ੍ਰਸ਼ੰਸਾ ਲੋਕ ਕਰਦੇ ਨੇ ਜਿਹੜੇ ਉੱਥੇ ਦੇ, ਕਹਿੰਦੇ ਲੰਗਰ ਚਲਾਇਆ ਨਾਲ, ਉਹਦਾ ਕਾਰਨ ਕੀ ਹੈ? ਬਹੁਤ ਸਾਰੇ ਹਸਪੀਟਲ 'ਚ ਤਾਂ ਅਸੀਂ ਵੀ ਦੇਖਿਆ, ਮੈਨੂੰ ਤਾਂ ਲੱਗਦਾ ਨਹੀਂ ਕਿਸੇ ਹਸਪੀਟਲ ਦੇ ਵਿੱਚ ਕਿਤੇ ਕੋਈ ਲੰਗਰ ਵੀ ਨਾਲ ਚੱਲਦਾ ਹੋਵੇ। ਚਲੋ ਦੇਖੋ, ਲੰਗਰ ਦਾ ਕੋਈ ਮਾਲਕ ਨਹੀਂ ਹੁੰਦਾ, ਅਸੀਂ ਕਿਸੇ ਕੋਲੋਂ ਕੋਈ ਪੈਸਾ ਹੀ ਨਾ ਦੇ ਲੰਗਰ ਦਾ, ਜੋ ਟੈਲੀਫੋਨ ਸਾਡੇ ਕੋਲ ਹੁੰਦਾ ਸੀ ਆਪਣੇ ਘਰੋਂ ਜਾਂ ਆਪਣੇ ਇੱਥੋਂ ਹੀ ਕਰਦੇ ਹਾਂ ਜੀ। ਉਹ ਸਾਨੂੰ 'ਚ ਖੁਸ਼ੀ ਮਿਲਦੀ ਆ, ਉਹ ਲੰਗਰ ਰੱਬ ਲਵਾਉਂਦਾ ਹੈ, ਲੰਗਰ ਦਾ ਕੋਈ ਮਾਲਕ ਨਹੀਂ ਹੁੰਦਾ ਹੈਗਾ। ਉਹ ਲੰਗਰ ਅਸੀਂ ਨਹੀਂ ਲਾਇਆ, ਉਹ ਲੰਗਰ ਸੱਚੇ ਪਾਤਸ਼ਾਹ ਨੇ ਲਵਾਇਆ ਹੋਇਆ ਜੀ ਉਹ। ਇਸ ਕਰਕੇ ਉਹਦੇ ਵਿੱਚ ਸਾਡਾ ਕੋਈ ਮਤਲਬ ਨਹੀਂ ਹੈਗਾ, ਨਾ ਸਾਡਾ ਕੋਈ ਮਕਸਦ ਆ। ਚਲੋ ਬਹੁਤ ਧੰਨਵਾਦ। ਵੈਦ ਪੰਨੂ ਸਾਹਿਬ ਹੋਰਾਂ ਨਾਲ ਗੱਲਬਾਤ ਕੀਤੀ ਹੈ। ਤਾਂ ਦਵਾਈਆਂ ਦੀ ਜਿਹੜੀ ਹੈ ਬਿਮਾਰੀਆਂ ਦੀ ਲਿਸਟ ਤਾਂ ਕਹਿੰਦੇ ਹੁਣ ਹੋਰ ਲੰਬੀ ਹੋ ਗਈ, ਬਿਮਾਰੀ ਤੁਸੀਂ ਦੱਸੋ, ਇਲਾਜ ਇਹਨਾਂ ਕੋਲ ਹੈਗਾ ਹੈ ਤਾਂ ਜ਼ਰੂਰ ਤੁਹਾਨੂੰ ਲੱਗਦਾ ਹੈ, ਜੇ ਵਿਸ਼ਵਾਸ ਕਰਦੇ ਹੋ ਕਿ ਆਯੁਰਵੈਦ ਦੇ ਰਾਹੀਂ ਇਲਾਜ ਹੋ ਸਕਦਾ, ਜਿਵੇਂ ਅਸੀਂ ਬਹੁਤ ਸਾਰੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਹੈ, ਤਾਂ ਜ਼ਰੂਰ ਇੱਕ ਵਾਰੀ ਜੇ ਕਿਸੇ ਨੂੰ ਕੋਈ ਬਿਮਾਰੀ ਹੈਗੀ ਹੈ ਤਾਂ ਤੁਸੀਂ ਜ਼ਰੂਰ ਇੱਥੇ ਆ ਕੇ ਇਲਾਜ ਕਰਵਾ ਸਕਦੇ ਹੋ। ਫਿਲਹਾਲ ਕੈਮਰਾਮੈਨ ਕਮਲ ਦੇ ਨਾਲ ਰਣਬੀਰ ਸਿੰਘ ਰਾਣਾ।